ਅੱਜ ਦੀ ਕਿਤਾਬ ਹੈ ਧੁੱਪਾਂ ਛਾਵਾਂ ਸਵੈ ਜੀਵਨੀ। ਲੇਖਕ ਨੇ ਨਰਿੰਦਰ ਸਿੰਘ ਕਪੂਰ। ਸਵੈ ਜੀਵਨੀ ਲਿਖਣ ਦਾ ਨਿਰਣਾ ਜੀਵਨ ਦੇ ਹੋਰ ਨਿਰਣਿਆਂ ਵਾਂਗ ਬਹੁਤ ਪਹਿਲਾਂ ਕੀਤਾ ਜਾਂਦਾ ਹੈ, ਪਰ ਇਸ ਨਿਰਣੇ 'ਤੇ ਅਮਲ ਕਰਨਾ ਮੁਲਤਵੀ ਹੁੰਦਾ ਰਹਿੰਦਾ ਹੈ। ਇਸ ਨਿਰਣੇ 'ਤੇ ਅਮਲ ਉਦੋਂ ਕੀਤਾ ਜਾਂਦਾ ਹੈ ਜਦੋਂ ਜੀਵਨ ਦੇ ਇੱਕ ਪੜਾਅ 'ਤੇ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜੋ ਕੁਝ ਮਹੱਤਵਪੂਰਨ ਵਾਪਰਨਾ ਸੀ ਉਹ ਵਾਪਰ ਚੁੱਕਿਆ ਹੈ। ਨਿੱਤਾ ਪ੍ਰਤੀ ਦੇ ਕਾਰਜ ਪਹਿਲਾਂ ਵਾਂਗ ਜਾਰੀ ਰਹਿੰਦੇ ਹਨ, ਪਰ ਕੁਝ ਮੁੱਲਵਾਨ ਵਾਪਰਨ ਦੀਆਂ ਸੰਭਾਵਨਾਵਾਂ ਮੁੱਕ ਜਾਂਦੀਆਂ ਹਨ। ਪਤਾ ਲੱਗ ਜਾਂਦਾ ਹੈ ਕਿ ਹੁਣ ਅਵਸਰ ਨਹੀਂ ਉਪਜਣਗੇ, ਜੇ ਉਪਜਣਗੇ ਵੀ ਤਾਂ ਉਹਨਾਂ ਦਾ ਲਾਭ ਉਠਾਉਣਾ ਸੰਭਵ ਨਹੀਂ ਹੋਵੇਗਾ। ਸਰੀਰਕ ਸਮਰੱਥਾ ਘਟਣ ਕਰਕੇ ਨਿੱਕੀਆਂ ਸਮੱਸਿਆਵਾਂ ਵੀ ਔਖੀਆਂ ਮੁਸ਼ਕਲਾਂ ਲੱਗਣ ਲੱਗ ਪੈਂਦੀਆਂ ਹਨ। ਜਦੋਂ ਝੁੱਕ ਕੇ ਕੁਝ ਚੁੱਕਣਾ ਸੰਭਵ ਨਹੀਂ ਹੁੰਦਾ ਤਾਂ ਚੀਜ਼ਾਂ ਦਾ ਡਿੱਗਣਾ ਆਪ ਮੁਹਾਰੇ ਵੱਧ ਜਾਂਦਾ ਹੈ। ਜਿਨ੍ਹਾਂ ਸਰੀਰਕ ਸਮੱਸਿਆਵਾਂ ਬਾਰੇ ਮਾਪਿਆਂ ਅਤੇ ਹੋਰਾਂ ਤੋਂ ਸੁਣਦੇ ਸਾਂ, ਉਹ ਆਪਣੇ ਨਾਲ ਵਾਪਰਨ ਲੱਗ ਪੈਂਦੀਆਂ ਹਨ। ਇਸ ਪੜਾਅ 'ਤੇ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ ਕਿ ਜਿਹੜੀਆਂ ਪੜ੍ਹਾਈਆਂ ਅਤੇ ਜਿਹੜੀਆਂ ਕਮਾਈਆਂ ਕਰਨੀਆਂ ਸਨ, ਉਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਡਿਗਰੀਆਂ, ਮਾਣ ਪੱਤਰਾਂ, ਸਨਮਾਨਾਂ, ਅਹੁਦਿਆਂ ਦਾ ਮਹੱਤਵ ਕਦੋਂ ਦਾ ਮੁੱਕ ਗਿਆ ਹੁੰਦਾ ਹੈ। ਆਪਣੇ ਆਪ ਨੂੰ ਅਹਿਮ ਸਮਝਣਾ ਵਹਿਮ ਸਾਬਤ ਹੁੰਦਾ ਹੈ। ਮਹਿਸੂਸ ਹੁੰਦਾ ਹੈ ਜੋ ਮੰਨਣਾ ਸੀ ਉਹ ਮੰਨ ਲਿਆ ਹੈ। ਜਿਹੜੀਆਂ ਦੌੜਾਂ ਲਾਉਣੀਆਂ ਸਨ ਉਹ ਲਾ ਲਈਆਂ ਹਨ। ਜਿਹੜੇ ਪਹਾੜ ਚੜ੍ਹਨੇ ਸੀ ਉਹ ਚੜ੍ਹ ਲਏ ਹਨ। ਜਿਹੜੀਆਂ ਤਾੜੀਆਂ ਵੱਜਣੀਆਂ ਸਨ ਉਹ ਵੱਜ ਚੁੱਕੀਆਂ ਹਨ। ਪਿੱਛੇ ਵੇਖਿਆ ਇਹ ਸਭ ਕੁਝ ਵਾਪਰ ਚੁੱਕੇ ਹੋਣ ਦੀ ਭਰਪੂਰ ਵੀ ਤਸੱਲੀ ਵੀ ਹੁੰਦੀ ਹੈ ਅਤੇ ਆਪਣੇ ਸਫਲ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਮੈਨੂੰ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਮੈਂ ਸੰਸਾਰ ਨੂੰ ਦਿੱਤਾ ਘੱਟ ਹੈ, ਪਰ ਮੈਨੂੰ ਮਿਲਿਆ ਵਧੇਰੇ ਹੈ। ਇਸ ਤਸੱਲੀ ਦੀ ਦੌਲਤ ਨਾਲ ਜਿਨ੍ਹਾਂ ਨਾਲ ਲੜਦੇ ਰਹੇ ਸਾਂ ਉਹਨਾਂ ਤੋਂ ਮੁਆਫ਼ੀ ਮੰਗ ਲਈ ਹੈ। ਜਿਹੜੇ ਰੁੱਸੇ ਹੋਏ ਸਨ ਉਹ ਮਨਾ ਲਏ ਹਨ। ਜਿਹੜੀ ਗੱਲ ਹੁਣ ਪਰੇਸ਼ਾਨ ਕਰਦੀ ਹੈ ਉਹ ਮਿੱਤਰਾਂ ਪਿਆਰਿਆਂ ਦਾ ਵਿਛੋੜਾ ਹੈ। ਹਰ ਪੰਦਰਵਾੜੇ ਕਿਸੇ ਪਿਆਰੇ ਦੇ ਚਲਾਣੇ ਦਾ ਪਤਾ ਲੱਗਦਾ ਹੈ, ਪਰ ਹੁਣ ਰੋਜ਼-ਰੋਜ਼ ਭੋਗ 'ਤੇ ਜਾਇਆ ਨਹੀਂ ਜਾਂਦਾ। ਥੋੜ੍ਹੇ ਜਿਹੇ ਅਰਸੇ ਵਿੱਚ ਇੱਕ ਭਰਾ ਅਤੇ ਦੋ ਭੈਣਾਂ ਗੁਜ਼ਰ ਗਈਆਂ ਹਨ। ਬਚਪਨ ਦਾ ਦੋਸਤ ਬਿਨਾਂ ਮਿਲੇ ਹੀ ਸੰਸਾਰ ਛੱਡ ਗਿਆ ਹੈ। ਜਿਸ ਨਾਲ ਜ਼ਿੰਦਗੀ ਵਿੱਚ ਪਹਿਲੀ ਜਾਣ ਪਛਾਣ ਹੋਈ ਸੀ, ਉਹ ਬਿਨਾਂ ਦੱਸੇ ਹੀ ਵਿਛੜ ਗਈ ਹੈ। ਹੁਣ ਨਿੱਤ ਦਿਨ ਕੋਈ ਨਵਾਂ ਘਾਟਾ ਪੈ ਜਾਂਦਾ ਹੈ। ਹੁਣ ਗਿਲੇ ਸ਼ਿਕਵਿਆਂ ਦਾ ਸਮਾਂ ਹੀ ਨਹੀਂ ਰਿਹਾ। ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਂਦਾ ਹੈ, ਪਰ ਰਾਤਾਂ ਭੈੜੀਆਂ ਅਤੇ ਡਰਾਉਣੀਆਂ ਹੁੰਦੀਆਂ ਜਾਂਦੀਆਂ ਹਨ। ਹੁਣ ਵਿਉਂਤਾਂ ਸਾਲਾਂ ਤੋਂ ਦਿਨਾਂ ਤੱਕ ਆ ਗਈਆਂ ਹਨ। ਭਾਵੇਂ ਦਿਸਣ ਨੂੰ ਸਭ ਕੁਝ ਠੀਕ ਠਾਕ ਲੱਗਦਾ ਹੈ, ਪਰ ਭਰੋਸਾ ਮੁੱਕਦਾ ਜਾ ਰਿਹਾ ਹੈ। ਸੋਝੀ ਹੋ ਗਈ ਹੈ ਕਿ ਹੁਣ ਕੁਝ ਨਵਾਂ ਕਰਨਾ ਸੰਭਵ ਨਹੀਂ ਰਿਹਾ। ਹੁਣ ਨਵੀਆਂ ਦੋਸਤੀਆਂ ਪੈਣੀਆਂ ਅਸੰਭਵ ਹਨ। ਪੁਰਾਣੀਆਂ ਨਿਭਾਉਣੀਆਂ ਵੀ ਸੰਭਵ ਨਹੀਂ ਰਹੀਆਂ। ਆਪਣੀਆਂ ਦੋ ਤਕਲੀਫਾਂ ਦੱਸਦੇ ਹਾਂ, ਤਿੰਨ ਸੁਣਨੀਆਂ ਪੈਂਦੀਆਂ ਹਨ। ਖਾਣ ਪੀਣ ਦੇ ਪੱਖੋਂ ਪ੍ਰਯੋਗ ਨਹੀਂ ਹੁੰਦੇ, ਗਲਤੀਆਂ ਹੀ ਹੁੰਦੀਆਂ ਹਨ ਜਿਨ੍ਹਾਂ ਦਾ ਮਗਰੋਂ ਪਛਤਾਵਾ ਹੁੰਦਾ ਹੈ। ਹੈਰਾਨੀ ਹੁੰਦੀ ਹੈ ਕਿ ਪਹਿਲਾਂ ਖਿਆਲ ਹੀ ਨਹੀਂ ਆਇਆ ਕਿ ਐਵੇਂ ਵੀ ਵਾਪਰਦਾ ਹੈ। ਅਖੀਰਲੀ ਘੰਟੀ ਤੋਂ ਪਹਿਲਾਂ ਬਸਤਾ ਬੰਨ੍ਹ ਕੇ ਤਿਆਰ ਬੈਠਿਆਂ ਖਿਆਲ ਆਇਆ ਕਿ ਆਪਣੇ ਜੀਵਨ ਦਾ ਵਹੀ ਖਾਤਾ ਲਿਖ ਦੇਵਾਂ। ਆਪਣੀ ਇਸ ਸਵੈ ਜੀਵਨੀ ਵਿੱਚ ਮੈਂ ਆਪਣੇ ਨਾਲ ਵਾਪਰੀਆਂ ਮਹੱਤਵਪੂਰਨ ਘਟਨਾਵਾਂ, ਆਪਣੇ ਅਨੁਭਵਾਂ ਅਤੇ ਆਪਣੇ ਜੀਵਨ ਵਿੱਚ ਆਏ ਮਹੱਤਵਪੂਰਨ ਵਿਅਕਤੀਆਂ ਦੇ ਪ੍ਰਭਾਵਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਮੇਰੇ ਦ੍ਰਿਸ਼ਟੀਕੋਣ ਵਿੱਚ ਮੇਰੇ ਪੱਖਪਾਤਾਂ ਦਾ ਆਉਣਾ ਸੁਭਾਵਿਕ ਹੈ, ਸੋ ਮੇਰੇ ਵਿਚਾਰਾਂ ਅਤੇ ਮੇਰੀ ਵਿਆਖਿਆ ਨਾਲ ਪਾਠਕਾਂ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਕਿਸੇ ਦੇ ਜੀਵਨ ਵਿੱਚ ਕੁਝ ਮਹੱਤਵਪੂਰਨ ਮੋੜ ਆਉਂਦੇ ਹਨ, ਜਿਹੜੇ ਵਿਅਕਤੀ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਸਾਰਦੇ ਹਨ ਅਤੇ ਪਹਿਲਾਂ ਹੀ ਉਸਰੇ ਹੋਏ ਨਾਲ ਨਵੀਆਂ ਪਰਤਾਂ ਜੋੜਦੇ ਹਨ। ਆਪਣੀ ਸਵੈ ਜੀਵਨੀ ਵਿੱਚ
ਮੈਂ ਆਪਣੇ ਬਚਪਨ ਦੇ ਵੇਰਵੇ ਵਿਸਥਾਰ ਨਾਲ ਦਰਜ ਕੀਤੇ ਹਨ, ਕਿਉਂਕਿ ਮੇਰਾ ਬਚਪਨ ਆਮ ਬੱਚਿਆਂ ਦੇ ਬਚਪਨ ਤੋਂ ਵੱਖਰੀ ਭਾਂਤ ਦਾ ਸੀ। ਜਿਹੜਾ ਆਮ ਬੱਚਿਆਂ ਲਈ ਖੇਡਣ ਦਾ ਸਮਾਂ ਸੀ, ਉਹ ਮੇਰੇ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਾਂਤ-ਭਾਂਤ ਦੇ ਕੰਮ ਕਰਨ ਦਾ ਸਮਾਂ ਸੀ, ਜਿਸ ਤੋਂ ਨਿਆਰੇ ਅਨੁਭਵ ਪ੍ਰਾਪਤ ਹੁੰਦੇ ਰਹੇ। ਬਚਪਨ ਵਿੱਚ ਹੀ ਮੈਂ ਇੱਕ ਅਖਬਾਰ ਵਿੱਚ ਕੰਮ ਕਰਨ ਲੱਗ ਪਿਆ ਸਾਂ ਅਤੇ ਅਜਿਹਾ ਵਾਪਰਨਾ ਮੇਰੇ ਜੀਵਨ ਵਿੱਚ ਇੱਕ ਸੁਨਹਿਰੀ ਮੋੜ ਸੀ, ਕਿਉਂਕਿ ਇੱਥੇ ਕੰਮ ਕਰਦਿਆਂ ਸਾਰਾ ਸੰਸਾਰ ਮੇਰੇ ਸਾਹਮਣੇ ਖੁੱਲ੍ਹ ਗਿਆ ਸੀ। ਇਸ ਅਨੁਭਵ ਦਾ ਮੈਂ ਮਾਲਕਾਂ ਦੇ ਬੱਚਿਆਂ ਨਾਲੋਂ ਵੀ ਵਧੇਰੇ ਲਾਭ ਪ੍ਰਾਪਤ ਕੀਤਾ। ਇਸ ਅਨੁਭਵ ਦੀ ਬਦੌਲਤ ਹੀ ਮੈਂ ਜਰਨਲਿਜ਼ਮ ਦੇ ਵਿਸ਼ੇ 'ਤੇ PhD ਕੀਤੀ, ਲਿਖਣਾ ਆਰੰਭਿਆ ਅਤੇ ਜਰਨਲਿਜ਼ਮ ਦਾ ਪ੍ਰੋਫੈਸਰ ਬਣਿਆ। ਅਖਬਾਰ ਵਿਚਲੇ ਪ੍ਰਾਪਤ ਅਨੁਭਵਾਂ ਦੇ ਵੇਰਵੇ ਵਿੱਚ ਸਵੈ ਜੀਵਨੀ ਵਿੱਚ ਕਈ ਥਾਵਾਂ 'ਤੇ ਮਿਲ ਜਾਣਗੇ। ਸਕੂਲ ਵਿੱਚ ਗੁਜ਼ਾਰਿਆ ਸਮਾਂ ਬੜਾ ਦਿਲਚਸਪ, ਰੰਗੀਨ ਅਤੇ ਯਾਦਗਾਰੀ ਅਨੁਭਵ ਸੀ, ਜਿਸ ਦੇ ਵੇਰਵੇ ਮੈਂ ਵਿਸਥਾਰ ਵਿੱਚ ਦਰਜ ਕੀਤੇ ਹਨ। ਇਹ ਸਮਾਂ ਮੇਰੇ ਸਰੀਰਕ, ਵਿੱਦਿਅਕ, ਸਮਾਜਿਕ ਅਤੇ ਜੀਵਨ ਜੁਗਤਾਂ ਦੀ ਸਿਖਲਾਈ ਦੇ ਪੱਖੋਂ ਬੜਾ ਅਮੀਰ ਅਤੇ ਅਰਥਪੂਰਨ ਦੌਰ ਸੀ। ਬਿਜਲੀ ਬੋਰਡ ਅਤੇ ਬੈਂਕ ਵਿੱਚ ਗੁਜ਼ਾਰਿਆ ਸਮਾਂ, ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਪੜ੍ਹਨ ਲਈ ਤਿਆਰੀ ਅਤੇ ਮਾਇਕ ਤੋਂ ਸਰੋਤ ਜੁਟਾਉਣ ਦਾ ਸਮਾਂ ਸੀ। ਮੇਰੇ ਜੀਵਨ ਵਿੱਚ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਕੀਤੀ MA ਅੰਗਰੇਜ਼ੀ ਦੀ ਪੜ੍ਹਾਈ ਲਲਾਰੀ ਦਾ ਉਹ ਤਸਲਾ ਸਾਬਤ ਹੋਈ, ਜਿੱਥੇ ਮੇਰੇ ਖੱਦਰ ਉੱਤੇ ਰੇਸ਼ਮੀ ਰੰਗ ਚੜ੍ਹਿਆ ਸੀ। 3 ਕਾਲਜਾਂ ਵਿੱਚ ਅਧਿਆਪਨ ਕਰਨਾ ਅਤੇ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖਣਾ ਯੂਨੀਵਰਸਿਟੀ ਵਿੱਚ ਮੇਰੀ ਨਿਯੁਕਤੀ ਦਾ ਕਾਰਨ ਬਣਿਆ। ਯੂਨੀਵਰਸਿਟੀ ਵਿੱਚ ਪਹਿਲਾਂ ਹੀ ਨਿਯੁਕਤ ਲੜਕੀ ਨਾਲ ਮੇਰਾ ਵਿਆਹ ਨਾਲ ਬਣੀ ਮੇਰੀ ਪਤਨੀ ਮੇਰੀ ਜ਼ਿੰਦਗੀ ਦੀ ਬਰਕਤ ਸਾਬਤ ਹੋਈ। ਮੇਰੇ PhD ਕਰਦਿਆਂ ਹੀ ਪੰਜਾਬੀ ਟ੍ਰਿਬਿਊਨ ਦਾ ਆਰੰਭ ਹੋਣਾ ਮੇਰੇ ਲਈ ਵਰਦਾਨ ਸਾਬਤ ਹੋਇਆ, ਜਿਸ ਵਿੱਚ ਮੈਂ ਦਾਰਸ਼ਨਿਕ ਅਤੇ ਮਨੋਵਿਗਿਆਨਿਕ ਵਾਰਤਕ ਦੀ ਰਚਨਾ ਕਰਦਾ ਅਤੇ ਛਪਵਾਉਂਦਾ ਰਿਹਾ ਹਾਂ, ਅਤੇ ਐਵੇਂ ਮੇਰਾ ਪਾਠਕ ਵਰਗ ਉਸਰਦਾ ਗਿਆ। ਯੂਨੀਵਰਸਿਟੀ ਵਿੱਚ ਅਧਿਆਪਨ ਜਾਰੀ ਰਿਹਾ, ਪਰ ਅਧਿਆਪਨ ਦੀ ਤੁਲਨਾ ਵਿੱਚ ਮੇਰਾ ਰਚਨਾਤਮਕ ਕਾਰਜ ਵਧੇਰੇ ਮਹੱਤਵਪੂਰਨ ਹੁੰਦਾ ਗਿਆ। ਯੂਨੀਵਰਸਿਟੀ ਵਿੱਚ ਮੇਰੇ ਕਲਾਸ ਵਿੱਚ 30 ਵਿਦਿਆਰਥੀ ਹੁੰਦੇ ਸਨ, ਪਰੰਤੂ ਪੰਜਾਬੀ ਟ੍ਰਿਬਿਊਨ ਰਾਹੀਂ ਸੈਂਕੜੇ ਹਜ਼ਾਰਾਂ ਪਾਠਕ ਵਿਦਿਆਰਥੀ ਮੇਰੇ ਸੰਪਰਕ ਵਿੱਚ ਆਏ। ਯੂਨੀਵਰਸਿਟੀ ਦੇ ਗਵਾਂਢ ਵਿੱਚ ਮਕਾਨ ਉਸਾਰਨਾ ਮੇਰੇ ਜੀਵਨ ਲਈ ਬੜਾ ਲਾਭਕਾਰੀ ਸਾਬਤ ਹੋਇਆ। ਪਿਛਲੀ ਸਦੀ ਦੇ 9ਵੇਂ ਦਹਾਕੇ ਵਿੱਚ ਮੇਰੀ ਕਈ ਦੇਸ਼ਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਅਸਲੋਂ ਹੀ ਇੱਕ ਨਵਾਂ ਅਨੁਭਵ ਸੀ, ਜਿਸ ਤੋਂ ਪ੍ਰੇਰਨਾ ਲੈ ਕੇ ਮੈਨੂੰ ਪਤਨੀ ਨਾਲ ਭਾਰਤ ਦੇ ਸਾਰੇ ਵੱਡੇ ਸ਼ਹਿਰ ਅਤੇ ਸੰਸਾਰ ਦੇ ਲਗਭਗ 40 ਦੇਸ਼ ਘੁੰਮਣ ਦਾ ਅਵਸਰ ਮਿਲਿਆ ਹੈ। ਮਨੁੱਖ 3 ਢੰਗਾਂ ਨਾਲ ਗਿਆਨ ਪ੍ਰਾਪਤ ਕਰਦਾ ਹੈ: ਆਪਣੇ ਅਨੁਭਵਾਂ ਰਾਹੀਂ, ਪੁਸਤਕਾਂ ਰਾਹੀਂ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਰਾਹੀਂ। ਜੀਵਨ ਵਿੱਚ ਮੈਨੂੰ ਬਚਪਨ ਤੋਂ ਹੀ ਬਾਲ ਮਜ਼ਦੂਰੀ ਕਾਰਨ ਭਾਂਤ-ਭਾਂਤ ਦੇ ਲੋਕਾਂ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਦਾ ਰਿਹਾ। ਇਹ ਵਿਅਕਤੀ ਮੁੱਖ ਤੌਰ 'ਤੇ 3 ਪ੍ਰਕਾਰ ਦੇ ਹੁੰਦੇ: ਮਿਹਰਬਾਨ, ਮਾਲਕ ਨੌਕਰ ਦੀ ਸੋਚ ਵਾਲੇ ਤੇ ਅਜਨਬੀ। ਲਗਭਗ 25 ਕੰਮ ਕਰਨ ਦੇ ਦੌਰਾਨ ਮਿਲਣ ਵਾਲੇ ਕੁਝ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਇਨਸਾਨੀ ਗੁਣਾਂ ਦੀ ਘਾਟ ਸੀ। ਅਜਿਹੇ ਵਧੇਰੇ ਸਨ ਜਿਹੜੇ ਆਪਣੇ ਸਵਾਰਥ ਤੱਕ ਸੀਮਤ ਸਨ। ਕੁਝ ਅਜਿਹੇ ਵੀ ਸਨ ਜਿਹੜੇ ਆਪਣੇ ਨਾਲੋਂ ਹੋਰਾਂ ਦਾ ਧਿਆਨ ਵਧੇਰੇ ਰੱਖਦੇ ਸਨ। ਜਿਹੜਾ ਵੀ ਮਿਲਿਆ ਕੁਝ ਸਿਖਾ ਕੇ ਹੀ ਗਿਆ। ਇਹਨਾਂ ਵਿਅਕਤੀਆਂ ਦੇ ਸੁਭਾਅ ਅਤੇ ਸੋਚ ਦੇ ਆਧਾਰ 'ਤੇ ਮੈਨੂੰ ਇਹਨਾਂ ਦਾ ਮੁਲਾਂਕਣ ਕਰਨ ਦੀ ਲੋੜ ਪਈ ਅਤੇ ਮਨੋਵਿਸ਼ਲੇਸ਼ਣ ਕਰਨ ਦੀ ਜਾਂਚ ਆਈ। ਪੁਰਸ਼ਾਂ ਦੇ ਮੁਕਾਬਲੇ ਮਿਲਣ ਵਾਲੀਆਂ ਇਸਤਰੀਆਂ ਵਧੇਰੇ ਦਿਲਚਸਪ ਅਤੇ ਗੁੰਝਲਦਾਰ ਸਨ। ਕੁਝ ਲੜਾਕੀਆਂ ਅਤੇ ਨਿਰਮੋਹੀ ਸਨ, ਪਰ ਬਹੁਤੀਆਂ ਮਮਤਾ ਦੀਆਂ ਮੂਰਤੀਆਂ ਸਨ। ਕਈ ਸੋਹਣੀਆਂ, ਸੁਨੱਖੀਆਂ, ਸਿਆਣੀਆਂ ਅਤੇ ਮਿਹਰਬਾਨ ਇਸਤਰੀਆਂ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਿਆ। ਕਈਆਂ ਨੂੰ ਮੈਂ ਪਿਆਰ ਕੀਤਾ, ਪਰ ਕਿਸੇ ਨੇ ਮੈਨੂੰ ਪਿਆਰ ਕਰਨ ਯੋਗ ਨਹੀਂ ਸਮਝਿਆ। ਇਹ ਮਾਯੂਸੀ ਅਤੇ ਉਦਾਸੀ ਕਾਰਨ ਪਏ ਘਾਟੇ ਨੂੰ ਨਫ਼ੇ ਵਿੱਚ ਬਦਲਣ ਲਈ
ਮੈਂ ਫਿਲਾਸਫੀ ਵੱਲ ਝੁਕਿਆ। ਮੇਰੇ ਉੱਤੇ ਮੇਰੀ ਮਾਂ ਦਾ ਵਿਸ਼ਾਲ ਪ੍ਰਭਾਵ ਰਿਹਾ ਹੈ। ਮੈਂ ਪਤਨੀ ਦੀ ਮਿਹਰਬਾਨ ਨਿਗਰਾਨੀ ਦਾ ਸੁੱਖ ਮਾਣਿਆ ਹੈ। ਸਾਡਾ ਪਹਿਲਾ ਬੱਚਾ ਧੀ ਸੀ, ਜਿਹੜੀ ਸਿਆਣੀ, ਮਿਹਨਤੀ ਅਤੇ ਅਗਵਾਈ ਕਰਨ ਵਾਲੀਆਂ ਆਦਤਾਂ ਕਾਰਨ ਪਰਿਵਾਰ ਵਿੱਚ ਨੈਤਿਕ ਅਨੁਸ਼ਾਸਨ ਦੀ ਪਾਲਣਹਾਰ ਰਹੀ। ਸਾਨੂੰ ਇੱਕ ਧੀ ਅਤੇ 2 ਪੁੱਤਰਾਂ ਨੂੰ ਪਾਲਣ ਦੀ ਮੌਜ ਅਤੇ ਇਨਸਾਨ ਬਣਾਉਣ ਦਾ ਅਵਸਰ ਮਿਲਿਆ ਹੈ। ਜੀਵਨ ਵਿੱਚ ਅਧਿਆਪਕ ਅਤੇ ਲੇਖਕ ਵਜੋਂ ਮੈਨੂੰ ਅਨੇਕਾਂ ਦਿਲਚਸਪ ਪੁਰਸ਼ਾਂ ਅਤੇ ਇਸਤਰੀਆਂ ਦੇ ਸੰਪਰਕ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਦਾ ਪ੍ਰਭਾਵ ਗ੍ਰਹਿਣ ਕਰਨ ਅਤੇ ਪ੍ਰਾਪਤ ਕੀਤੀ ਸੋਝੀ ਨੂੰ ਪ੍ਰਗਟਾਉਣ ਦੀ ਸਹੂਲਤ ਮੈਂ ਨਿਰੰਤਰ ਮਾਣੀ ਹੈ। ਮੇਰਾ ਅਨੁਭਵ ਰਿਹਾ ਹੈ ਕਿ ਜੇ ਤੁਸੀਂ ਜੀਵਨ ਵਿੱਚ ਕੁਝ ਮਹੱਤਵਪੂਰਨ ਕਰਨਾ ਹੈ ਤਾਂ ਉਸ ਵਾਸਤੇ ਸਮਾਂ ਅਤੇ ਸ਼ਕਤੀ ਜੁਟਾਉਣ ਲਈ ਬਹੁਤ ਕੁਝ ਤਿਆਗਣਾ ਵੀ ਪੈਂਦਾ ਹੈ। ਇਸ ਪੱਖ ਤੋਂ ਵਿਅਕਤੀ ਦੀਆਂ ਆਦਤਾਂ, ਕੰਮ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਅਤੇ ਉਸ ਦੀਆਂ ਤਰਜੀਹਾਂ ਬੜੇ ਮਹੱਤਵਪੂਰਨ ਪੱਖ ਹੁੰਦੀਆਂ ਹਨ। ਮੈਨੂੰ ਬਚਪਨ ਤੋਂ ਹੀ ਸੁਬਖਤੇ ਜਾਗਣ ਅਤੇ ਨਹਾ ਧੋ ਕੇ ਤਿਆਰ ਹੋਣ ਦੀ ਲੋੜ ਅਤੇ ਆਦਤ ਰਹੀ ਹੈ। ਸਵੇਰੇ ਸੈਰ ਕਰਨ ਦਾ ਮੈਂ ਸਦਾ ਆਨੰਦ ਮਾਣਿਆ ਹੈ। ਮੈਨੂੰ ਇਕੱਲਿਆਂ ਚੁੱਪ ਕਰਕੇ ਵਿਚਰਨਾ ਅਤੇ ਨਿਗਰਾਨੀ ਤੋਂ ਮੁਕਤ ਕੰਮ ਕਰਨਾ ਚੰਗਾ ਲੱਗਦਾ ਹੈ। ਗਰਮੀਆਂ ਸਰਦੀਆਂ ਵਿੱਚ ਸਵੇਰੇ 7:30 ਵਜੇ ਤੋਂ ਪਹਿਲਾਂ ਨਾਸ਼ਤਾ ਕਰਕੇ 8 ਵਜੇ ਤੱਕ ਸਵੇਰ ਦਾ ਨਿਤਨੇਮ ਪੂਰਾ ਕਰਨ ਦਾ ਮੇਰਾ ਸੁਭਾਅ ਰਿਹਾ ਹੈ। ਮੈਂ ਟੈਲੀਵਿਜ਼ਨ ਅਤੇ ਆਮ ਫਿਲਮਾਂ ਬਹੁਤ ਘੱਟ ਦੇਖਦਾ ਹਾਂ। ਮੇਰੀਆਂ ਖਾਣ ਪੀਣ ਦੀਆਂ ਆਦਤਾਂ ਬੜੀਆਂ ਸਾਦੀਆਂ, ਉਦਾਰ ਅਤੇ ਸਹਿਯੋਗੀ ਹਨ। ਕਿਸੇ ਚੀਜ਼ ਤੋਂ ਇਨਕਾਰ ਨਹੀਂ, ਪਰ ਕਿਸੇ ਚੀਜ਼ ਲਈ ਤਾਂਘ ਵੀ ਨਹੀਂ। ਰਾਜਨੀਤਿਕ ਅਤੇ ਧਾਰਮਿਕ ਵਿਵਾਦਾਂ ਵਿੱਚ ਮੇਰੀ ਦਿਲਚਸਪੀ ਨਹੀਂ। ਲਿਖਣ ਜਾਂ ਪੜ੍ਹਨ ਵਾਸਤੇ ਮੈਨੂੰ ਮੂਡ ਬਣਾਉਣ ਦੀ ਲੋੜ ਨਹੀਂ ਪੈਂਦੀ। ਬਹੁਤਾ ਸਮਾਂ ਮੈਂ ਘਰ ਵਿਚਲੇ ਆਪਣੇ ਕਮਰੇ ਵਿੱਚ ਪ੍ਰਸੰਨਤਾ ਨਾਲ ਵਿਚਰਦਾ ਹਾਂ। ਮੈਨੂੰ ਪਤਵੰਤਿਆਂ ਦੀ ਥਾਂ ਸਧਾਰਨ ਇਸਤਰੀਆਂ ਅਤੇ ਪੁਰਸ਼ ਚੰਗੇ ਲੱਗਦੇ ਹਨ। ਸਮੁੱਚੇ ਰੂਪ ਵਿੱਚ ਮੈਂ ਸਧਾਰਨ, ਸਰਲ ਅਤੇ ਸੰਜਮੀ ਆਦਤਾਂ ਵਾਲਾ ਔਸਤ ਵਿਅਕਤੀ ਹਾਂ। ਇਵੇਂ ਤੁਹਾਡੇ ਹੱਥ ਵਿੱਚ ਇਸ ਸਧਾਰਨ ਵਿਅਕਤੀ ਦੀ ਸਵੈ ਜੀਵਨੀ ਹੈ। ਸਵੈ ਜੀਵਨੀ ਲਿਖਣ ਦੇ ਪੱਖੋਂ ਮੇਰੇ ਸਾਹਮਣੇ ਕਈ ਸਵੈ ਜੀਵਨੀਆਂ ਹਨ। ਮਨੋਵਿਗਿਆਨ ਦੇ ਪਿਤਾਮਾ ਅਤੇ ਨਿਰਮਾਤਾ ਫਰਾਇਡ ਦੀ ਉਦਾਹਰਣ ਤੋਂ ਮੈਂ ਪ੍ਰਭਾਵਿਤ ਸਾਂ, ਜਿਸ ਨੇ ਮੈਨੂੰ ਆਪਣੇ ਜੀਵਨ ਦੇ ਅਨੁਭਵਾਂ ਅਤੇ ਘਟਨਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਮਨੋਵਿਗਿਆਨ ਉਸਾਰ ਦਿੱਤਾ ਸੀ ਅਤੇ ਸੰਸਾਰ ਵਿੱਚ ਮਨੁੱਖੀ ਮਨ ਅਤੇ ਵਿਹਾਰ ਨੂੰ ਸਮਝਣ ਦਾ ਢੰਗ ਹੀ ਬਦਲ ਦਿੱਤਾ ਸੀ। ਮਨੋਵਿਗਿਆਨ ਨੇ ਸਿੱਖਿਆ, ਚਿਕਿਤਸਾ, ਸਾਹਿਤ, ਇਸਤਰੀ ਪੁਰਖ ਸੰਬੰਧਾਂ ਸਮੇਤ ਜੀਵਨ ਦੇ ਹਰੇਕ ਖੇਤਰ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਮਨੋਵਿਗਿਆਨ ਦੇ ਵਿਕਸਿਤ ਹੋਣ ਨਾਲ ਹੁਣ ਹਰੇਕ ਸਮੱਸਿਆ ਅਤੇ ਵਿਹਾਰ ਦੀ ਹਰੇਕ ਵੰਨਗੀ 'ਤੇ ਮਨੋਵਿਗਿਆਨਕ ਪੱਖ ਵੀ ਵਿਚਾਰੇ ਜਾਣ ਲੱਗ ਪਏ ਹਨ। ਮੈਨੂੰ ਫਿਲਾਸਫੀ ਦਾ ਵਿਧੀਵਤ ਅਧਿਐਨ ਕਰਨ ਦਾ ਅਵਸਰ ਮਿਲਿਆ, ਜਿਸ ਵਿੱਚ ਮਨੋਵਿਗਿਆਨ ਦਾ ਵਿਸਤ੍ਰਿਤ ਅਧਿਐਨ ਵੀ ਸ਼ਾਮਲ ਸੀ, ਜਿਸ ਸਦਕਾ ਮੈਨੂੰ ਆਲੇ ਦੁਆਲੇ ਦੇ ਲੋਕਾਂ ਦੀਆਂ ਮਾਨਸਿਕ ਅਤੇ ਵਿਹਾਰਕ ਸਮੱਸਿਆਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਰਿਹਾ ਹੈ। ਇਸ ਪੱਖੋਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਸਮਾਜਿਕ, ਸੱਭਿਆਚਾਰਕ, ਦਾਰਸ਼ਨਿਕ ਅਤੇ ਮਨੋਵਿਗਿਆਨਿਕ ਪੱਖਾਂ ਤੋਂ ਜੀਵਨ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਸਮੁੱਚੇ ਰੂਪ ਵਿੱਚ ਮੈਂ ਮਨੁੱਖੀ ਵਿਹਾਰ ਦੇ ਵੱਖ-ਵੱਖ ਪੱਖਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਜੇ ਵਿਸ਼ੇ ਮੇਰੇ ਸਨ ਤਾਂ ਉਹਨਾਂ ਦੀ ਪੇਸ਼ਕਾਰੀ ਅਤੇ ਸ਼ੈਲੀ ਵੀ ਮੇਰੀ ਹੋਣੀ ਸੁਭਾਵਿਕ ਸੀ। ਮਨੋਵਿਗਿਆਨਿਕ ਅਤੇ ਦਾਰਸ਼ਨਿਕ ਛੂਹਾਂ ਵਾਲੇ ਇਸ ਢੰਗ ਨੂੰ ਨਵਾਂ ਕਿਹਾ ਜਾਵੇ ਤਾਂ ਇਹਨਾਂ ਦੀ ਪੇਸ਼ਕਾਰੀ ਨੂੰ ਵੀ ਸੱਜਰਾ ਕਿਹਾ ਜਾਣਾ ਚਾਹੀਦਾ ਹੈ। ਫਰਾਇਡ ਦੇ ਮਨੋਵਿਗਿਆਨ ਨੇ ਹਰੇਕ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਵਿੱਚ ਉਲਝਿਆ
ਬਿਮਾਰ ਦਿਖਾਇਆ ਹੈ, ਪਰੰਤੂ ਮੇਰਾ ਯਤਨ ਰਿਹਾ ਹੈ ਕਿ ਮਨੁੱਖ ਨੂੰ ਆਪਣੀਆਂ ਉਲਝਣਾਂ, ਸਮੱਸਿਆਵਾਂ ਅਤੇ ਮੁਸ਼ਕਲਾਂ ਹੱਲ ਕਰਨ ਦੇ ਸਮਰੱਥ ਬਣਾਇਆ ਜਾਵੇ। ਜਦੋਂ ਅਤੇ ਜਿਨ੍ਹਾਂ ਲਈ ਮੈਂ ਲਿਖ ਰਿਹਾ ਸਾਂ, ਉਸ ਸਮੇਂ ਅਤੇ ਉਹਨਾਂ ਲਈ ਅਜਿਹੇ ਢੰਗ ਦੀ ਲੋੜ ਸੀ। ਇਸ ਉਦੇਸ਼ ਦੀ ਪੂਰਤੀ ਲਈ ਮੈਂ ਆਸ਼ਾਵਾਦੀ, ਹਾਂ ਪੱਖੀ, ਚੜ੍ਹਦੀ ਕਲਾ ਵਾਲੇ ਸਿਦਕ-ਸਿਰੜ ਅਤੇ ਦ੍ਰਿੜਤਾ ਵਾਲੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਜਿਉਂ-ਜਿਉਂ ਮੈਂ ਆਪਣੇ ਜੀਵਨ ਦੀਆਂ ਸਮੱਸਿਆਵਾਂ, ਮੁਸ਼ਕਿਲ ਸਥਿਤੀਆਂ ਅਤੇ ਸੰਕਟਾਂ ਨੂੰ ਹੱਲ ਕਰਦਾ ਗਿਆ ਹਾਂ, ਤਿਉਂ-ਤਿਉਂ ਮੇਰੀ ਸਮਝ ਦਾ ਘੇਰਾ, ਸਮਰੱਥਾ, ਮਨੋਬਲ ਅਤੇ ਸਵੈ ਵਿਸ਼ਵਾਸ ਵੱਧਦਾ ਗਿਆ ਹੈ। ਮੈਂ ਇੱਕ ਔਸਤ ਯੋਗਤਾਵਾਂ ਅਤੇ ਅਯੋਗਤਾਵਾਂ ਵਾਲਾ ਵਿਅਕਤੀ ਹਾਂ ਅਤੇ ਮੈਂ ਆਪਣੇ ਅਨੁਭਵਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਤਾਂ ਕਿ ਹਰੇਕ ਔਸਤ ਵਿਅਕਤੀ ਇਹਨਾਂ ਵਿੱਚੋਂ ਆਪਣੇ ਜੀਵਨ ਦੇ ਵੇਰਵੇ ਪੜ੍ਹ ਸਕੇ। ਹਰੇਕ ਵਿਅਕਤੀ ਦਾ ਲਗਭਗ 90% ਜੀਵਨ ਹੋਰਾਂ ਵਰਗਾਂ ਅਤੇ ਸਮੁੱਚੀ ਮਾਨਵ ਜਾਤੀ ਨਾਲ ਸਾਂਝਾ ਹੁੰਦਾ ਹੈ। ਇਸ ਪੱਖ ਤੋਂ ਮੇਰੇ ਸੌਣ ਜਾਗਣ, ਖਾਣ ਪੀਣ, ਮਿਲ ਵਰਤਨ, ਜਿੱਤਣ ਹਾਰਨ, ਕਮਾਉਣ ਖਰਚਣ, ਪ੍ਰਸੰਨ ਉਦਾਸ ਹੋਣ ਦੇ ਵੇਰਵੇ ਹੋਰਾਂ ਨਾਲ ਸਾਂਝੇ ਹਨ। ਅੰਤਰ ਕੇਵਲ ਇਹ ਹੈ ਕਿ ਪ੍ਰੋਫੈਸਰ ਹੋਣ ਕਾਰਨ ਪੜ੍ਹਨਾ, ਪੜ੍ਹਾਉਣਾ ਅਤੇ ਲਿਖਣਾ ਮੇਰਾ ਅਭਿਆਸ ਅਤੇ ਕਰਤੱਵ ਬਣਿਆ ਹੋਇਆ ਹੈ, ਕਿਉਂਕਿ ਇਹਨਾਂ ਬਾਰੇ ਮੈਂ ਸੋਚਦਾ ਹਾਂ ਅਤੇ ਇਹਨਾਂ ਦਾ ਮੈਂ ਵਿਸ਼ਲੇਸ਼ਣ ਕਰਦਾ ਹਾਂ। ਉਂਝ ਲਿਖ ਤੁਸੀਂ ਵੀ ਸਕਦੇ ਹੋ, ਪਰ ਤੁਸੀਂ ਲਿਖਦੇ ਨਹੀਂ, ਕਿਉਂਕਿ ਇਹਨਾਂ ਪੱਖਾਂ ਬਾਰੇ ਸੋਚਣ ਅਤੇ ਲਿਖਣ ਦੀ ਤੁਹਾਨੂੰ ਮਹਾਰਤ ਨਹੀਂ, ਪਰ ਇਹਨਾਂ ਮਹਾਰਤਾਂ ਤੋਂ ਇਲਾਵਾ ਸਾਡਾ ਸਭ ਕੁਝ ਸਾਂਝਾ ਹੈ। ਇਹ ਸਾਂਝ ਕਰਕੇ ਹੀ ਮੇਰਾ ਲਿਖਿਆ ਤੁਹਾਨੂੰ ਸਮਝ ਆਉਂਦਾ ਹੈ ਅਤੇ ਮੇਰਾ ਲਿਖਿਆ ਤੁਹਾਨੂੰ ਆਪਣਾ ਲੱਗਦਾ ਹੈ। ਇਸ ਪੱਖ ਤੋਂ ਮੇਰਾ ਤੁਹਾਡੇ ਨਾਲ ਅਤੇ ਤੁਹਾਡਾ ਮੇਰੇ ਨਾਲ ਲੇਖਕ ਪਾਠਕ ਦਾ ਗੂੜ੍ਹਾ ਸਹਿਯੋਗੀ ਅਤੇ ਲਾਭਕਾਰੀ ਰਿਸ਼ਤਾ ਹੈ। ਜਿਹੜੇ ਅਨੁਭਵ ਮੈਂ ਸ਼ਿੱਦਤ ਨਾਲ ਮਹਿਸੂਸ ਕਰਕੇ ਹੰਢਾ ਕੇ ਲਿਖਦਾ ਰਿਹਾ ਹਾਂ, ਉਹਨਾਂ ਵਿੱਚ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਵੱਧ ਜਾਂਦੀ ਰਹੀ ਹੈ। ਜਿਹੜੇ ਅਨੁਭਵ ਲੇਖਕ ਦੇ ਦਿਲ ਵਿੱਚੋਂ ਉਪਜਦੇ ਹਨ, ਉਹ ਪਾਠਕ ਦੇ ਦਿਲ ਨੂੰ ਛੂਹੰਦੇ ਹਨ। ਇਸ ਸਾਂਝ ਸਦਕਾ ਲੇਖਕ ਅਤੇ ਪਾਠਕ ਇੱਕ ਦੂਜੇ ਦੇ ਨੇੜੇ ਆਉਂਦੇ ਹਨ। ਇਵੇਂ ਤੁਸੀਂ ਅਨੁਭਵਾਂ ਦੇ ਭਾਈਵਾਲ ਹੋ ਅਤੇ ਮੈਂ ਤੁਹਾਡੀਆਂ ਭਾਵਨਾਵਾਂ ਦਾ ਪ੍ਰਤੀਨਿਧ ਹਾਂ। ਸਵੈ ਜੀਵਨੀ ਲਿਖਣ ਵਾਲੇ ਦੀ ਆਪਣੀ ਮੈਂ ਦਾ ਆਪ ਹੀ ਕੀਤਾ ਵਿਸ਼ਲੇਸ਼ਣ ਹੁੰਦੀ ਹੈ। ਇੱਕ ਨੇ ਆਪਣੀ ਸਵੈ ਜੀਵਨੀ ਇੱਕ ਵਾਕ ਵਿੱਚ ਹੀ ਨਿਪਟਾ ਦਿੱਤੀ ਸੀ। 40 ਰੁਪਏ, 40 ਸਾਲ ਤੇ 40 ਕਰੋੜ। ਹਰੇਕ ਵਿਅਕਤੀ ਦੇ ਜੀਵਨ ਵਿੱਚ ਇਤਨਾ ਕੁਝ ਵਾਪਰਦਾ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਸਵੈ ਜੀਵਨੀ ਲਿਖਣੀ ਚਾਹੀਦੀ ਹੈ। ਸਵੈ ਜੀਵਨੀ ਦੇ ਵੇਰਵੇ ਹਰ ਕਿਸੇ ਕੋਲ ਹੁੰਦੇ ਹਨ, ਪਰ ਇਹਨਾਂ ਵੇਰਵਿਆਂ ਨੂੰ ਤਰਤੀਬ ਦੇਣ ਦੀ ਜਾਂਚ ਨਹੀਂ ਹੁੰਦੀ। ਸਧਾਰਨ ਵਿਅਕਤੀ ਲਈ ਕੁਝ ਵਾਕਾਂ ਦੀ ਚਿੱਠੀ ਲਿਖਣੀ ਵੀ ਮੁਸ਼ਕਲ ਹੁੰਦੀ ਹੈ, ਜਦੋਂ ਕਿ ਨਾਵਲਕਾਰ ਕਈ 100 ਪੰਨਿਆਂ ਦਾ ਨਾਵਲ ਰਚ ਦਿੰਦਾ ਹੈ। ਸਵੈ ਜੀਵਨੀ ਲਿਖਣ ਦਾ ਨਿਰਣਾ 2 ਆਧਾਰਾਂ 'ਤੇ ਕੀਤਾ ਜਾਂਦਾ ਹੈ। ਪਹਿਲਾ ਆਧਾਰ ਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਕੁਝ ਨਿਵੇਕਲਾ ਵਾਪਰਿਆ ਹੈ, ਜਿਹੜਾ ਹੋਰਾਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਦੂਜਾ ਆਧਾਰ ਇਹ ਹੁੰਦਾ ਹੈ ਕਿ ਜੋ ਮੇਰੇ ਨਾਲ ਵਾਪਰਿਆ ਹੈ ਅਤੇ ਉਸ ਤੋਂ ਮੈਂ ਜੋ ਸਿੱਖਿਆ ਹੈ, ਕਿ ਉਸ ਨੂੰ ਜਾਣਨ ਦੀ ਹੋਰਾਂ ਵਿੱਚ ਦਿਲਚਸਪੀ ਹੋ ਸਕਦੀ ਹੈ, ਕਿ ਹੋਰਾਂ ਨੂੰ ਵੀ ਮੇਰੇ ਅਨੁਭਵਾਂ ਵਿੱਚੋਂ ਲਾਭਕਾਰੀ ਅਤੇ ਮਹੱਤਵਪੂਰਨ ਤੱਤ ਅਤੇ ਅਰਥ ਲੱਭ ਸਕਦੇ ਹਨ। ਇਹਨਾਂ ਦੋਹਾਂ ਆਧਾਰਾਂ ਦਾ ਸਾਂਝਾ ਪ੍ਰਸ਼ਨ ਇਹ ਬਣਦਾ ਹੈ ਕਿ ਮੈਂ ਆਪਣੇ ਜੀਵਨ ਦੇ ਵੇਰਵਿਆਂ ਦਾ ਅਰਥਪੂਰਨ ਵਿਸ਼ਲੇਸ਼ਣ ਕਰਕੇ ਨਿਸ਼ਕਰਸ਼ ਕੱਢ ਸਕਦਾ ਹਾਂ। ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਜੀਵਨ ਵਿੱਚ ਬਹੁਤ ਕੁਝ ਅਜਿਹਾ ਵਾਪਰਿਆ ਹੈ ਜੋ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ। ਇਸ ਅਹਿਸਾਸ ਅਤੇ ਭਾਵਨਾ ਨੇ ਹੀ ਮੈਨੂੰ ਆਪਣੀ ਸਵੈ ਜੀਵਨੀ ਲਿਖਣ ਲਈ ਪ੍ਰੇਰਿਆ ਹੈ, ਜਿਸ ਨੂੰ ਤੁਸੀਂ ਪੜ੍ਹਨ ਦੀ ਖੇਚਲ ਕਰ ਰਹੇ ਹੋ। ਹਰੇਕ ਲੇਖਕ ਅਕਸਰ ਆਪਣੀ ਸਵੈ ਜੀਵਨੀ ਵਿੱਚ ਆਪਣੀ ਕਿਸੇ ਘਾਟ ਨੂੰ ਪੂਰਨ ਜਾਂ ਆਪਣੀ ਕਿਸੇ ਉਣ ਨੂੰ ਢੱਕਣ ਦਾ ਕਾਰਜ ਕਰਦਾ ਹੈ। ਅੰਗਰੇਜ਼ੀ ਦਾ ਪ੍ਰਸਿੱਧ ਗਲਪਕਾਰ ਸਮਰਸੈਟ ਮਾਮ ਅੰਗਰੇਜ਼ੀ ਨਾਵਲ ਨਾਲ ਮੇਰੀ ਮੁੱਢਲੀ ਜਾਣ ਪਛਾਣ ਸਮੇਂ ਮੇਰਾ ਹਰਮਨ ਪਿਆਰਾ ਨਾਵਲਕਾਰ ਸੀ। ਉਹ ਥਥਲਾਉਂਦਾ ਸੀ, ਜਿਸ ਕਾਰਨ ਇਸ ਉਣ ਤੋਂ ਉਪਜੀ ਹੀਣ ਭਾਵਨਾ ਨੂੰ ਛੁਪਾਉਣ ਲਈ ਉਹ ਆਪਣੇ ਘਰ ਅੰਦਰ ਰਹਿ ਕੇ ਪਿਤਾ ਦੀ ਘਰ ਅੰਦਰ ਉਸਾਰੀ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਆਪਣੀ ਵੀ ਸੋਚਣਾ ਅਤੇ ਲਿਖਣਾ ਆਰੰਭ ਕੀਤਾ।
ਹੌਲੀ-ਹੌਲੀ ਉਸ ਦਾ ਇੱਕ ਵਿਸ਼ਾਲ ਪਾਠਕ ਵਰਗ ਉਸਰਿਆ ਅਤੇ ਉਹ ਅੰਗਰੇਜ਼ੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਬਣ ਗਿਆ। ਇਸ ਪ੍ਰਸਿੱਧੀ ਨਾਲ ਉਸਰੇ ਸਵੈ ਵਿਸ਼ਵਾਸ ਕਾਰਨ ਉਸ ਦਾ ਥਥਲਾਉਣਾ ਵੀ ਠੀਕ ਹੋ ਗਿਆ। ਇਵੇਂ ਉਸ ਲਈ ਸਾਹਿਤ ਰਚਨਾ ਇੱਕ ਇਲਾਜੀ ਪ੍ਰਕਿਰਿਆ ਸਾਬਤ ਹੋਈ। ਸਾਹਿਤ ਪੜ੍ਹਨਾ ਅਤੇ ਸਾਹਿਤ ਰਚਨਾ ਦੋਵੇਂ ਕਾਰਜ ਵਿਅਕਤੀ ਦੀ ਸ਼ਖਸੀਅਤ ਨੂੰ ਉਸਾਰਨ, ਨਿਖਾਰਨ ਅਤੇ ਪ੍ਰਭਾਵਿਤ ਕਰਨ ਦਾ ਕਾਰਜ ਕਰਦੇ ਹਨ। ਮੇਰਾ ਆਪਣਾ ਅਨੁਭਵ ਰਿਹਾ ਹੈ ਕਿ ਮੈਂ ਜਿਉਂ-ਜਿਉਂ ਲਿਖਦਾ ਗਿਆ ਤਿਉਂ-ਤਿਉਂ ਪਾਠਕਾਂ ਦੇ ਹੁੰਗਾਰੇ ਨਾਲ ਮੇਰਾ ਸਵੈ ਵਿਸ਼ਵਾਸ ਵਧਿਆ ਅਤੇ ਮੈਂ ਨਵੇਂ ਅਣਛੋਹੇ ਵਿਸ਼ਿਆਂ 'ਤੇ ਲਿਖਣ ਦੇ ਪ੍ਰਯੋਗ ਕਰਦਾ ਰਿਹਾ, ਜਿਸ ਸਦਕਾ 40 ਸਾਲਾਂ ਦੌਰਾਨ ਮੈਂ ਲਗਭਗ 400 ਲੇਖ ਲਿਖੇ ਹਨ ਅਤੇ ਆਪਣੇ ਅਨੁਭਵਾਂ ਉੱਤੇ ਆਧਾਰਿਤ ਜੀਵਨ ਸੰਬੰਧੀ ਟਿੱਪਣੀਆਂ ਦੇ ਮਾਲਾ ਮਣ ਕੇ ਕਲੀਆਂ ਦਾ ਕਾਫਲਾ ਜਿਹੇ 5 ਸੰਗ੍ਰਹਿ ਲਿਖੇ ਹਨ। ਮੈਂ ਮਾਣ ਨਾਲ ਲਿਖ ਰਿਹਾ ਹਾਂ ਕਿ ਮੈਂ ਉਹਨਾਂ ਵਿਸ਼ਿਆਂ ਅਤੇ ਜੀਵਨ ਦੇ ਅਜਿਹੇ ਪੱਖਾਂ ਬਾਬਤ ਲਿਖਿਆ ਹੈ ਜਿਨ੍ਹਾਂ ਬਾਰੇ ਪਹਿਲਾਂ ਨਹੀਂ ਲਿਖਿਆ ਗਿਆ। ਇਸ ਪੱਖੋਂ ਪੰਜਾਬੀ ਵਿੱਚ ਇਹ ਨਿਵੇਕਲਾ ਉਪਰਾਲਾ ਸੀ। ਜੇ ਕੋਈ ਮੇਰੀਆਂ ਲਿਖਤਾਂ ਦਾ ਵਿਉਂਤ ਬਣਾ ਕੇ ਅਧਿਐਨ ਕਰੇ ਤਾਂ ਉਹ ਵੀ ਲੇਖਕ ਬਣ ਜਾਏਗਾ। ਲਿਖਣਾ ਲੇਖਕ ਲਈ ਜੀਵਨ ਦੇ ਦਬਾਵਾਂ ਤਣਾਵਾਂ ਤੋਂ ਮੁਕਤ ਹੋਣ ਦਾ ਉਪਰਾਲਾ ਹੁੰਦਾ ਹੈ। ਸਾਹਿਤਕਾਰ ਸਧਾਰਨ ਵਿਅਕਤੀਆਂ ਦੀ ਤੁਲਨਾ ਵਿੱਚ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਹਨਾਂ ਵਿੱਚ ਰਚਨਾਤਮਕ ਊਰਜਾ ਵਧੇਰੇ ਹੁੰਦੀ ਹੈ, ਜਿਹੜੀ ਉਹਨਾਂ ਨੂੰ ਕੋਈ ਰਚਨਾਤਮਕ ਕਾਰਜ ਕਰਨ ਲਈ ਮਜਬੂਰ ਕਰਦੀ ਹੈ। ਲਿਖਣ ਵਾਂਗ ਪੜ੍ਹਨਾ ਵੀ ਸੰਵੇਦਨਸ਼ੀਲ ਵਿਅਕਤੀਆਂ ਦੀ ਲੋੜ ਬਣ ਜਾਂਦੀ ਹੈ। ਮੈਨੂੰ ਯਾਦ ਹੈ ਕਿ ਕਈ ਪੁਸਤਕਾਂ ਨੂੰ ਪੜ੍ਹਨਾ ਮੇਰੀ ਜ਼ਿੰਦਗੀ ਵਿੱਚ ਬੜਾ ਮਹੱਤਵਪੂਰਨ ਹੁਲਾਰਾ ਸਾਬਤ ਹੋਇਆ ਸੀ। ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ ਬੜਾ ਉਤਸ਼ਾਹਪੂਰਨ ਕਾਰਜ ਸੀ। ਇਵੇਂ ਹੀ ਲੁਡਵਿਗ ਰਚਿਤ ਨਪੋਲੀਅਨ ਦੀ ਜੀਵਨੀ, ਮੋਨਤੇਨ ਰਚਿਤ ਉਸ ਦੇ ਲੇਖ ਤੇ ਟੋਇਨਬੀ ਰਚਿਤ ਵਿਸ਼ਵ ਸੱਭਿਅਤਾ ਦਾ ਇਤਿਹਾਸ ਤੇ ਗਿਬਨ ਰਚਿਤ ਰੋਮਨ ਬਾਦਸ਼ਾਹਤ ਦੇ ਪਤਨ ਦੇ ਵੇਰਵੇ ਪੜ੍ਹਨੇ ਮੇਰੇ ਜੀਵਨ ਦਾ ਸੁਭਾਗ ਰਹੇ ਹਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਫਿਲਾਸਫੀ ਦੀ MA ਕਰ ਰਿਹਾ ਸਾਂ ਤਾਂ ਮੈਂ ਬੜੇ ਉਤਸ਼ਾਹ ਅਤੇ ਉਮਾਹ ਵਿੱਚ ਹੋਇਆ ਕਰਦਾ ਸਾਂ ਅਤੇ ਉਸ ਸਮੇਂ ਸੰਗਰੂਰ ਵਿੱਚ ਮੇਰੀ ਅਧਿਆਪਨ ਦੀ ਕਾਰਗੁਜ਼ਾਰੀ ਵੀ ਉਤਸ਼ਾਹ ਵਾਲੀ ਹੁੰਦੀ ਸੀ। ਸਪਸ਼ਟ ਹੈ ਕਿ ਜੇ ਕੋਈ ਕਾਰਜ ਲਗਨ ਅਤੇ ਜੋਸ਼ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਉਸ ਵਿੱਚੋਂ ਸ਼ਕਤੀ ਮਿਲਦੀ ਹੈ। ਇਹਨਾਂ ਵੇਰਵਿਆਂ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੀ ਸੋਚ ਸਵੈ ਜੀਵਨੀ ਲਿਖਣ ਦਾ ਮੇਰਾ ਨਿਰਣਾ ਬਣੀ ਹੈ। ਕਰੋਨਾ ਕਾਰਨ ਲਾਕਡਾਊਨ ਦੇ ਲੰਮੇ ਦੌਰ ਵਿੱਚ ਘਰ ਅੰਦਰ ਰਹਿਣ ਦੀ ਮਜਬੂਰੀ ਦਾ ਲਾਭ ਉਠਾਉਂਦਿਆਂ ਮੈਂ ਆਪਣੀ ਸਵੈ ਜੀਵਨੀ ਦਾ ਖਰੜਾ ਤਿਆਰ ਕਰਦਾ ਰਿਹਾ ਹਾਂ। ਇਸ ਕਾਰਨ ਇਹ ਵੀ ਸੀ ਕਿ ਮੇਰੇ 2 ਪਿਆਰੇ ਮਿੱਤਰ ਕਰੋਨਾ ਦੀ ਭੇਟ ਚੜ੍ਹ ਗਏ ਸਨ ਅਤੇ ਆਪਣੇ ਆਪ ਬਾਰੇ ਵੀ ਮੈਂ ਚਿੰਤਾ ਮੁਕਤ ਨਹੀਂ ਸਾਂ। ਉਂਝ ਲਾਕਡਾਊਨ ਵਾਲਾ ਸਮਾਂ ਬੜੀ ਢਹਿੰਦੀ ਕਲਾ ਵਾਲਾ ਦੌਰ ਸੀ, ਪਰ ਸਵੈ ਜੀਵਨੀ ਦਾ ਖਰੜਾ ਤਿਆਰ ਕਰਨ ਦਾ ਕਾਰਜ ਮੇਰੇ ਲਈ ਢਹਿੰਦੀ ਕਲਾ ਵਿੱਚੋਂ ਉੱਭਰਨ ਲਈ ਇਲਾਜੀ ਪ੍ਰਕਿਰਿਆ ਸੀ। ਜੀਵਨ ਵਿੱਚ ਕਈ ਘਟਨਾਵਾਂ ਅਚਾਨਕ ਵਾਪਰ ਜਾਂਦੀਆਂ ਹਨ, ਪਰ ਉਹਨਾਂ ਦੀ ਚੀਸ ਲੰਮਾ ਅਰਸਾ ਪੈਂਦੀ ਰਹਿੰਦੀ ਹੈ ਅਤੇ ਯਾਦ ਦਹਾਕਿਆਂ ਤੱਕ ਆਉਂਦੀ ਰਹਿੰਦੀ ਹੈ। ਮੇਰੀ ਮਾਂ ਦੱਸਿਆ ਕਰਦੀ ਸੀ ਕਿ ਜਦੋਂ ਰੌਲੇ ਪੈ ਗਏ ਤਾਂ ਉਜਾੜੇ ਵਾਪਰੇ ਅਤੇ ਵਸਦੇ ਰਸਦੇ ਪਰਿਵਾਰ ਸ਼ਰਨਾਰਥੀਆਂ ਦੇ ਲੰਮੇ ਕਾਫਲੇ ਬਣ ਗਏ। ਉਸ ਭੀੜ ਵਿੱਚ ਕਿਸੇ ਨੇ ਸਿਰ 'ਤੇ ਲੋਹੇ ਦਾ ਟਰੰਕ ਚੁੱਕਿਆ ਹੋਇਆ ਸੀ ਅਤੇ ਉਸ ਦੀ ਅਚਾਨਕ ਗਰਦਨ ਮੁੜਨ 'ਤੇ ਟਰੰਕ ਦਾ ਇੱਕ ਕੋਨਾ ਨਾਲ ਤੁਰ ਰਹੇ ਮੇਰੇ ਦਾਦਾ ਜੀ ਦੀ ਅੱਖ ਵਿੱਚ ਵੱਜ ਗਿਆ ਸੀ। ਸ਼ਰਨਾਰਥੀਆਂ ਦੇ ਕਾਫਲੇ ਵਿੱਚ ਕਿਸੇ ਇਲਾਜ ਦਾ ਜਾਂ ਸਹਾਇਤਾ ਦੀ ਕੋਈ ਸੰਭਾਵਨਾ ਨਹੀਂ ਸੀ, ਜਿਸ ਕਾਰਨ ਦਾਦਾ ਜੀ ਦੀ ਪਹਿਲਾਂ ਇੱਕ ਅੱਖ ਅਤੇ ਕੁਝ ਘੰਟਿਆਂ ਮਗਰੋਂ ਦੂਜੀ ਅੱਖ ਤੋਂ ਵੀ ਦਿਸਣਾ ਬੰਦ ਹੋ ਗਿਆ ਸੀ। ਇਸ ਹਾਲਤ ਵਿੱਚ ਦਾਦਾ ਜੀ ਨੂੰ ਸੰਭਾਲਣਾ ਬੜਾ ਮੁਸ਼ਕਲ ਸੀ। ਮੇਰੀ ਮਾਂ ਦੱਸਦੀ ਸੀ ਕਿ ਦਾਦਾ ਜੀ ਨੂੰ ਆਵਾਜ਼ਾਂ ਤਾਂ ਸੁਣਦੀਆਂ ਸਨ, ਪਰ ਦਿਸਦਾ ਕੁਝ ਨਹੀਂ ਸੀ। ਮੈਂ ਕੇਵਲ 2 ਸਾਲ ਦਾ ਸਾਂ। ਮੇਰੀ ਭੈਣ 4 ਸਾਲ ਦੀ ਸੀ ਅਤੇ ਮੇਰਾ ਵੱਡਾ ਭਰਾ 8 ਸਾਲ ਦਾ ਸੀ। ਮੈਨੂੰ ਚੁੱਕਣਾ ਅਤੇ ਤੋਰਨਾ ਦੋਵੇਂ ਮੁਸ਼ਕਲ ਸਨ। ਮੇਰਾ ਭਰਾ ਦੱਸਦਾ ਸੀ ਕਿ ਅਸੀਂ ਲੋਕਾਂ ਦੀ ਭੀੜ ਵਿੱਚ ਤੁਰੀ ਜਾਂਦੇ ਸਾਂ, ਕਿਧਰੇ ਰੁਕਦੇ ਨਹੀਂ ਸਾਂ। ਮਾਪੇ ਸਾਨੂੰ ਪਿੱਛੇ ਰਹਿ ਕੇ
ਪਿੱਛੇ ਰਹਿ ਗਿਆਂ ਨੂੰ ਨਾਲ ਚੱਲਣ ਲਈ ਆਵਾਜ਼ਾਂ ਮਾਰ ਰਹੇ ਸਨ। ਥਕਾਵਟ, ਭੁੱਖ, ਪਿਆਸ ਅਤੇ ਸਹਿਮ ਨਾਲ ਸਾਡਾ ਹੀ ਨਹੀਂ, ਹਰ ਕਿਸੇ ਦਾ ਬੁਰਾ ਹਾਲ ਸੀ। ਸਾਰੇ ਪਰਿਵਾਰ ਵਿਛੜ ਗਏ ਸਨ। ਕਿਸੇ ਨੂੰ ਕਿਸੇ ਹੋਰ ਬਾਰੇ ਖਬਰ ਨਹੀਂ ਸੀ। ਗੁਆਚੇ ਵਿਅਕਤੀ ਅਤੇ ਬੱਚੇ ਲੱਭਣੇ ਸੰਭਵ ਨਹੀਂ ਸਨ। ਮੇਰੀ ਮਾਂ ਦੱਸਦੀ ਸੀ ਕਿ ਦਾਦਾ ਜੀ ਬੜੇ ਸਬਰ ਸੰਤੋਖ ਵਾਲੇ ਵਿਅਕਤੀ ਸਨ। ਜਦੋਂ ਉਹਨਾਂ ਲਈ ਬਿਨਾਂ ਸਹਾਰੇ ਚੱਲਣਾ ਸੰਭਵ ਨਾ ਰਿਹਾ ਤਾਂ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਕਿਹਾ, ਮੇਰੇ ਕਾਰਨ ਤੁਸੀਂ ਹੋਰਾਂ ਨਾਲੋਂ ਨਿਖੜ ਜਾਓਗੇ ਅਤੇ ਮੁਸੀਬਤ ਵਿੱਚ ਘਿਰ ਜਾਓਗੇ। ਮੈਨੂੰ ਇੱਕ ਪਾਸੇ ਲਿਟਾ ਦਿਓ ਤੇ ਆਪ ਲੰਘ ਜਾਓ। ਦਾਦਾ ਜੀ ਦੇ ਅਜਿਹੇ ਸੁਝਾਅ ਨਾਲ ਸਹਿਮਤ ਹੋਣਾ ਮੁਸ਼ਕਲ ਬੜਾ ਸੀ। ਦਾਦਾ ਜੀ ਦੇ ਬਾਰ-ਬਾਰ ਕਹਿਣ ਤੇ ਅੰਤ ਨੂੰ ਮੇਰੇ ਮਾਪਿਆਂ ਨੇ ਹੋਰਾਂ ਦੀ ਮਦਦ ਨਾਲ ਇੱਕ ਖੂਹ ਨਾਲ ਬਣੇ ਥੜੇ ਉੱਤੇ ਦਾਦਾ ਜੀ ਨੂੰ ਬਿਠਾ ਦਿੱਤਾ, ਜਿੱਥੇ ਉਹ ਲੇਟ ਵੀ ਸਕਦੇ ਸਨ। ਇਹੋ ਜਿਹੀ ਘਟਨਾ ਭੁੱਲਣੀ ਅਸੰਭਵ ਹੁੰਦੀ ਹੈ। ਮੇਰੀ ਮਾਂ ਕਿਤਨੇ ਹੀ ਸਾਲ ਇਸ ਗੱਲ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਅਤੇ ਮੇਰੇ ਪਿਤਾ ਜੀ ਇਸ ਸਦਮੇ ਨਾਲ ਆਪਣਾ ਸੰਤੁਲਨ ਗਵਾ ਬੈਠੇ ਸਨ। ਯਤਨ ਕਰਕੇ ਮੇਰੀ ਮਾਂ ਕਈ ਸਾਲ ਮਗਰੋਂ ਪਿਤਾ ਜੀ ਨੂੰ ਲੈ ਕੇ ਇੱਕ ਜਥੇ ਨਾਲ ਪਾਕਿਸਤਾਨ ਗਈ, ਜਿੱਥੇ ਉਹ ਉਸ ਥੜੇ ਨੂੰ ਲੱਭਦੀ ਰਹੀ। ਉਸਦਾ ਪਰੇਸ਼ਾਨ ਮਨ ਅਜੇ ਵੀ ਇਹੀ ਆਸ ਲਾਈ ਬੈਠਾ ਸੀ ਕਿ ਮੇਰੇ ਦਾਦਾ ਜੀ ਅਜੇ ਵੀ ਉੱਥੇ ਹੀ ਪਏ ਹੋਣਗੇ। ਮੇਰੀ ਮਾਂ ਉਂਝ ਬੜੇ ਦ੍ਰਿੜ ਇਰਾਦੇ ਵਾਲੀ ਸੀ, ਪਰ ਇਸ ਗੱਲ ਨੂੰ ਯਾਦ ਕਰਦਿਆਂ ਉਸਦੀਆਂ ਅੱਖਾਂ ਉਬਲ ਪੈਂਦੀਆਂ ਸਨ। ਆਪਣੇ ਆਪ ਨੂੰ ਮੈਂ ਇਸ ਗੱਲੋਂ ਬੜਾ ਬਦਕਿਸਮਤ ਸਮਝਦਾ ਹਾਂ ਕਿ ਮੈਂ ਆਪਣੇ ਨਾਨਾ ਨਾਨੀ ਅਤੇ ਦਾਦਾ ਦਾਦੀ ਦੀ ਨਾ ਗੋਦ ਵਿੱਚ ਬਹਿ ਸਕਿਆ, ਨਾ ਉਹਨਾਂ ਦੇ ਕਧਾੜੇ ਚੜ੍ਹ ਸਕਿਆ, ਨਾ ਉਹਨਾਂ ਦੀ ਉਂਗਲ ਫੜ ਸਕਿਆ, ਨਾ ਹੀ ਉਹਨਾਂ ਦੀ ਸੇਵਾ ਕਰ ਸਕਿਆ। ਇਹ ਜ਼ਿੰਦਗੀ ਦੇ ਬੜੇ ਵੱਡੇ ਘਾਟੇ ਹੁੰਦੇ ਹਨ ਜਿਹੜੇ ਕਦੇ ਪੂਰੇ ਨਹੀਂ ਹੁੰਦੇ। ਸ਼ਰਨਾਰਥੀ ਹੋਣ ਦਾ ਉਜੜਨ ਅਤੇ ਵਿਛੜਨ ਦਾ ਸੰਤਾਪ ਹੰਢਾਉਣ ਜਿਹੀ ਬਦਕਿਸਮਤੀ ਕੋਈ ਹੋ ਹੀ ਨਹੀਂ ਸਕਦੀ। ਸਵੈ ਜੀਵਨੀ ਲਿਖਣ ਦਾ ਕਾਰਜ ਜਿਵੇਂ ਸੌਖਾ ਮੈਂ ਸਮਝਦਾ ਸਾਂ, ਉਵੇਂ ਸੌਖਾ ਇਹ ਹੈ ਨਹੀਂ। ਜਦੋਂ ਸਵੈ ਜੀਵਨੀ ਲਿਖਣੀ ਆਰੰਭ ਕੀਤੀ ਜਾਂਦੀ ਹੈ ਤਾਂ ਮੁਸ਼ਕਿਲਾਂ ਉਜਾਗਰ ਹੋਣ ਲੱਗ ਪੈਂਦੀਆਂ ਹਨ, ਕਿਉਂਕਿ ਜੀਵਨ ਇੱਕ ਬੜੀ ਵੱਡੀ, ਲੰਮੀ ਅਤੇ ਜਟਿਲ ਪ੍ਰਕਿਰਿਆ ਹੈ ਅਤੇ ਇਸ ਵਿੱਚ ਇਤਨਾ ਕੁਝ ਚੰਗਾ ਮਾੜਾ ਵਾਪਰਿਆ ਹੁੰਦਾ ਹੈ ਕਿ ਸਮਝ ਨਹੀਂ ਆਉਂਦੀ ਕਿ ਕੀ ਰੱਖਿਆ ਜਾਵੇ ਅਤੇ ਕੀ ਛੱਡਿਆ ਜਾਵੇ। ਦੂਜੀ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਕਿ ਜਿਨ੍ਹਾਂ ਪੁਰਸ਼ਾਂ ਇਸਤਰੀਆਂ ਨੇ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੁੰਦੀ ਹੈ, ਉਹਨਾਂ ਨੂੰ ਕਿਵੇਂ ਅਤੇ ਕਿੰਨਾਂ ਗੁਣਾਂ, ਦੋਸ਼ਾਂ ਅਤੇ ਲੱਛਣਾਂ ਨਾਲ ਪੇਸ਼ ਕੀਤਾ ਜਾਵੇ, ਕਿਉਂਕਿ ਪ੍ਰਸ਼ੰਸਾ ਵਾਲੇ ਵੇਰਵੇ ਅਕਸਰ ਬਨਾਵਟੀ ਲੱਗਦੇ ਹਨ ਅਤੇ ਦੋਸ਼ਾਂ ਵਾਲੀਆਂ ਗੱਲਾਂ ਲਿਖਣੀਆਂ ਚੰਗੀਆਂ ਨਹੀਂ ਲੱਗਦੀਆਂ। ਅਸੀਂ ਜਿਨ੍ਹਾਂ ਦੇ ਨੇੜੇ ਹੁੰਦੇ ਹਾਂ ਜਾਂ ਜਿਨ੍ਹਾਂ ਨਾਲ ਆਪਣਾ ਜੀਵਨ ਗੁਜ਼ਾਰਿਆ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚੋਂ ਪ੍ਰਗਟਾਉਣਯੋਗ ਪੱਖਾਂ ਦੀ ਚੋਣ ਕਰਨੀ ਮੁਸ਼ਕਲ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਨਾਲ ਅਸੀਂ ਲੰਮਾ ਅਰਸਾ ਵਿਚਰੇ ਹੁੰਦੇ ਹਾਂ, ਉਹਨਾਂ ਬਾਰੇ ਅਸੀਂ ਕਦੇ ਕੁਝ ਸੋਚਿਆ ਹੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਵਿਹਾਰ ਸੂਰਜ ਚੜ੍ਹਨ ਵਾਂਗ ਸੁਭਾਵਕ ਅਤੇ ਸ਼ਾਮ ਪੈਣ ਵਾਂਗ ਆਪ ਮੁਹਾਰੇ ਹੁੰਦਾ ਹੈ। 50 ਸਾਲ ਮੇਰੇ ਨਾਲ ਰਹੀ ਮੇਰੀ ਪਤਨੀ ਨੂੰ ਮੇਰੇ ਬਾਰੇ ਇੱਕ ਪੰਨਾ ਵੀ ਲਿਖਣਾ ਮੁਸ਼ਕਲ ਲੱਗ ਰਿਹਾ ਹੈ। ਸ਼ਾਇਦ ਉਸਨੇ ਮੇਰੇ ਬਾਰੇ ਲਿਖਣ ਦੇ ਪੱਖੋਂ ਮੈਨੂੰ ਕਦੇ ਵੇਖਿਆ ਵਿਚਾਰਿਆ ਹੀ ਨਹੀਂ। ਜਦੋਂ ਕੁਝ ਵਾਪਰਦਾ ਹੈ ਉਸ ਵੇਲੇ ਉਸ ਦਾ ਬੜਾ ਮਹੱਤਵ ਹੁੰਦਾ ਹੈ, ਪਰ ਉਸ ਸਮੇਂ ਦੇ ਉਪਜਾਏ ਫਾਸਲੇ ਨਾਲ ਉਹ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦਾ। ਸਭ ਤੋਂ ਗੰਭੀਰ ਚੁਣੌਤੀ ਇਹ ਹੁੰਦੀ ਹੈ ਕਿ ਆਪਣੇ ਆਪ ਨੂੰ ਕਿਵੇਂ ਅਤੇ ਕਿਸ ਰੰਗ ਵਿੱਚ ਪ੍ਰਗਟਾਇਆ ਜਾਵੇ। ਹਰੇਕ ਵਿਅਕਤੀ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਹੀਨ ਭਾਵਨਾ ਹੁੰਦੀ ਹੈ, ਜਿਸ ਨੂੰ ਪੂਰਨ ਲਈ ਉਹ ਕਈ ਢੰਗ, ਤਰੀਕੇ ਅਤੇ ਪੈਂਤੜੇ ਵਰਤਦਾ ਹੈ। ਇਸ ਪੱਖੋਂ ਆਪਣੀਆਂ ਪ੍ਰਾਪਤੀਆਂ, ਅਹੁਦਿਆਂ, ਸਫਲਤਾਵਾਂ, ਜਿੱਤਾਂ ਅਤੇ ਇਨਾਮਾਂ ਸਨਮਾਨਾਂ ਨੂੰ ਗਿਣਾਉਣਾ ਸਵੈ ਪ੍ਰਸ਼ੰਸਾ ਪ੍ਰਤੀਤ ਹੁੰਦੀ ਹੈ, ਜਿਸ ਵਿੱਚ ਹੋਰਾਂ ਦੀ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਹੁੰਦੀ। ਇਸ ਸਵੈ ਜੀਵਨੀ ਨੂੰ ਲਿਖਣ ਸੰਬੰਧੀ ਭਾਂਤ-ਭਾਂਤ ਦੀ ਕਸ਼ਮਕਸ਼ ਦਾ ਸਾਹਮਣਾ ਕਰਦਿਆਂ ਮੈਂ ਇਹ ਨਿਰਣਾ ਕੀਤਾ ਹੈ ਕਿ ਵੱਖ-ਵੱਖ ਸਮਿਆਂ 'ਤੇ ਪ੍ਰਾਪਤ ਹੋਏ ਅਨੁਭਵਾਂ ਨੂੰ ਸਹਿਰਦ ਮਨ ਨਾਲ ਯਥਾਰਥਕ ਰੂਪ ਵਿੱਚ ਦਰਜ ਕਰ ਦਿੱਤਾ ਜਾਵੇ ਅਤੇ ਜੀਵਨ ਵਿੱਚ ਆਏ ਇਸਤਰੀ ਪੁਰਖਾਂ ਤੋਂ ਜੋ ਪ੍ਰਭਾਵ ਪਏ ਅਤੇ ਜੋ ਸਬਕ ਸਿੱਖੇ, ਉਹਨਾਂ ਨੂੰ ਬਿਨਾਂ ਪਲੇਥਣ ਦੇ ਲਿਖ ਕੇ ਦਿੱਤਾ ਜਾਵੇ। ਪੁਰਸ਼ਾਂ ਇਸਤਰੀਆਂ ਦੇ ਇੱਕ ਦੂਜੇ ਦੇ ਭਾਵਕ ਅਤੇ ਸਰੀਰਕ ਸੰਪਰਕ ਵਿੱਚ ਆਉਣ ਦੇ ਵੇਰਵਿਆਂ ਨੂੰ ਸਵੈ ਜੀਵਨੀ ਵਿੱਚ ਦਰਜ ਕਰਨ ਤੋਂ
ਸਾਹਿਤਕਾਰਾਂ ਵੱਲੋਂ ਅਕਸਰ ਸੰਕੋਚ ਕੀਤਾ ਅਤੇ ਛੁਪਾਇਆ ਜਾਂਦਾ ਹੈ, ਪਰੰਤੂ ਮੈਂ ਅਜਿਹੇ ਵੇਰਵਿਆਂ ਨੂੰ ਦਰਜ ਕਰਨ ਦਾ ਯਤਨ ਕੀਤਾ ਹੈ। ਮੇਰੇ ਜੀਵਨ ਵਿੱਚ ਜਿਨ੍ਹਾਂ ਪੁਰਸ਼ਾਂ ਅਤੇ ਵਿਸ਼ੇਸ਼ ਕਰਕੇ ਜਿਨ੍ਹਾਂ ਇਸਤਰੀਆਂ ਨੇ ਵਿਹਾਰਕ ਅਤੇ ਭਾਵਕ ਪੱਖੋਂ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਅਸਲ ਅਤੇ ਸੰਕੇਤਕ ਦੋਹਾਂ ਰੂਪਾਂ ਵਿੱਚ ਦਰਜ ਕਰਨ ਦਾ ਉਪਰਾਲਾ ਕੀਤਾ ਹੈ। ਮਹਿਲਾ ਮਨੋਵਿਗਿਆਨ ਦੇ ਡੂੰਘੇ ਅਤੇ ਵਿਸਤ੍ਰਿਤ ਅਧਿਐਨ ਕਾਰਨ ਇਸਤਰੀਆਂ ਦੇ ਵਿਹਾਰ ਸੰਬੰਧੀ ਪਹਿਲਾਂ ਹੀ ਅਨੁਮਾਨ ਲਾ ਸਕਣ ਦੀ ਮੁਹਾਰਤ ਕਾਰਨ ਉਹਨਾਂ ਦਾ ਵਿਹਾਰ ਹੈਰਾਨ ਨਹੀਂ ਕਰਦਾ ਅਤੇ ਅਕਸਰ ਉਹਨਾਂ ਦੀ ਮੇਰੇ ਜੀਵਨ ਵਿੱਚ ਭੂਮਿਕਾ ਨਾਲੋਂ ਉਹਨਾਂ ਦੇ ਜੀਵਨ ਵਿੱਚ ਮੇਰੀ ਭੂਮਿਕਾ ਵਧੇਰੇ ਰਹੀ ਹੈ। ਮੈਂ ਅਨੁਮਾਨ ਨਹੀਂ ਲਾ ਸਕਦਾ ਕਿ ਇਸ ਸਵੈ ਜੀਵਨੀ ਵਿੱਚੋਂ ਮੇਰਾ ਕਿਹੋ ਜਿਹਾ ਅਕਸ ਉਭਰੇਗਾ, ਪਰੰਤੂ ਮੈਂ ਨਿਸ਼ਚੈ ਨਾਲ ਕਹਿ ਸਕਦਾ ਹਾਂ ਕਿ ਮੈਂ ਖੁੱਲ੍ਹੇ ਮਨ ਨਾਲ ਪੁੰਨ ਪਾਪ ਤੋਂ ਮੁਕਤ ਹੋ ਕੇ ਜੀਵਨ ਨੂੰ ਜਾਣਨ ਸਮਝਣ ਮਾਨਣ ਦੇ ਮਨੋਰਥ ਨਾਲ ਸਭ ਪ੍ਰਕਾਰ ਦੇ ਪ੍ਰਭਾਵਾਂ ਅਤੇ ਅਨੁਭਵਾਂ ਦਾ ਸਵਾਗਤ ਕੀਤਾ ਹੈ ਅਤੇ ਜੋ ਪ੍ਰਭਾਵ ਮੈਂ ਕਬੂਲਦਾ ਅਤੇ ਜਿਹੜੇ ਸਬਕ ਸਿੱਖਦਾ ਗਿਆ ਹਾਂ, ਉਹਨਾਂ ਨੂੰ ਆਪਣੀਆਂ ਲਿਖਤਾਂ ਵਿੱਚ ਦਰਜ ਕਰਦਾ ਗਿਆ ਹਾਂ। ਇਵੇਂ ਮੈਂ ਚੰਗੀਆਂ ਮਾੜੀਆਂ ਆਦਤਾਂ, ਗੁਣਾਂ, ਦੋਸ਼ਾਂ ਅਤੇ ਅਨੁਭਵਾਂ ਵਾਲਾ ਤੁਹਾਡੇ ਵਰਗਾ ਹੀ ਇੱਕ ਵਿਅਕਤੀ ਹਾਂ, ਜਿਸ ਦੀ ਗਵਾਹੀ ਇਸ ਸਵੈ ਜੀਵਨੀ ਵਿੱਚ ਅਤੇ ਮੇਰੀਆਂ ਰਚਨਾਵਾਂ ਵਿੱਚ ਭਰਪੂਰ ਰੂਪ ਵਿੱਚ ਮਿਲਦੀ ਹੈ। ਆਪਣੇ ਜੀਵਨ ਅਨੁਭਵ ਦੇ ਆਧਾਰ 'ਤੇ ਮੈਂ ਇਸ ਧਾਰਨਾ ਨੂੰ ਉਸਾਰਿਆ ਕਿ ਸਿੱਖਿਆ ਦਾ ਸਮੁੱਚਾ ਉਦੇਸ਼ ਵਿਉਂਤਬੰਦੀ ਦੀ ਕਲਾ ਨੂੰ ਸਿੱਖਣਾ ਸਿਖਾਉਣਾ ਹੁੰਦਾ ਹੈ। ਮਨੁੱਖ ਕੋਲ ਵਰਤਨ ਖਰਚਣ ਲਈ 3 ਚੀਜ਼ਾਂ ਹੁੰਦੀਆਂ ਹਨ: ਪੈਸਾ, ਸਮਾਂ ਅਤੇ ਸਰੀਰਕ ਸ਼ਕਤੀ। ਇਹਨਾਂ ਨੂੰ ਵਿਉਂਤ ਨਾਲ ਵਰਤਣ ਦੀ ਜਾਚ ਸਿੱਖਣਾ ਹੀ ਸਿੱਖਿਆ ਹੁੰਦੀ ਹੈ, ਪਰ ਇਹਨਾਂ 3 ਚੀਜ਼ਾਂ ਨੂੰ ਹੀ ਅਸੀਂ ਵਿਅਰਥ ਗਵਾਉਂਦੇ ਹਾਂ। ਮਨੁੱਖ ਦੇ ਜੀਵਨ ਦਾ ਵਧੇਰੇ ਸਮਾਂ ਅਤੇ ਬਹੁਤੀ ਸਰੀਰਕ ਸ਼ਕਤੀ ਪੈਸਾ ਕਮਾਉਣ ਦੇ ਲੇਖੇ ਲੱਗਦੀ ਹੈ। ਪੈਸੇ ਦੀ ਅਣਹੋਂਦ ਨੂੰ ਬੜੀ ਸ਼ਿੱਦਤ ਨਾਲ ਹੰਢਾਉਣ ਦੇ ਆਧਾਰ 'ਤੇ ਮੈਂ ਕਹਿਣ ਯੋਗ ਹੋਇਆ ਹਾਂ ਕਿ ਪੈਸੇ ਤੋਂ 3 ਪ੍ਰਕਾਰ ਦੀ ਤਸੱਲੀ ਮਿਲਦੀ ਹੈ: ਇਸ ਨੂੰ ਕਮਾਉਣ ਦੀ ਤਸੱਲੀ, ਇਸ ਦੇ ਆਪਣੇ ਕੋਲ ਹੋਣ ਦੀ ਤਸੱਲੀ ਅਤੇ ਇਸ ਨੂੰ ਖਰਚਣ ਦੀ ਤਸੱਲੀ। ਪੈਸੇ ਨਾਲ ਮਨੁੱਖ ਜੀਵਨ ਦੇ ਸੁੱਖ ਸਾਧਨ ਉਪਜਾ ਕੇ ਜੀਵਨ ਨੂੰ ਸੁਖਾਲਾ ਬਣਾਉਂਦਾ ਹੈ। ਦੂਜੀ ਚੀਜ਼ ਜਿਸ ਦਾ ਮਨੁੱਖ ਅਭਿਲਾਸ਼ੀ ਹੁੰਦਾ ਹੈ, ਉਹ ਆਪਣੀ ਸ਼ਾਖ ਉਸਾਰਨੀ ਹੁੰਦੀ ਹੈ। ਮਨੁੱਖ ਜੀਵਨ ਦੇ ਸੁੱਖ ਮਾਣਨਾ ਚਾਹੁੰਦਾ ਹੈ ਅਤੇ ਸਨਮਾਨਯੋਗ ਬਣਨਾ ਚਾਹੁੰਦਾ ਹੈ। ਇਹਨਾਂ ਉਦੇਸ਼ਾਂ ਲਈ ਉਹ ਪੈਸਾ ਕਮਾਉਂਦਾ ਹੈ, ਬੱਚਤ ਕਰਦਾ ਹੈ ਅਤੇ ਲੋੜ ਪੈਣ 'ਤੇ ਖਰਚਦਾ ਹੈ। ਪੈਸਾ ਵੀ 2 ਕਿਸਮ ਦਾ ਹੁੰਦਾ ਹੈ: ਤਰਲ ਤੇ ਸਥੂਲ। ਨਗਦ ਪੈਸਾ ਤਰਲ ਹੁੰਦਾ ਹੈ, ਜਿਹੜਾ ਜਦੋਂ ਚਾਹੋ ਵਰਤਿਆ ਖਰਚਿਆ ਜਾ ਸਕਦਾ ਹੈ। ਜਾਇਦਾਦ ਪੈਸੇ ਦਾ ਸਥੂਲ ਜਾਂ ਠੋਸ ਰੂਪ ਹੁੰਦੀ ਹੈ। ਜਾਇਦਾਦ ਸਾਡੇ ਵਿਚਾਰ ਨੂੰ ਨਿਰਧਾਰਤ ਕਰਦੀ ਹੈ। ਅਮੀਰ ਵਿਅਕਤੀਆਂ ਕੋਲ ਪੈਸੇ ਤੇ ਤਰਲ ਅਤੇ ਠੋਸ ਦੋਵੇਂ ਰੂਪ ਹੁੰਦੇ ਹਨ। ਪੈਸੇ ਦੇ ਮਹੱਤਵ ਨੂੰ ਜਾਣਨ ਦੀ ਲੋੜ ਹੈ। ਜਿਹੜੇ ਇਸ ਮਹੱਤਵ ਨੂੰ ਜਾਣਦੇ ਹਨ, ਉਹੀ ਅਮੀਰ ਅਤੇ ਖੁਸ਼ਹਾਲ ਹੁੰਦੇ ਹਨ। ਪੈਸੇ ਉਪਰੰਤ ਦੂਜਾ ਮਹੱਤਵਪੂਰਨ ਸਰਮਾਇਆ ਸਮਾਂ ਹੁੰਦਾ ਹੈ। ਮਿਲਦਾ ਤਾਂ ਹਰ ਕਿਸੇ ਨੂੰ 24 ਘੰਟਿਆਂ ਵਾਲਾ ਦਿਨ ਹੈ। ਕਈ ਸੁਖਵਤੇ ਉੱਠ ਕੇ ਇਸ ਨੂੰ 27 ਘੰਟਿਆਂ ਦਾ ਬਣਾ ਲੈਂਦੇ ਹਨ ਅਤੇ ਕੁਝ ਸੁੱਤੇ ਰਹਿਣ ਕਰਕੇ ਇਸ ਨੂੰ 21 ਘੰਟੇ ਵਿੱਚ ਘਟਾ ਲੈਂਦੇ ਹਨ। ਮਹੱਤਵਪੂਰਨ ਇਹ ਹੈ ਕਿ ਤੁਸੀਂ ਸਮਾਂ ਕਿੰਨਾ ਕਾਰਜਾਂ 'ਤੇ ਖਰਚ ਕਰਦੇ ਹੋ। ਸਫਲ ਹੋਣ ਲਈ ਜੀਵਨ ਵਿੱਚ ਲਗਭਗ 7 ਸਾਲ ਸਖਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਫਿਰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ। ਹਰ ਕਿਸੇ ਦੇ ਸਮੇਂ ਦਾ ਉਸਦੀ ਯੋਗਤਾ ਅਤੇ ਉਪਯੋਗਤਾ ਦੇ ਆਧਾਰ 'ਤੇ ਮੁੱਲ ਪੈਂਦਾ ਹੈ। ਮਾਹਿਰ ਦੇ ਸਮੇਂ ਦਾ ਮੁੱਲ ਅਤੇ ਮਹੱਤਵ ਹੋਰ ਹੁੰਦਾ ਹੈ ਅਤੇ ਮਜ਼ਦੂਰ ਦੇ ਸਮੇਂ ਦਾ ਹੋਰ। ਆਪਣੇ ਸਮੇਂ ਨੂੰ ਕੀਮਤੀ ਬਣਾਉਣਾ ਸਾਡੇ 'ਤੇ ਨਿਰਭਰ ਕਰਦਾ ਹੈ। ਪੈਸੇ ਅਤੇ ਸਮੇਂ ਉਪਰੰਤ ਤੀਜੀ ਕੀਮਤੀ ਚੀਜ਼ ਸਰੀਰਕ ਊਰਜਾ ਜਾਂ ਸ਼ਕਤੀ ਹੁੰਦੀ ਹੈ। ਇਹ ਊਰਜਾ ਸਰੀਰਕ ਅਤੇ ਬੌਧਿਕ ਕਾਰਜਾਂ ਵਿੱਚ ਖਰਚੀ ਜਾਂਦੀ ਹੈ। ਮਿਹਨਤ ਵਿੱਚ ਲਾਈ ਸ਼ਕਤੀ ਦੇ ਨਤੀਜੇ ਭਵਿੱਖ ਵਿੱਚ ਨਿਕਲਦੇ ਹਨ, ਜਿਹੜੇ ਸਾਡੇ ਜੀਵਨ ਦੀ ਨੁਹਾਰ ਬਦਲਦੇ ਹਨ। ਕੰਮ ਅਤੇ ਮਿਹਨਤ ਵਿੱਚ ਅੰਤਰ ਅਤੇ ਇਹਨਾਂ ਦੇ ਅਰਥ ਜਾਣਨ ਦੀ ਲੋੜ ਹੈ। ਜੋ ਅਸੀਂ ਸਵੇਰ ਤੋਂ ਸ਼ਾਮ ਤੱਕ ਕਰਦੇ ਹਾਂ, ਉਹ ਕੰਮ ਹੁੰਦਾ ਹੈ ਜਿਹੜਾ ਸਾਡੀ ਉਪਜੀਵਿਕਾ ਲਈ
ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਜ਼ਰੂਰੀ ਹੁੰਦਾ ਹੈ। ਮਿਹਨਤ ਉਹ ਹੁੰਦੀ ਹੈ ਜਿਸ ਬਿਨਾਂ ਵੀ ਸਰ ਸਕਦਾ ਹੈ, ਪਰ ਇਹ ਆਪਣਾ ਭਵਿੱਖ ਸੰਵਾਰਨ ਲਈ ਕੀਤੀ ਜਾਂਦੀ ਹੈ। ਜਦੋਂ ਬਾਕੀ ਸੁੱਤੇ ਹੋਣ ਉਸ ਵੇਲੇ ਕਿਸੇ ਪ੍ਰੀਖਿਆ ਦੀ ਤਿਆਰੀ ਕਰਨੀ ਜਾਂ ਵਾਧੂ ਕੰਮ ਕਰਨਾ ਮਿਹਨਤ ਹੁੰਦੀ ਹੈ। ਵਿਗਿਆਨਿਕ ਢੰਗ ਨਾਲ ਵਿਉਂਤ ਬਣਾ ਕੇ ਉਦੇਸ਼ ਮਿੱਥ ਕੇ ਕੀਤੀ ਮਿਹਨਤ ਹੀ ਲਾਭਕਾਰੀ ਹੁੰਦੀ ਹੈ। ਮੈਂ ਵੇਖਿਆ ਹੈ ਕਿ ਜਿਹੜੇ ਵਿਉਂਤਬੰਦੀ ਮਨੋਰਥ ਅਤੇ ਮਿਹਨਤ ਦਾ ਮਹੱਤਵ ਸਮਝਦੇ ਹਨ ਉਹੀ ਵਿਕਾਸ ਕਰਦੇ ਹਨ ਅਤੇ ਸਫਲ ਹੁੰਦੇ ਹਨ। ਵਾਅਦਾ ਨਿਭਾਉਣਾ ਅਤੇ ਕਰਤੱਵ ਪਾਲਣਾ ਮਜ਼ਬੂਤ ਚਰਿੱਤਰ ਦੇ ਲੱਛਣ ਹੁੰਦੇ ਹਨ। ਕਰਤੱਵ ਪਾਲਣ ਨਾਲ ਕਿਸੇ ਦਾ ਚਰਿੱਤਰ ਮਜ਼ਬੂਤ ਨਹੀਂ ਹੁੰਦਾ। ਚਰਿੱਤਰ ਮਜ਼ਬੂਤ ਹੋਣ ਕਰਕੇ ਹੀ ਪਰਨ ਨਿਭਾਇਆ ਅਤੇ ਕਰਤੱਵ ਪਾਲਿਆ ਜਾਂਦਾ ਹੈ। ਬਨਵਾਸ ਕੱਟਣ ਬਿਨਾਂ ਰਾਮ ਪੂਜਣਯੋਗ ਨਹੀਂ ਬਣਦੇ। ਸ਼ੀਸ਼ ਦਿੱਤੇ ਬਿਨਾਂ ਚਾਂਦਨੀ ਚੌਂਕ ਦਾ ਥਾਣਾ ਮੱਥਾ ਟੇਕਣ ਵਾਲਾ ਪਵਿੱਤਰ ਸਥਾਨ ਨਹੀਂ ਬਣਦਾ। ਕੁਰਬਾਨੀਆਂ ਤੋਂ ਬਿਨਾਂ ਆਨੰਦਪੁਰ ਸਾਹਿਬ ਅਤੇ ਚਮਕੌਰ ਨਾਲ ਸਾਹਿਬ ਨਹੀਂ ਜੁੜਦਾ। ਕਰਤੱਵ ਪਾਲਣ ਦੀਆਂ ਮਿਸਾਲਾਂ ਇਤਿਹਾਸ ਦਾ ਸ਼ਿੰਗਾਰ ਤਾਂ ਹਨ ਹੀ, ਅਜਿਹੀਆਂ ਉਦਾਹਰਨਾਂ ਸਾਡੇ ਆਲੇ ਦੁਆਲੇ ਵੀ ਵਾਪਰਦੀਆਂ ਰਹਿੰਦੀਆਂ ਹਨ। ਕਰਤੱਵ ਪਾਲਣ ਦੀਆਂ ਕੁਝ ਘਟਨਾਵਾਂ ਦਰਜ ਕਰ ਰਿਹਾ ਹਾਂ। ਅਜਿਹੀਆਂ ਘਟਨਾਵਾਂ ਸਾਡਾ ਮਨੋਬਲ ਵਧਾਉਂਦੀਆਂ ਹਨ ਅਤੇ ਸਾਡੇ ਵਿੱਚ ਸੰਕਟਾਂ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਵੀ ਭਰ ਦਿੰਦੀਆਂ ਹਨ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਮਾਨੇ ਵਿੱਚ ਸਿੱਖ ਅੰਮ੍ਰਿਤ ਛਕ ਕੇ ਬਹਾਦਰ ਬਣ ਜਾਇਆ ਕਰਦੇ ਸਨ, ਪਰ ਇਹ ਕਾਇਆਕਲਪ ਇਸ ਲਈ ਵਾਪਰਦਾ ਸੀ ਕਿਉਂਕਿ ਉਸ ਵੇਲੇ ਅੰਮ੍ਰਿਤ ਛਕਦੇ ਹੀ ਬਹਾਦਰ ਸਨ। ਖਾਲਸੇ ਦੀ ਸਾਜਨਾ ਉਪਰੰਤ ਪੰਜਾਬ ਦੇ ਬੋਲੀਆਂ ਵਿੱਚ ਸਿੰਘਾਂ ਦੇ ਜੈਕਾਰੇ ਗੂੰਜਦੇ ਸਨ। ਉਹਨਾਂ ਦੀਆਂ ਪੁਲਾਂਘਾਂ ਵਿੱਚ ਜਲਜਲੇ ਸਨ। ਉਹਨਾਂ ਵਿੱਚ ਤੂਫਾਨਾਂ ਨੂੰ ਵੰਗਾਰਨ ਦੀ ਹਿੰਮਤ ਅਤੇ ਦਲੇਰੀ ਸੀ। ਇਹਨਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਹੁਕਮਨਾਮਾ ਭੇਜਿਆ ਕਿ ਸੂਬਾ ਸਰਹੰਦ ਅਤੇ ਪਹਾੜੀ ਰਾਜੇ ਆਨੰਦਪੁਰ ਸਾਹਿਬ 'ਤੇ ਹਮਲੇ ਦੀ ਵਿਉਂਤ ਬਣਾ ਰਹੇ ਹਨ। ਜੋ ਮੇਰਾ ਸਿੱਖ ਹੈ ਉਹ ਮੇਰੇ ਹੁਕਮਨਾਮੇ ਵਿੱਚੋਂ ਮੇਰੇ ਦਰਸ਼ਨ ਕਰੇ ਅਤੇ ਬਿਨਾਂ ਕਿਸੇ ਦੇਰੀ ਦੇ ਆਨੰਦਪੁਰ ਸਾਹਿਬ ਪਹੁੰਚੇ, ਵਿਲੰਬ ਨਾ ਕਰੇ। ਉਸ ਵੇਲੇ ਗੁਰੂ ਦੇ ਸਿੰਘ ਜੋਗਾ ਸਿੰਘ ਦਾ ਵਿਆਹ ਹੋ ਰਿਹਾ ਸੀ। ਉਹ 3 ਲਾਵਾਂ ਲੈ ਚੁੱਕਿਆ ਸੀ। ਜਦੋਂ ਮਸਤਾਨ ਸਿੰਘ ਨੇ ਗੁਰੂ ਦਾ ਹੁਕਮਨਾਮਾ ਉਸਦੇ ਸਾਹਮਣੇ ਰੱਖ ਦਿੱਤਾ ਅਤੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਣ ਵਾਲਾ ਜੋਗਾ ਸਿੰਘ ਕਿਵੇਂ ਰੁਕ ਸਕਦਾ ਸੀ। ਜੋਗਾ ਸਿੰਘ ਉੱਠਿਆ ਅਤੇ ਆਪਣੀ ਕਮਰਕਸ ਨਾਲ ਬੰਨ੍ਹਿਆ ਲਾੜੀ ਦਾ ਪੱਲੂ ਖੋਲ੍ਹ ਦਿੱਤਾ ਅਤੇ ਲਾੜੀ ਨੂੰ ਕਿਹਾ, ਮੈਂ ਗੁਰੂ ਦੀ ਸ਼ਾਬਾਸ਼ ਲੈ ਆਵਾਂ। ਗੁਰੂ ਦੇ ਹੁਕਮ ਨਾਲ ਕਮਰਕਸ ਖੋਲ੍ਹ ਕੇ ਕਰਤੱਵ ਦੀ ਭਾਵਨਾ ਨਾਲ ਫਿਰ ਬੰਨ੍ਹਿਆ ਅਤੇ ਜਿਸ ਘੋੜੀ 'ਤੇ ਉਹ ਲਾੜਾ ਬਣ ਕੇ ਆਇਆ ਸੀ ਉਸੇ 'ਤੇ ਸਿੰਘ ਵਜੋਂ ਸਵਾਰ ਹੋ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਿਆ। ਅਗਲਾ ਸੂਰਜ ਨਿਕਲਣ ਤੋਂ ਪਹਿਲਾਂ ਜੋਗਾ ਸਿੰਘ ਆਨੰਦਪੁਰ ਸਾਹਿਬ ਦੀ ਜੂਹ ਵਿੱਚ ਦਾਖਲ ਹੋ ਰਿਹਾ ਸੀ ਅਤੇ ਆਨੰਦਪੁਰ ਸਾਹਿਬ ਤੋਂ ਆ ਰਹੇ ਜੈਕਾਰੇ ਬੋਲੇ ਸੋ ਨਿਹਾਲ ਦਾ ਸਤਿ ਸ੍ਰੀ ਅਕਾਲ ਨਾਲ ਜਵਾਬ ਦੇ ਰਿਹਾ ਸੀ। ਜੋਗਾ ਸਿੰਘ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਸੀ। 20ਵੀਂ ਸਦੀ ਦੇ 60ਵਿਆਂ ਵਿੱਚ ਸਿੱਖ ਰਾਜਨੀਤੀ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਸਿੱਖ ਆਗੂ ਅਰਦਾਸ ਕਰਕੇ ਪਰਨ ਤੋਂ ਥਿੜਕਦੇ ਰਹੇ ਸਨ। ਉਸ ਸਮੇਂ ਇੱਕ ਸਧਾਰਨ ਵਿਅਕਤੀ ਦਰਸ਼ਨ ਸਿੰਘ ਫੈਰੂਮਾਨ ਨੇ ਪਰਨ ਕਰਕੇ ਮਰਨ ਵਰਤ ਰੱਖਿਆ ਸੀ ਅਤੇ ਮਰਨ ਨਾਲ ਸੰਸਾਰ ਅਤੇ ਕੌਮ ਨੂੰ ਦੱਸ ਦਿੱਤਾ ਸੀ ਕਿ ਸਿੱਖ ਦਾ ਪਰਨ ਕੀ ਹੁੰਦਾ ਹੈ। ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਜਿਸ ਦਿਨ ਸ਼ਾਮ ਨੂੰ ਗਿੱਧੇ ਦੇ ਮੁਕਾਬਲੇ ਹੋਣੇ ਸਨ, ਉਸ ਦਿਨ ਸਵੇਰੇ ਗਿੱਧੇ ਦੀ ਆਗੂ ਦੀ ਮਾਂ ਗੁਜ਼ਰ ਗਈ। ਮਜ਼ਬੂਤ ਸਮਝੀ ਜਾਂਦੀ ਟੀਮ ਨਿਰਾਸ਼ ਹੋ ਕੇ ਬਹਿ ਗਈ, ਪਰ ਉਸ ਸਮੇਂ ਗਿੱਧੇ ਦੀ ਆਗੂ ਨੇ ਕਰਤੱਵ ਪਾਲਿਆ ਸੀ। ਉਹ ਸ਼ਾਮ ਨੂੰ ਮਾਂ ਦੇ ਸੰਸਕਾਰ ਉਪਰੰਤ ਸ਼ਮਸ਼ਾਨ ਘਾਟ ਤੋਂ ਸਿੱਧੀ ਯੂਨੀਵਰਸਿਟੀ ਪਹੁੰਚੀ। ਉਸਨੇ ਢੇਰੀ ਢਾਹ ਚੁੱਕੀ ਟੀਮ ਨੂੰ ਤਿਆਰ ਕੀਤਾ, ਇੱਕ ਰਿਹਰਸਲ ਕਰਵਾਈ ਅਤੇ ਆਪਣੀ ਟੀਮ ਨਾਲ ਸਟੇਜ 'ਤੇ ਉਤਰੀ। ਸਥਿਤੀ ਬੈਨ ਪਾਉਣ ਵਾਲੀ ਸੀ, ਪਰ ਪਾਇਆ ਗਿੱਧਾ ਜਾ ਰਿਹਾ ਸੀ। ਹਾਲ ਵਿੱਚ 2000 ਦਰਸ਼ਕਾਂ ਦੀ 4000 ਅੱਖ ਰੋ ਰਹੀ ਸੀ, ਪਰ ਗਿੱਧੇ ਦੀ ਆਗੂ ਸਟੇਜ ਉੱਤੇ ਭਾਂਬੜ ਬਣੀ ਹੋਈ ਸੀ। ਉਸ ਨੇ ਜਿਸ ਵਚਨਬੱਧਤਾ ਅਤੇ ਕਰਤੱਵ ਪਾਲਣਾ ਦੀ ਭਾਵਨਾ ਨਾਲ ਗਿੱਧਾ ਪਾਇਆ, ਉਸ ਦੇ ਇਨਾਮ ਦਾ ਫੈਸਲਾ ਜੱਜਾਂ ਨੇ ਨਹੀਂ, ਦਰਸ਼ਕਾਂ ਨੇ ਕੀਤਾ ਸੀ।
ਉਹ ਗਿੱਧਾ ਮੁੱਕਦਿਆਂ ਹੀ ਚਲੀ ਗਈ, ਪਰ ਉਸ ਦੀ ਚਰਚਾ ਲੰਮਾ ਅਰਸਾ ਨਿਰੰਤਰ ਹੁੰਦੀ ਰਹੀ ਅਤੇ ਉਹ ਕਰਤੱਵ ਪਾਲਣ ਦੀ ਇੱਕ ਮਿਸਾਲ ਵਜੋਂ ਸਥਾਪਿਤ ਹੋ ਗਈ। ਦੂਜੇ ਵਿਸ਼ਵ ਯੁੱਧ ਦੇ ਆਖਰੀ ਲੜਾਈ ਲੜੀ ਜਾ ਰਹੀ ਸੀ। ਦੇਸ਼ ਵਿੱਚ ਸੁਤੰਤਰਤਾ ਸੰਗਰਾਮ ਫੈਸਲਾਕੁੰਨ ਦੌਰ ਵਿੱਚ ਪਹੁੰਚਿਆ ਹੋਇਆ ਸੀ। ਫਿਰਕੂ ਖਿੱਚੋਤਾਣ ਉੱਭਰਨ ਲੱਗੀ ਪਈ ਸੀ। ਸੰਸਾਰ ਵਿੱਚ ਹੈਰਾਨ ਕਰਨ ਵਾਲੀਆਂ ਕਾਢਾਂ ਨਿਕਲ ਰਹੀਆਂ ਸਨ, ਜਿਨ੍ਹਾਂ ਕਾਰਨ ਜੀਵਨ ਦੀ ਰਫ਼ਤਾਰ ਤੇਜ਼ ਹੋ ਰਹੀ ਸੀ। ਬੜਾ ਕੁਝ ਸੁਖਾਵਾਂ ਅਣਸੁਖਾਵਾਂ ਵਾਪਰ ਰਿਹਾ ਸੀ। ਇਸ ਰੌਲੇ ਗੋਲੇ ਅਤੇ ਘੜਮਸ ਵਿੱਚ ਮੇਰੀ ਜ਼ਿੰਦਗੀ ਦੀ ਸਵੇਰ ਹੋਈ। ਮੇਰੀ ਮਾਂ ਨੂੰ ਇਤਨਾ ਹੀ ਯਾਦ ਕਿ ਮੇਰੇ ਜੰਮਣ ਤੋਂ 4 ਦਿਨ ਮਗਰੋਂ ਦੀਵਾਲੀ ਦਾ ਤਿਉਹਾਰ ਸੀ। ਉਸ ਵੇਲੇ ਪਿੰਡ ਦੇ ਜੰਮਿਆਂ ਦੇ ਜੰਮਣ ਦਾ ਰਿਕਾਰਡ ਕੋਈ ਨਹੀਂ ਸੀ ਰੱਖਦਾ। ਮੈਂ ਪਰਿਵਾਰ ਦਾ ਤੀਜਾ ਬੱਚਾ ਸਾਂ ਅਤੇ ਮੇਰੇ ਘਰ ਦਾ ਨਾਂ ਡੋਲਾ ਸੀ। ਮੈਂ ਲਗਭਗ 2 ਸਾਲ ਦਾ ਸਾਂ ਜਦੋਂ ਦੇਸ਼ ਵਿੱਚ ਆਜ਼ਾਦੀ ਦੇ ਜਸ਼ਨਾਂ ਵਿੱਚ ਅਸੀਂ ਉੱਜੜ ਗਏ ਸਾਂ ਅਤੇ ਉਜਾੜੇ ਦੀਆਂ ਖਿੱਬੀਆਂ ਖਾਂਦੇ ਅਤੇ ਸ਼ਰਨਾਰਥੀਆਂ ਦੇ ਕਾਫਲਿਆਂ ਵਿੱਚ ਕੈਂਪਾਂ ਵਿੱਚ ਰੁਲਦੇ ਚੱਲਦੇ ਪਟਿਆਲਾ ਅੱਪੜੇ, ਜਿੱਥੇ ਅਸੀਂ ਜ਼ਮਾਨੇ ਦਾ ਯਥਾਰਥ ਖੁੱਲ੍ਹੀਆਂ ਅੱਖਾਂ ਨਾਲ ਵੇਖਿਆ, ਜਿਸ ਕਾਰਨ ਮੈਂ ਬੇਫਿਕਰੀ ਅਤੇ ਬੇਪਰਵਾਹੀ ਵਾਲਾ ਬਚਪਨ ਕਦੇ ਨਾ ਗੁਜ਼ਾਰ ਸਕਿਆ। ਮੈਂ ਮਾਪਿਆਂ ਦਾ ਲਾਡਲਾ ਨਹੀਂ ਸੀ। ਉਦੋਂ ਮਾਪੇ ਹੋਂਦ ਬਣਾਈ ਰੱਖਣ ਲਈ ਜਦੋਜਹਿਦ ਵਿੱਚ ਇਤਨੇ ਸਰਗਰਮ ਸਨ ਕਿ ਕਿਸੇ ਕੋਲ ਲਾਡ ਕਰਨ ਦੀ ਵੇਲ ਹੀ ਨਹੀਂ ਸੀ। ਸਮੁੱਚੇ ਰੂਪ ਵਿੱਚ ਇਸ ਹਾਲਤ ਦਾ ਮੈਨੂੰ ਲਾਭ ਹੋਇਆ। ਮੈਂ ਬਚਪਨ ਵਿੱਚ ਹੀ ਸਵੈ ਨਿਰੰਤਰ ਅਤੇ ਆਜ਼ਾਦੀ ਬਿਰਤੀ ਵਾਲਾ ਹੋ ਗਿਆ ਸਾਂ। 1950 ਵਿੱਚ ਮੈਂ ਪਟਿਆਲੇ ਵਿੱਚ ਇੱਕ ਸਕੂਲ ਵਿੱਚ ਦਾਖਲ ਹੋਇਆ। ਇੱਕ ਦਿਨ ਤੀਜੀ ਜਮਾਤ ਦੀ ਹਾਜ਼ਰੀ ਦੌਰਾਨ ਮੈਨੂੰ ਪਤਾ ਲੱਗਿਆ ਕਿ ਮੇਰਾ ਨਾਮ ਨਰਿੰਦਰ ਸਿੰਘ ਸੀ। 10ਵੀਂ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਪਿੰਡ ਵਿੱਚ ਜੰਮਣ ਦੇ ਹਿਸਾਬ ਨਾਲ ਮੇਰਾ ਨਾਮ ਨਵੇਂ ਜ਼ਮਾਨੇ ਦਾ ਸੀ। ਕਿਤਾਬਾਂ ਵਿੱਚ ਮੋਰ ਦੇ ਖੰਭ ਰੱਖਣ ਵਾਲੀ ਮੇਰੀ ਉਮਰ ਆਈ ਹੀ ਨਹੀਂ। ਹੁਣ ਮੈਂ ਸੋਚਦਾ ਹਾਂ ਕਿ ਜੇ ਉਸ ਵੇਲੇ ਬਾਲ ਮਜ਼ਦੂਰੀ ਦਾ ਰਿਵਾਜ ਨਾ ਹੁੰਦਾ ਤਾਂ ਮੈਂ ਕੀ ਕਰਦਾ। ਬਚਪਨ ਭਾਵੇਂ ਥੋੜ੍ਹਾ ਵਿੱਚ ਗੁਜ਼ਰਿਆ, ਪਰ ਉਸ ਵਿੱਚ ਬੜੀ ਕਿਸਮ ਦੇ ਬੀਜ ਸਨ। ਗਲੀ ਦੇ 3-4 ਘਰਾਂ ਨਾਲ ਮੇਰੀ ਮਾਂ ਨੇ ਪੀੜ੍ਹੀ ਸਾਂਝ ਉਸਾਰ ਲਈ ਸੀ, ਜਿਸ ਕਾਰਨ ਇਹ ਸਾਰੇ ਆਪਣੇ ਘਰ ਲੱਗਦੇ ਸਨ। ਅਸੀਂ ਰਹਿੰਦੇ ਰਿਆਸਤ ਦੀ ਰਾਜਧਾਨੀ ਵਿੱਚ ਸਾਂ, ਪਰ ਉਸ ਵੇਲੇ ਅਜੇ ਘਰਾਂ ਵਿੱਚ ਬਿਜਲੀ ਨਹੀਂ ਸੀ ਆਈ ਅਤੇ ਵਾਤਾਵਰਨ ਕਸਬੇ ਵਾਲਾ ਸੀ। ਮੁਹੱਲੇ ਵਿੱਚ ਇੱਕ ਸ਼ੋਰ ਕੌਰ ਨਾਂ ਦਾ ਘਰ ਸੀ, ਜਿਸ ਦਾ ਖੁੱਲ੍ਹਾ ਵਿਹੜਾ ਉਸਦੇ ਦਿਲ ਵਾਂਗ ਸਾਡਾ ਮੌਜਾਂ ਮਾਣਨ ਦਾ ਮੈਦਾਨ ਸੀ। ਹਿੰਦੂਆਂ ਦੀ ਬਹੁਗਿਣਤੀ ਵਾਲੇ ਮੁਹੱਲੇ ਵਿੱਚ ਘਰ ਦੇ ਨੇੜੇ ਖੁੱਲ੍ਹੀ ਥਾਂ ਸੀ, ਜਿੱਥੇ ਰਾਮਾਇਣ ਦੀ ਕਥਾ, ਰਾਮਲੀਲਾ, ਰਾਮਨੌਮੀ, ਜਨਮ ਅਸ਼ਟਮੀ ਅਤੇ ਨਵਰਾਤਰੇ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਸਨ। ਉਸ ਸਮੇਂ ਸ਼ਹਿਰ ਵਿੱਚ 2 ਪ੍ਰਕਾਰ ਦੇ ਵੰਸ਼ਨਿਕ ਸਨ। ਇੱਕ ਉਹ ਜਿਹੜੇ ਲੰਬੇ ਅਰਸੇ ਤੋਂ ਇੱਥੇ ਰਹਿ ਰਹੇ ਸਨ ਅਤੇ ਦੂਜੇ ਸ਼ਰਨਾਰਥੀ। ਮੇਰਾ ਬਹੁਤਾ ਸਮਾਂ ਛੱਤ ਥੱਲੇ ਨਹੀਂ, ਅਸਮਾਨ ਥੱਲੇ ਗੁਜ਼ਰਦਾ ਸੀ। ਹੁਣ ਜ਼ਮਾਨਾ ਇਤਨਾ ਬਦਲ ਗਿਆ ਹੈ ਕਿ ਬਚਪਨ ਦਾ ਸਮਾਂ ਕੋਈ ਹੋਰ ਯੁੱਗ ਪ੍ਰਤੀਤ ਹੁੰਦਾ ਹੈ। ਮੈਂ 10ਵੀਂ ਤੱਕ ਦੀ ਪੜ੍ਹਾਈ ਲੈਂਪ ਦੀ ਰੋਸ਼ਨੀ ਵਿੱਚ ਕੀਤੀ ਸੀ। ਉਸ ਵੇਲੇ ਸਾਨੂੰ ਪਾਕਿਸਤਾਨ ਵਿੱਚ ਛੱਡੀ ਜ਼ਮੀਨ ਦੀ ਇਵਜ਼ ਵਿੱਚ ਲਗਭਗ 100 ਕਿਲੋਮੀਟਰ ਦੂਰ ਜ਼ਮੀਨ ਅਲਾਟ ਹੋਈ ਸੀ, ਪਰ ਪਿਤਾ ਜੀ ਕਬਜ਼ਾਧਾਰੀਆਂ ਹੱਥੋਂ ਮਾਰੇ ਜਾਣ ਦੇ ਡਰ ਕਾਰਨ ਕਬਜ਼ਾ ਲੈਣ ਹੀ ਨਾ ਗਏ। ਹੁਣ ਸੋਚਦਾ ਹਾਂ, ਜੋ ਕੁਝ ਵਾਪਰਿਆ, ਜਿਵੇਂ ਵਾਪਰਿਆ, ਉਸ ਦਾ ਸਮੁੱਚੇ ਰੂਪ ਵਿੱਚ ਭਰਪੂਰ ਲਾਭ ਹੋਇਆ। ਜ਼ਿੰਦਗੀ ਨੇ ਕਈ ਮੋੜ ਕੱਟੇ, ਪਰ ਹਰ ਮੋੜ ਨਾਲ ਰਸਤਾ ਖੁੱਲ੍ਹਾ ਹੁੰਦਾ ਗਿਆ ਅਤੇ ਦ੍ਰਿਸ਼ ਬਦਲਦਾ ਗਿਆ। ਉਸ ਵੇਲੇ ਮੈਂ ਆਪਣੇ ਆਪ ਹੋਰਾਂ ਤੋਂ ਰਸਤਾ ਪੁੱਛਿਆ ਕਰਦਾ ਸਾਂ, ਪਰ ਹੁਣ ਲੋਕ ਮੇਰੀਆਂ ਲਿਖਤਾਂ ਵਿੱਚੋਂ ਰਸਤਾ ਲੱਭਦੇ ਹਨ। ਮੈਂ 8 ਸਾਲ ਦਾ ਸਾਂ ਜਦੋਂ ਸਾਡੇ ਘਰ ਤੋਂ ਲਗਭਗ 2 ਫਰਲਾਂਗ ਦੀ ਦੂਰੀ 'ਤੇ ਇੱਕ ਵੱਡੇ ਗੇਟ ਵਾਲੇ ਘਰ ਵਿੱਚ ਇੱਕ ਬਾਣੀਏ ਪਰਿਵਾਰ ਵਿੱਚ ਵਿਆਹ ਸੀ ਅਤੇ ਕੁਝ ਚਿਰ ਪਹਿਲਾਂ ਉਸ ਘਰ ਦੀ ਬਾਣੀਆ ਮਾਲਕਣ ਨੇ ਮੇਰੀ ਮਾਂ ਨੂੰ ਕਿਹਾ ਕਿ ਵਿਆਹ ਦੌਰਾਨ ਕਿਸੇ ਚੰਗੀ ਭਾਂਡੇ ਮਾਂਜਣ ਵਾਲੀ ਦਾ ਪ੍ਰਬੰਧ ਕਰ ਦੇਵੇ। ਉਸ ਵੇਲੇ ਦੇ ਹਾਲਾਤ ਅਜਿਹੇ ਸਨ ਕਿ ਜਿਸ ਕਿਸੇ ਨੂੰ ਜਿਹੜਾ ਕੰਮ ਮਿਲਦਾ ਸੀ ਉਹ ਕਰ ਲਿਆ ਜਾਂਦਾ ਸੀ। ਉਸ ਵੇਲੇ ਵਿਆਹ 'ਤੇ ਹਲਵਾਈ ਤਾਂ ਬਿਠਾਏ ਜਾਂਦੇ ਸਨ, ਪਰ ਵਿਆਹ ਵਿੱਚ ਬਹਿਰੇ ਨਹੀਂ ਸੀ ਹੁੰਦੇ।
ਰਿਸ਼ਤੇਦਾਰ ਜਵਾਨ ਮੁੰਡੇ ਕੁੜੀਆਂ ਹੀ ਖਵਾਉਣ ਪਿਆਉਣ ਦੀ ਸੇਵਾ ਕਰਦੇ ਸਨ। ਮੇਰੀ ਮਾਂ ਨੇ ਕਿਹਾ, ਮੈਂ ਹੀ ਭਾਂਡੇ ਮਾਂਜ ਦਿਆਂਗੀ। ਮੇਰੀ ਮਾਂ ਉਸ ਬਨਿਆਈ ਮਾਲਕਣ ਦੀ ਤੁਲਨਾ ਵਿੱਚ ਬਹੁਤ ਸੋਹਣੀ ਸੀ। ਉਸ ਮਾਲਕਣ ਨੇ ਕਿਹਾ, ਤੈਨੂੰ ਵੇਖ ਕੇ ਲੋਕ ਤੈਨੂੰ ਮਾਲਕਣ ਅਤੇ ਮੈਨੂੰ ਭਾਂਡੇ ਮਾਂਜਣ ਵਾਲੀ ਸਮਝਣਗੇ। ਇਸ ਸਮੱਸਿਆ ਦੇ ਹੱਲ ਵਜੋਂ ਮੇਰੀ ਮਾਂ ਨੇ ਕਿਹਾ ਕਿ ਮੈਂ ਲੁੱਕ ਕੇ ਸਾਰਾ ਕੰਮ ਕਰ ਦਿਆਂਗੀ। ਮੇਰੀ ਮਾਂ 4 ਦਿਨ ਉਸ ਘਰ ਵਿੱਚ ਕੰਮ ਕਰਨ ਲਈ ਗਈ ਅਤੇ ਉਹ ਮੈਨੂੰ ਨਾਲ ਲੈ ਜਾਂਦੀ ਸੀ। ਜਦੋਂ ਮੇਰੀ ਮਾਂ ਉੱਥੇ ਕੰਮ ਕਰਦੀ ਸੀ ਤਾਂ ਮੈਨੂੰ ਉਸਦਾ ਉੱਥੇ ਭਾਂਡੇ ਮਾਂਜਣਾ ਚੰਗਾ ਨਹੀਂ ਸੀ ਲੱਗਦਾ। ਵਿਚਕਾਰਲੇ 2 ਦਿਨਾਂ ਵਿੱਚ 2 ਦਿਨ ਜਿਸ ਤਰ੍ਹਾਂ ਲੋਕ ਮੇਰੀ ਮਾਂ ਨੂੰ ਦੇਖਦੇ ਸਨ, ਉਹ ਮੈਨੂੰ ਪਰੇਸ਼ਾਨ ਕਰਦਾ ਸੀ। ਮੈਨੂੰ ਯਾਦ ਹੈ ਕਿ ਉਹ 2 ਦਿਨ ਮੈਂ ਬੜੀ ਮੁਸ਼ਕਲ ਅਤੇ ਮਾਨਸਿਕ ਪਰੇਸ਼ਾਨੀ ਵਾਲੀ ਹਾਲਤ ਵਿੱਚ ਗੁਜ਼ਾਰੇ ਸਨ ਅਤੇ ਇਸੇ ਦੌਰਾਨ ਮੈਂ ਕਸ਼ਮਕਸ਼ ਵਿੱਚ ਸੋਚਦਾ ਰਿਹਾ ਸਾਂ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਕਹਾਂ ਕਿ ਉਹ ਮੰਨ ਜਾਵੇ ਕਿ ਅੱਗੇ ਤੋਂ ਕਿਸੇ ਘਰ ਭਾਂਡੇ ਮਾਂਜਣ ਨਹੀਂ ਜਾਣਾ। ਇਸ ਕਸ਼ਮਕਸ਼ ਤੋਂ ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਉੱਥੇ ਮੇਰੀ ਸੋਚਣ ਦੀ ਆਦਤ ਦੀ ਸ਼ੁਰੂਆਤ ਹੋਈ ਸੀ। ਜੋ ਮੈਂ ਲਿਖ ਰਿਹਾ ਹਾਂ, ਇਹ ਸਭ ਕੁਝ ਲਿਖਣ ਤੋਂ ਪਹਿਲਾਂ ਮੈਂ ਇਸ ਦੁਚਿੱਤੀ ਵਿੱਚੋਂ ਗੁਜ਼ਰਿਆ ਹਾਂ ਕਿ ਇਹ ਸਭ ਕੁਝ ਮੈਂ ਲਿਖਾਂ ਕਿ ਨਾ ਲਿਖਾਂ, ਕਿਉਂਕਿ ਅਜਿਹਾ ਲਿਖਣ ਵਿੱਚੋਂ ਨਾ ਮੇਰੀ ਸੁਰਮਗਤੀ ਝਲਕਦੀ ਹੈ, ਨਾ ਹੀ ਮੇਰੀ ਮਾਂ ਦਾ ਸਤਿਕਾਰ ਵੱਧਦਾ ਹੈ। ਇਹ ਸਭ ਕੁਝ ਮੈਂ ਨਿਰੋਲ ਕਿਸੇ ਭਾਵ ਨਾਲ ਲਿਖ ਰਿਹਾ ਹਾਂ ਕਿ ਦੱਸ ਸਕਾਂ ਕਿ ਉਸ ਸਮੇਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਕਿੰਨਾਂ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਸੀ। ਦੇਸ਼ ਕੋਈ ਹੋਵੇ, ਸ਼ਰਨਾਰਥੀਆਂ ਨੂੰ ਅਜਿਹਾ ਹਾਲਾਤਾਂ ਵਿੱਚੋਂ ਹੀ ਲੰਘਣਾ ਪੈਂਦਾ ਹੈ। ਜੇ ਤੁਸੀਂ ਕਦੇ ਸ਼ਰਨਾਰਥੀ ਬਣੇ ਹੋ ਤਾਂ ਇਸ ਗੱਲ ਦਾ ਮਾਣ ਕਰੋ। ਜੇ ਤੁਸੀਂ ਕਦੇ ਸ਼ਰਨਾਰਥੀ ਨਹੀਂ ਬਣੇ ਤਾਂ ਤੁਸੀਂ ਇਸ ਗੱਲ ਦਾ ਮਾਣ ਕਰੋ। 4 ਦਿਨ ਮਗਰੋਂ ਜਦੋਂ ਮੈਂ ਆਪਣੀ ਮਾਂ ਨਾਲ ਆਪਣੇ ਘਰ ਵੱਲ ਆ ਰਿਹਾ ਸਾਂ ਤਾਂ ਮੈਂ ਡਰਦੇ ਨੇ ਪਰ ਹੌਸਲਾ ਕਰਕੇ ਆਪਣੀ ਮਾਂ ਨੂੰ ਕਿਹਾ ਕਿ ਅੱਗਿਓਂ ਕਿਸੇ ਘਰ ਅਸੀਂ ਭਾਂਡੇ ਮਾਂਜਣ ਨਹੀਂ ਜਾਣਾ। ਮੇਰੇ ਅਸੀਂ ਨਹੀਂ ਜਾਣਾ ਵਾਲੇ ਸ਼ਬਦਾਂ ਨੂੰ ਸ਼ਾਇਦ ਅਸਰ ਕੀਤਾ ਸੀ ਅਤੇ ਮੇਰੀ ਮਾਂ ਨੇ ਕਿਹਾ, ਨਹੀਂ ਜਾਵਾਂਗੇ। ਮੇਰੇ ਇਹਨਾਂ ਸ਼ਬਦਾਂ ਨਾਲ ਅਤੇ ਮੇਰੀ ਮਾਂ ਦੇ ਦਿੱਤੇ ਜਵਾਬ ਨਾਲ ਉਸੇ ਪਲ ਉਸੇ ਰਸਤੇ ਵਿੱਚ ਹੀ ਮੇਰਾ ਬਚਪਨ ਮੁੱਕ ਗਿਆ ਸੀ। ਮੇਰੀ ਮਾਂ ਵੱਲੋਂ ਲਿਆਂਦੀ ਵਿਆਹ ਦੀ ਪਰੰਪਰਕ ਮਠਿਆਈ ਮੇਰੀਆਂ ਭੈਣਾਂ ਅਤੇ ਭਰਾ ਨੇ ਖਾਧੀ, ਪਰ ਮੇਰਾ ਉਹ ਖਾਣ ਨੂੰ ਮਨ ਹੀ ਨਹੀਂ ਸੀ ਕੀਤਾ। ਮੇਰੇ ਮੋਢੇ ਨਿੱਕੇ ਸਨ ਪਰ ਹਰ ਭਾਰ ਚੁੱਕਣ ਲਈ ਤਿਆਰੀ ਕਰ ਲਈ ਸੀ। ਇੱਥੋਂ ਸਿਲਸਿਲਾ ਆਰੰਭ ਹੋਇਆ ਨਿੱਕੀਆਂ ਉਜਰਤਾਂ ਵਾਲੇ ਕੰਮਾਂ ਦਾ। ਅਗਲੇ ਲਗਭਗ 15 ਸਾਲਾਂ ਵਿੱਚ ਮੈਂ ਲਗਭਗ 25 ਕੰਮ ਕੀਤੇ। ਜੋ ਕੰਮ ਮਿਲਿਆ ਉਹ ਕੀਤਾ, ਜੋ ਨਹੀਂ ਕੀਤਾ, ਜੋ ਉਹ ਕਰਨਾ ਪੈਂਦਾ ਉਹ ਵੀ ਕਰਨਾ ਸੀ। ਇਹਨਾਂ ਕੰਮਾਂ ਤੋਂ ਪ੍ਰਾਪਤ ਕੀਤੇ ਅਨੁਭਵਾਂ ਅਤੇ ਵੇਖੇ ਸੁਣੇ ਸਮਝੇ ਦੇ ਆਧਾਰ 'ਤੇ ਜ਼ਿੰਦਗੀ ਦਾ ਥਾਣ ਖੁੱਲ੍ਹਦਾ ਰਿਹਾ ਹੈ ਅਤੇ ਇਹ ਅਨੁਭਵ ਸਿੱਧੇ ਅਸਿੱਧੇ ਢੰਗ ਨਾਲ ਮੇਰੀਆਂ ਲਿਖਤਾਂ ਵਿੱਚ ਦਰਜ ਹੁੰਦੇ ਰਹੇ ਹਨ। ਜਿਸ ਡਾਕਟਰ ਕੋਲ ਆਪਣੀ ਭੈਣ ਦੇ ਇਲਾਜ ਦਾ ਬਿੱਲ ਨਾ ਦੇ ਸਕਣ ਕਰਕੇ ਮੇਰੇ ਜੀਵਨ ਦੀ ਸਭ ਤੋਂ ਪਹਿਲੀ ਨੌਕਰੀ ਲੱਗੀ, ਉਸਨੇ ਸੇਵਾ ਮੁਕਤੀ ਉਪਰੰਤ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ। ਅਜਿਹੇ ਡਾਕਟਰ ਸਰਕਾਰੀ ਹਸਪਤਾਲ ਵਿੱਚ ਤਾਂ ਸਫਲ ਹੁੰਦੇ ਹਨ, ਪਰ ਉਸ ਵੇਲੇ ਆਮ ਸਧਾਰਨ ਲੋਕ ਕੰਮ ਚਲਾਊ ਡਾਕਟਰਾਂ ਕੋਲ ਜਾਂਦੇ ਸਨ, ਜਿਨ੍ਹਾਂ ਕੋਲ 10-12 ਸਿੱਕੇਬੰਦ ਦਵਾਈਆਂ ਹੁੰਦੀਆਂ ਸਨ। ਮੇਰਾ ਕੰਮ ਵੀ ਡਾਕਟਰ ਦੇ ਕਲੀਨਿਕ ਵਿੱਚ ਮਲਮਾਂ ਅਤੇ ਪੀਸੀਆਂ ਗੋਲੀਆਂ ਦੀਆਂ ਪੁੜੀਆਂ ਬਣਾਉਣਾ ਹੁੰਦਾ ਸੀ। ਉਂਝ ਡਾਕਟਰ ਕੋਲ ਮਰੀਜ਼ ਘੱਟ ਵੱਧ ਹੀ ਆਉਂਦੇ ਸਨ, ਕਿਉਂਕਿ ਜੇ ਕਿਸੇ ਨੂੰ ਲੋੜ ਪੈਂਦੀ ਸੀ ਤਾਂ ਉਹ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਚਲਾ ਜਾਂਦਾ ਸੀ। ਉਸ ਸਮੇਂ ਹੁਣ ਵਾਂਗ ਦਵਾਈਆਂ ਦੀ ਭਰਮਾਰ ਨਹੀਂ ਸੀ ਹੁੰਦੀ, ਨਾ ਹੀ ਬਹੁਤੀਆਂ ਬਿਮਾਰੀਆਂ ਹੁੰਦੀਆਂ ਸਨ। ਜਾਂ ਲੋਕਾਂ ਦਾ ਪੇਟ ਖਰਾਬ ਹੁੰਦਾ ਸੀ ਜਾਂ ਅੱਖਾਂ ਦੁਖਣ ਲੱਗ ਪੈਂਦੀਆਂ ਸਨ। ਉਸ ਵੇਲੇ ਡਾਕਟਰ ਦੀ ਦੁਕਾਨ 'ਤੇ 50 ਕੁ ਸਾਲ ਦੀ ਭਾਰੇ ਸਰੀਰ ਅਤੇ ਸਾਂਵਲੇ ਰੰਗ ਦੀ ਇੱਕ ਔਰਤ ਆਉਂਦੀ ਸੀ। ਮੈਨੂੰ ਨਹੀਂ ਪਤਾ ਉਸ ਨੂੰ ਕੀ ਰੋਗ ਸੀ। ਬਹੁਤ ਸਾਲ ਮਗਰੋਂ ਮੈਨੂੰ ਮਹਿਸੂਸ ਹੋਇਆ ਕਿ ਡਾਕਟਰ ਕੋਲ ਗੱਲਾਂ ਕਰਨ ਆਉਂਦੀ ਸੀ। ਜਦੋਂ ਮੈਂ ਆਧੁਨਿਕ ਮਨੋਵਿਗਿਆਨ ਦੇ ਬਾਨੀ ਫਰਾਇਡ ਦੀ ਜੀਵਨੀ ਪੜ੍ਹੀ ਤਾਂ ਉਸ ਵਿੱਚੋਂ ਫਰਾਇਡ ਕੋਲ ਇੱਕ ਔਰਤ ਕਿਸੇ ਬਿਮਾਰੀ ਦੇ ਬਹਾਨੇ ਨਾਲ ਆਉਂਦੀ ਸੀ, ਪਰ ਆਉਂਦੀ ਉਹ ਫਰਾਇਡ ਨਾਲ ਗੱਲਾਂ ਕਰਨ ਸੀ। ਉਸ ਦੀ ਬਿਮਾਰੀ ਗੱਲਾਂ ਨਾਲ ਠੀਕ ਹੋ ਜਾਂਦੀ ਸੀ।
ਜਦੋਂ ਉਹ ਠੀਕ ਹੋ ਜਾਂਦੀ ਸੀ ਤਾਂ ਕੁਝ ਦਿਨ ਮਗਰੋਂ ਉਹ ਕਿਸੇ ਨਵੀਂ ਤਕਲੀਫ ਦਾ ਬਹਾਨਾ ਕਰਕੇ ਫਿਰ ਆਉਣ ਲੱਗ ਪੈਂਦੀ ਸੀ। ਮੈਨੂੰ ਡਾਕਟਰ ਅਤੇ ਉਸ ਸਾਂਵਲੇ ਰੰਗ ਦੀ ਔਰਤ ਦੀਆਂ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ, ਪਰ ਇਤਨੀ ਕੁ ਸਮਝ ਪੈਂਦੀ ਸੀ ਕਿ ਉਹ ਝੋਲ-ਮੋਲ ਕਰਦੇ ਸਨ ਅਤੇ ਮੈਂ ਬਿਨਾਂ ਡਾਕਟਰ ਦੇ ਆਦੇਸ਼ ਦੇ ਹੀ ਬਾਹਰ ਸਟੂਲ ਤੇ ਚੌਕੀਦਾਰਾ ਕਰਦਾ ਸਾਂ। ਡਾਕਟਰ ਮੈਨੂੰ ਜਿਹੜਾ ਕੰਮ ਕਰਨ ਲਈ ਭੇਜਦਾ ਸੀ ਉਹ ਮੈਂ ਝਟਪਟ ਕਰਕੇ ਮੁੜ ਆਉਂਦਾ ਸਾਂ। ਉਸ ਸਮੇਂ ਹਲਵਾਈ ਮਲਾਈ ਵੀ ਵੇਚਦੇ ਸਨ, ਕਿਉਂਕਿ ਸ਼ਾਮ ਨੂੰ ਉਸ ਵੇਲੇ ਲੋਕਾਂ ਨੂੰ ਕੜਿਆ ਹੋਇਆ ਦੁੱਧ ਪੀਣ ਦੀ ਆਦਤ ਸੀ। ਇੱਕ ਵਾਰੀ ਡਾਕਟਰ ਨੇ ਮੈਨੂੰ ਰੁਪਈਆ ਦੇ ਕੇ ਕੁਝ ਦੂਰ ਇੱਕ ਹਲਵਾਈ ਕੋਲੋਂ ਮਲਾਈ ਲੈਣ ਲਈ ਭੇਜਿਆ। ਮੈਂ ਦੌੜ ਕੇ ਗਿਆ ਅਤੇ ਮਲਾਈ ਲੈ ਕੇ ਜਲਦੀ ਆ ਗਿਆ, ਪਰ ਡਾਕਟਰ ਨੇ ਮੈਨੂੰ ਜਲਦੀ ਆਉਣ ਦੀ ਝਾੜ ਪਾਈ ਅਤੇ ਆਰਾਮ ਨਾਲ ਜਾਣ ਅਤੇ ਆਉਣ ਲਈ ਕਿਹਾ। ਜਦੋਂ ਮੈਂ ਅਗਲੀ ਵਾਰੀ ਗਿਆ ਤਾਂ ਇੱਕ ਗਾਹਕ ਨੇ ਅੱਧੇ ਰੁਪਏ ਦੀ ਮਲਾਈ ਲਈ। ਮੈਂ ਵੇਖਿਆ ਕਿ ਪਿਛਲੀ ਵਾਰੀ ਜਿਹੜੀ ਮਲਾਈ ਮੈਂ ਰੁਪਏ ਦੀ ਲਈ ਸੀ ਉਹ ਵੀ ਲਗਭਗ ਉਤਨੀ ਹੀ ਸੀ। ਮੈਂ ਵੀ ਅੱਧੇ ਰੁਪਏ ਦੀ ਮਲਾਈ ਲਈ ਅਤੇ ਬਹਿ ਕੇ ਉਂਗਲੀ ਨਾਲ ਖਾਧੀ ਨਹੀਂ ਮਾਣੀ ਅਤੇ ਦੂਜੇ ਅੱਧੇ ਰੁਪਏ ਦੀ ਮਲਾਈ ਲੈ ਕੇ ਡਾਕਟਰ ਕੋਲ ਵਾਪਸ ਆ ਗਿਆ। ਡਾਕਟਰ ਨੇ ਉਹ ਮਲਾਈ ਉਸ ਔਰਤ ਨੂੰ ਖਾਣ ਲਈ ਦਿੱਤੀ ਅਤੇ ਇਸ ਗੱਲ 'ਤੇ ਮੈਨੂੰ ਮਹਿਸੂਸ ਹੋਇਆ ਕਿ ਮਰੀਜ਼ ਔਰਤ ਨਹੀਂ ਸੀ, ਡਾਕਟਰ ਉਸਦਾ ਮਰੀਜ਼ ਸੀ, ਕਿਉਂਕਿ ਡਾਕਟਰ ਮਰੀਜ਼ ਨੂੰ ਦਵਾਈ ਦਿੰਦਾ ਹੈ, ਮਲਾਈ ਨਹੀਂ ਖਵਾਉਂਦਾ। ਇੱਕ ਦੋ ਵਾਰੀ ਮਲਾਈ ਖਾਣ ਉਪਰੰਤ ਉਹ ਔਰਤ ਮਲਾਈ ਵਾਲਾ ਦੂਨਾ ਮੈਨੂੰ ਦੇਣ ਲੱਗ ਪਈ। ਇੱਥੋਂ ਮਲਾਈ ਨਾਲ ਪਿਆਰ ਪੈ ਗਿਆ। ਮੈਂ ਵੇਖਿਆ ਹੈ ਕਿ ਕਿਸੇ ਨੂੰ ਭਾਵੇਂ ਕੁਝ ਆਉਂਦਾ ਹੋਵੇ ਨਾ ਆਉਂਦਾ ਹੋਵੇ, ਪਰ ਮਲਾਈ ਖਾਣੀ ਆਉਂਦੀ ਹੁੰਦੀ ਹੈ। ਲਗਭਗ 20 ਵਾਰੀ ਮਲਾਈ ਖਾਣ ਦਾ ਅਵਸਰ ਮਿਲਿਆ। ਮਲਾਈ ਕਾਰਨ ਮੈਨੂੰ ਉਹ ਔਰਤ ਦਿਲਚਸਪ ਲੱਗਣ ਲੱਗ ਪਈ, ਕਿਉਂਕਿ ਉਸ ਦੇ ਆਉਣ ਨਾਲ ਮੇਰਾ ਮਲਾਈ ਵਾਲਾ ਪ੍ਰੋਗਰਾਮ ਆਰੰਭ ਹੋ ਜਾਂਦਾ ਸੀ, ਜਿਸ ਕਾਰਨ ਉਸ ਔਰਤ ਦੀ ਮੈਂ ਡਾਕਟਰ ਨਾਲੋਂ ਵੀ ਵੱਧ ਉਡੀਕ ਕਰਦਾ ਸਾਂ। ਮੇਰੇ ਅਤੇ ਉਸ ਔਰਤ ਵਿਚਾਲੇ ਸੰਬੰਧ ਮਲਾਈ ਵਾਲੇ ਸਨ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਸਖਤ ਮਿਹਨਤ ਕਰਨ ਦੇ ਅਨੇਕਾਂ ਅਵਸਰ ਮਿਲੇ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੀ ਵਿਸ਼ਾਲ ਸੂਝ ਅਤੇ ਡੂੰਘਾ ਅਨੁਭਵ ਦਿੱਤਾ। ਦੇਸ਼ ਵੰਡ ਉਪਰੰਤ ਸਥਿਤੀਆਂ ਹੀ ਅਜਿਹੀਆਂ ਸਨ ਕਿ ਉਜੜਿਆ ਹੋਇਆ ਹਰੇਕ ਵਿਅਕਤੀ ਸੰਕਟਾਂ ਵਿੱਚੋਂ ਲੰਘ ਰਿਹਾ ਸੀ। ਮੈਨੂੰ ਉਦੋਂ ਵੀ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਗਰੀਬ ਸਾਂ। ਇਤਨਾ ਹੀ ਮਹਿਸੂਸ ਹੁੰਦਾ ਸੀ ਕਿ ਸਾਡੇ ਕੋਲ ਪੈਸੇ ਨਹੀਂ ਸਨ। ਉਦੋਂ ਕਿਸੇ ਕੋਲ ਵੀ ਪੈਸੇ ਨਹੀਂ ਸਨ। ਕਿਸੇ ਕੋਲ ਕੋਈ ਕੰਮ ਕਰਵਾ ਕੇ ਦੇਣ ਜੋਗੇ ਵੀ ਪੈਸੇ ਨਹੀਂ ਸਨ। ਜੇ ਜ਼ਿੰਦਗੀ ਦਾ ਯਥਾਰਥ ਵੇਖਣਾ ਹੈ ਤਾਂ ਖਾਲੀ ਜੇਬ ਨਾਲ ਗੁਜ਼ਾਰਾ ਕਰਕੇ ਵੇਖੋ। ਅਸੀਂ ਸਾਰੇ ਸਵੇਰੇ ਸੂਰਜ ਦੇ ਜਾਗਣ ਤੋਂ ਪਹਿਲਾਂ ਉੱਠਦੇ ਸਾਂ ਅਤੇ ਜੋ ਕੰਮ ਮਿਲਦਾ ਜਿੱਥੇ ਮਿਲਦਾ ਸੀ ਉਹ ਕਰਦੇ ਸਾਂ। ਉਸ ਵੇਲੇ ਕੰਮ ਹੀ ਸਰੀਰਕ ਮਜ਼ਦੂਰੀ ਵਾਲੇ ਸਨ। ਸਾਡੀ ਕਿਸਮਤ ਚੰਗੀ ਸੀ ਕਿ ਅਸੀਂ ਸਰੀਰਕ ਪੱਖੋਂ ਤੰਦਰੁਸਤ ਸਾਂ ਅਤੇ ਹਿਲ ਜੁਲ ਇਤਨੀ ਸੀ ਕਿ ਸਭ ਕੁਝ ਪੂਰੀ ਤਰ੍ਹਾਂ ਹਜ਼ਮ ਹੋ ਜਾਂਦਾ ਸੀ ਅਤੇ ਲੇਟਦਿਆਂ ਹੀ ਨੀਂਦਰ ਆ ਜਾਂਦੀ ਸੀ। ਬਚਪਨ ਦੀ ਇਸ ਸਿਖਲਾਈ ਨੇ ਸੁਸਤੀ, ਆਲਸ, ਬਹਾਨੇ ਅਤੇ ਕੰਮ ਟਾਲਣ ਦੀ ਬਿਰਤੀ ਹੁਣ ਤੱਕ ਉਪਜਣ ਹੀ ਨਹੀਂ ਦਿੱਤੀ। ਸਾਡੀ ਮਾਂ ਪਰਿਵਾਰ ਦੀ ਆਗੂ ਸੀ। ਉਹ ਰੋਜ਼ ਸੁਖਵਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂਦੀ ਸੀ। 3-4 ਮੀਲ ਦੀ ਇਸ ਸੈਰ ਨਾਲ ਉਹ ਰਿਸ਼ਟ-ਪੁਸ਼ਟ ਰਹਿੰਦੀ ਸੀ। ਉਸਨੇ ਮੁਹੱਲੇ ਦੀਆਂ ਔਰਤਾਂ ਦਾ ਜੱਥਾ ਬਣਾਇਆ ਹੋਇਆ ਸੀ। ਗੁਰਦੁਆਰੇ ਤੀਰਥ ਯਾਤਰਾਵਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਸਨ। ਇਹਨਾਂ ਯਾਤਰਾਵਾਂ ਰਾਹੀਂ ਉਸਨੇ ਸਾਰਾ ਭਾਰਤ ਗਾਇਆ ਹੋਇਆ ਸੀ। ਉਸਨੇ ਹੇਮਕੁੰਟ ਸਾਹਿਬ ਦੀ ਯਾਤਰਾ ਕਈ ਵਾਰ ਕੀਤੀ ਸੀ। ਜਦੋਂ ਸਾਨੂੰ ਯੂਨੀਵਰਸਿਟੀ ਛੁੱਟੀਆਂ ਹੁੰਦੀਆਂ ਸਨ, ਉਦੋਂ ਮੇਰੀ ਮਾਂ ਆਪਣੇ ਨਾਲ ਜੱਥੇ ਨਾਲ ਸੈਰ ਸਪਾਟੇ ਲਈ ਨਿਕਲ ਜਾਂਦੀ ਸੀ। ਸਾਡੇ ਪਿਤਾ ਟਿਕਾਊ ਜੀਵਨ ਦੇ ਅਭਿਲਾਸ਼ੀ ਸਨ। ਜੇ ਸਾਡੇ ਮਾਂ ਕੋਲ ਸਾਧਨ ਹੁੰਦੇ ਤਾਂ ਉਸਨੇ ਬੜਾ ਕੁਝ ਕਰਨਾ ਸੀ। ਉਹ ਚੰਗੇ ਖੁਸ਼ਹਾਲ ਜੀਵਨ ਦੀ ਅਭਿਲਾਸ਼ੀ ਸੀ। ਉਸ ਵਿੱਚ ਨਵੇਂ ਸੱਭਿਆਚਾਰਾਂ, ਨਵੇਂ ਲੋਕਾਂ ਬਾਰੇ ਜਾਣਨ ਦੀ ਤਾਂਘ ਸੀ। ਮੇਰਾ ਖਿਆਲ ਹੈ ਕਿ ਘੁੰਮਣ ਫਿਰਨ ਦੀਆਂ ਸਾਡੀ ਮਾਂ ਦੀਆਂ ਅਧੂਰੀਆਂ ਰਹਿ ਗਈਆਂ
ਵਿਉਂਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਉਸ ਦੀਆਂ ਅਗਲੇਰੀਆਂ ਪੀੜ੍ਹੀਆਂ ਨੇ ਨਿਭਾਈ ਹੈ। ਜੇ ਉਸ ਨਾਲ ਜ਼ਿੰਦਗੀ ਵਫਾ ਕਰਦੀ ਤਾਂ ਉਸ ਦੇ ਪੋਤਰਿਆਂ ਨੇ ਉਸ ਨੂੰ ਵਿਸ਼ਵ ਯਾਤਰਾ ਦੇ ਨਵੇਂ ਤਜਰਬੇ ਅਤੇ ਅਨੁਭਵ ਦੇਣੇ ਸੀ। ਖੁਸ਼ਹਾਲ ਜੀਵਨ ਦਾ ਇੱਕ ਮਹੱਤਵਪੂਰਨ ਅਤੇ ਲਾਜ਼ਮੀ ਪੱਖ ਸੈਰ ਸਪਾਟਾ ਹੈ। ਸੈਰ ਸਪਾਟਾ ਦ੍ਰਿਸ਼ਟੀ ਵਿਸ਼ਾਲ ਕਰਦਾ ਹੈ, ਪੱਖਪਾਤ ਦੂਰ ਕਰਦਾ ਹੈ ਅਤੇ ਹੋਰਾਂ ਨੂੰ ਪ੍ਰਵਾਨ ਕਰਨ ਦੀ ਦਲੇਰੀ ਉਪਜਾਉਂਦਾ ਹੈ। ਪਹਿਲੀ ਤੋਂ 10ਵੀਂ ਤੱਕ ਦੀ ਸਿੱਖਿਆ ਮੈਂ ਪਟਿਆਲੇ ਦੇ ਢੁਡਿਆਲ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸਾਡਾ ਸਕੂਲ ਤਾਂ ਲੱਗਦਾ ਹੀ ਨਹੀਂ ਸੀ, ਪਰ ਬੋਰਡ ਸਕੂਲ ਦਾ ਲੱਗਿਆ ਹੋਣ ਕਰਕੇ ਅਤੇ ਵਿਦਿਆਰਥੀਆਂ ਦੇ ਰੌਲੇ ਰੱਪੇ ਕਾਰਨ ਸਕੂਲ ਦਾ ਭੁਲੇਖਾ ਜ਼ਰੂਰ ਪਾਉਂਦਾ ਸੀ। ਮੈਨੂੰ ਨੇੜੇ ਦੇ ਇੱਕ ਮੁਹੱਲੇ ਦੇ ਇਸ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਦਾਖਲੇ ਦੀਆਂ ਲੋੜਾਂ ਦੀ ਪੂਰਤੀ ਲਈ ਭਾਰਤ ਦੇ ਲੱਖਾਂ ਵਿਦਿਆਰਥੀਆਂ ਵਾਂਗ ਮੇਰੀ ਜਨਮ ਮਿਤੀ ਬਦਲ ਗਈ। ਹੁਣ ਮੈਂ ਕਹਿ ਸਕਦਾ ਹਾਂ ਕਿ ਮੇਰੇ ਸਕੂਲ ਤੋਂ ਇਹ ਵੀ ਪਤਾ ਲੱਗਦਾ ਸੀ ਕਿ ਸਕੂਲ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ। ਸਾਡਾ ਸਕੂਲ ਨਹੀਂ ਸੀ ਲੱਗਦਾ ਅਤੇ ਅਸੀਂ ਵਿਦਿਆਰਥੀ ਨਹੀਂ ਸਾਂ ਲੱਗਦੇ। ਪਹਿਲੀਆਂ 3 ਜਮਾਤਾਂ ਤੱਕ ਅਸੀਂ ਲੰਮੇ ਕੁੜਤਿਆਂ ਨਾਲ ਥੱਲੋਂ ਨੰਗੇ ਹੀ ਸਕੂਲ ਚਲੇ ਜਾਂਦੇ ਸਾਂ। ਹੁਣ ਮੈਨੂੰ ਯਾਦ ਆਉਂਦਾ ਹੈ ਕਿ ਲੁਧਿਆਣੇ ਇੱਕ ਸਕੂਲ ਸੀ ਜਿਸ ਦੇ ਨੇੜੇ ਯਤੀਮਖਾਨਾ ਸੀ। ਇੱਕ ਵਾਰੀ ਯਤੀਮਖਾਨੇ ਦੇ 8 ਬੱਚੇ ਵੀ ਉਸ ਸਕੂਲ ਵਿੱਚ ਦਾਖਲ ਕੀਤੇ ਗਏ ਅਤੇ ਉਸ ਸਕੂਲ ਦਾ ਨਾਂ ਯਤੀਮਾਂ ਦਾ ਸਕੂਲ ਪੈ ਗਿਆ ਅਤੇ ਆਲੇ ਦੁਆਲੇ ਦੇ ਪਰਿਵਾਰਾਂ ਨੇ ਆਪਣੇ ਬੱਚੇ ਹਟਾ ਲਏ ਸਨ। ਭਾਵੇਂ ਸਾਡਾ ਸਕੂਲ ਯਤੀਮਾਂ ਦਾ ਸਕੂਲ ਤਾਂ ਨਹੀਂ ਸੀ, ਪਰ ਮੀਂਹਾਂ ਵਾਲੇ ਦਿਨਾਂ ਵਿੱਚ ਅਸੀਂ ਯਤੀਮ ਹੀ ਲੱਗਦੇ ਸਾਂ। ਇਸ ਸਕੂਲ ਦੇ ਜਿਹੜੀ ਪੜ੍ਹਾਈ ਕਰਵਾਈ ਉਹ ਤਾਂ ਯਾਦ ਨਹੀਂ, ਪਰ ਇਸ ਨੇ ਹੋਰ ਬੜਾ ਕੁਝ ਸਿਖਾਇਆ। ਸਕੂਲ ਦੀ ਸਫਾਈ ਵਿਦਿਆਰਥੀ ਆਪ ਹੀ ਕਰਦੇ ਸਨ। ਫਰਸ਼ ਕੱਚਾ ਹੋਣ ਕਰਕੇ ਸਫਾਈ ਕਰਨ ਦੇ ਬਾਵਜੂਦ ਸਫਾਈ ਨਜ਼ਰ ਨਹੀਂ ਸੀ ਆਉਂਦੀ। ਅਸੀਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਆ ਕੇ ਮਿੱਟੀ ਉਡਾ ਕੇ, ਪਾਣੀ ਤਰੌਂਕ ਕੇ, ਘਰੋਂ ਲਿਆਂਦੇ ਤੱਪੜ ਵਿਛਾ ਕੇ ਵਿਦਿਆਰਥੀ ਲੱਗਣ ਦਾ ਯਤਨ ਕਰਦੇ ਸਨ। ਸਕੂਲ ਨੇ ਸਾਨੂੰ ਆਤਮ ਨਿਰਭਰ ਹੋਣਾ ਸਿਖਾਇਆ ਅਤੇ ਆਪਣੇ ਉੱਤੇ ਹੱਸਣ ਦੀ ਆਦਤ ਪਾਈ। ਸਾਨੂੰ ਵੇਖ ਕੇ ਲੋਕ ਵੀ ਹੱਸਦੇ ਸਨ। 5ਵੀਂ ਤੱਕ ਅਸੀਂ ਘਰੋਂ ਫੱਟੀ ਲੈ ਕੇ ਸਕੂਲ ਜਾਂਦੇ ਸਾਂ ਅਤੇ ਇਹ ਕਾਪੀਆਂ ਦਾ ਨਹੀਂ, ਸਲੇਟਾਂ ਦਾ ਜ਼ਮਾਨਾ ਸੀ। ਸਲੇਟ ਨੂੰ ਜੀਭ ਨਾਲ ਚੱਟ ਕੇ ਅੱਖਰ ਮਿਟਾਉਣ ਦਾ ਰਿਵਾਜ ਸੀ। ਜੀਭ ਨਾਲ ਚੱਟਣ ਕਰਕੇ ਡਰ ਵੀ ਲੱਗਦਾ ਸੀ ਕਿ ਕਿਧਰੇ ਵਿੱਦਿਆ ਦੀ ਦੇਵੀ ਨਾਰਾਜ਼ ਨਾ ਹੋ ਜਾਵੇ। ਪੜ੍ਹਾਈ ਦਾ ਜੇ ਤਣਾਅ ਹੁੰਦਾ ਸੀ ਤਾਂ ਉਹ ਪੈਨਸਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾ ਲੈਂਦੇ ਸਾਂ। ਜੇ ਕੋਈ ਆਪਣਾ ਤੱਪੜ ਲਿਆਉਣਾ ਭੁੱਲ ਜਾਂਦਾ ਸੀ ਤਾਂ ਉਸ ਨੂੰ ਗਵਾਂਢੀ ਆਪਣੇ ਤੱਪੜ ਤੇ ਬਿਠਾ ਲੈਂਦਾ ਸੀ। ਕਿਤਾਬ ਵਿੱਚ ਮੋਰ ਦਾ ਖੰਭ ਇਹ ਸੋਚ ਕੇ ਰੱਖਿਆ ਜਾਂਦਾ ਸੀ ਕਿ ਇਸ ਨਾਲ ਅਸੀਂ ਲਾਇਕ ਹੋ ਜਾਵਾਂਗੇ। ਸਕੂਲ ਵਿੱਚ 6ਵੀਂ ਜਮਾਤ ਤੋਂ ਅੰਗਰੇਜ਼ੀ ਪੜ੍ਹਨੀ ਆਰੰਭ ਕਰਨ ਤੋਂ ਪਹਿਲਾਂ ਅਖਬਾਰ ਵਿੱਚ ਕੰਮ ਕਰਨ ਕਰਕੇ ਮੈਂ ਅੰਗਰੇਜ਼ੀ ਦੇ ਸਧਾਰਨ ਵਾਕ ਵੀ ਬਣਾਉਣ ਲੱਗ ਪਿਆ ਸਾਂ। ਇਸ ਵੇਲੇ ਤੱਕ ਕਿਤਾਬਾਂ ਦੀ ਇੱਕ ਦੁਕਾਨ ਤੋਂ ਅੰਗਰੇਜ਼ੀ ਦੀ ਛੋਟੀ ਜਿਹੀ ਡਿਕਸ਼ਨਰੀ ਮੈਂ ਚੋਰੀ ਕਰ ਲਈ ਹੋਈ ਸੀ। ਬਸਤਾ ਕੱਪੜੇ ਦਾ ਥੈਲਾ ਹੁੰਦਾ ਸੀ ਜਿਹੜਾ ਮਿਜ਼ਾਈਲ ਦਾ ਕੰਮ ਵੀ ਕਰਦਾ ਸੀ। ਸਕੂਲ ਮੁੱਕਣ ਤੋਂ ਪਹਿਲਾਂ ਹੀ ਆਪਣੀਆਂ ਕਿਤਾਬਾਂ ਕਾਪੀਆਂ ਅਸੀਂ ਬਸਤੇ ਵਿੱਚ ਸਲੀਕੇ ਨਾਲ ਪਾ ਲਿਆ ਕਰਦੇ ਸਾਂ। ਪਹਾੜੇ ਅਸੀਂ ਮੁਹਾਰਨੀ ਰਾਹੀਂ ਸਿੱਖੇ। ਇਹ ਕਾਲਜ ਪੜ੍ਹਾਈ ਅਤੇ ਮਨੋਰੰਜਨ ਦਾ ਸੁਮੇਲ ਹੁੰਦਾ ਸੀ। ਇਹ ਪਹਾੜੇ ਜੀਵਨ ਵਿੱਚ ਬੜੇ ਕੰਮ ਆਏ। ਮੈਂ ਮਹਿਸੂਸ ਕੀਤਾ ਹੈ ਕਿ ਜੇ ਅਧਿਆਪਕ ਗਾ ਕੇ ਪੜ੍ਹਾਉਣ ਤਾਂ ਬੱਚੇ ਜਲਦੀ ਸਿੱਖਦੇ ਹਨ। ਅਗਲੀ ਕਲਾਸ ਚੜ੍ਹਨ 'ਤੇ ਨਵਾਂ ਬਸਤਾ, ਨਵੀਆਂ ਕਿਤਾਬਾਂ ਮਿਲਣ ਅਤੇ ਲੈਣ ਦਾ ਬੜਾ ਚਾਅ ਹੁੰਦਾ ਸੀ। ਕਿਤਾਬਾਂ ਕਾਪੀਆਂ 'ਤੇ ਖਾਕੀ ਰੰਗ ਦੀ ਕਵਰ ਚੜ੍ਹਾਉਣ ਦਾ ਰਿਵਾਜ ਸੀ। ਕਿਤਾਬਾਂ 'ਤੇ ਜਿਲਦਾਂ ਚੜ੍ਹਾਉਣ ਦਾ ਵੀ ਰਿਵਾਜ ਸੀ। ਇਸ ਰਿਵਾਜ ਕਾਰਨ ਮੈਂ ਆਪ ਜਿਲਦਸਾਜੀ ਸਿੱਖੀ ਸੀ ਅਤੇ ਕੁਝ ਚਿਰ ਮੈਂ ਜਿਲਦਸਾਜੀ ਦਾ ਕੰਮ ਵੀ ਕੀਤਾ ਸੀ। ਮਾਤਾ ਪਿਤਾ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ। ਉਹ ਕਦੇ ਵੀ ਸਕੂਲ ਨਹੀਂ ਸੀ ਆਏ। ਇੱਕ ਵਾਰ ਜਦੋਂ ਮੇਰਾ ਵੱਡਾ ਭਰਾ ਸਕੂਲ ਆਇਆ ਸੀ ਤਾਂ ਮੈਂ ਸਜ਼ਾ ਭੁਗਤਣ ਵਾਲਿਆਂ ਦੀ ਲਾਈਨ ਵਿੱਚ ਖਲੋਤਾ ਸਾਂ। ਸਕੂਲ ਨੇੜੇ ਸੀ, ਸਾਰੇ ਵਿਦਿਆਰਥੀ ਪੈਦਲ ਹੀ ਆ ਜਾਂਦੇ ਸਨ। ਅਜੇ ਸਕੂਲੋਂ ਦੌੜ ਕੇ ਸਿਨੇਮੇ ਜਾਣ ਦਾ ਰਿਵਾਜ ਨਹੀਂ ਸੀ ਪਿਆ। ਸਾਡੇ ਸਕੂਲ ਵਿੱਚ
ਲੜ ਕੇ ਹੀ ਪੜ੍ਹਦੇ ਸਨ। ਸੋ ਕਿਸੇ ਵੱਲੋਂ ਆਪਣੀ ਜਮਾਤਨ ਨੂੰ ਆਈ ਲਵ ਯੂ ਕਹਿਣ ਦੀ ਨੌਬਤ ਨਹੀਂ ਸੀ ਆਈ। ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਅਸੀਂ ਯਥਾਰਥਕ ਸੰਸਾਰ ਦੇ ਯੋਧੇ ਸਾਂ, ਜਿਹੜੇ ਪੜ੍ਹਾਈ ਦੀਆਂ ਤੰਗ ਪੌੜੀਆਂ ਚੜ੍ਹਦੇ ਰਹੇ। ਡੰਡੇ ਖਾਂਦੇ ਸਾਂ, ਮੌਜਾਂ ਕਰਦੇ ਸਾਂ। ਕੱਪੜਿਆਂ ਵਿੱਚ ਵੱਟ ਸਾਨੂੰ ਕਦੇ ਦਿਸੇ ਹੀ ਨਹੀਂ ਸਨ। ਖੇਡਣ ਲਈ ਸਾਡੇ ਕੋਲ ਗੁੱਲੀ ਡੰਡਾ ਹੀ ਹੁੰਦਾ ਸੀ। ਕ੍ਰਿਕਟ ਅਜੇ ਸਾਡੇ ਤੋਂ ਦੂਰ ਹੀ ਸੀ। ਪੱਗ ਬੰਨ੍ਹਣ ਲੱਗ ਪਏ ਸਾਂ। ਸਕੂਲ ਵਿੱਚ ਜੋ ਜੀਵਨ ਅਸੀਂ ਜੀਵਿਆ ਹੈ ਉਹ ਚੰਗਾ ਹੀ ਨਹੀਂ, ਬਹੁਤ ਚੰਗਾ ਸੀ। ਵਸੀਲੇ ਨਹੀਂ ਸਨ, ਪਰ ਹਿੰਮਤ ਬੜੀ ਸੀ। ਸਕੂਲ ਦੇ ਆਪਣੇ ਅਧਿਆਪਕਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਆਤਮ ਨਿਰਭਰ ਬਣਾਇਆ, ਆਸ਼ਾਵਾਦੀ ਹੋਣਾ ਸਿਖਾਇਆ। ਅਸਫਲ ਹੋਣ ਦੇ ਬਾਵਜੂਦ ਸਫਲਤਾ ਵਿੱਚ ਸਾਡਾ ਭਰੋਸਾ ਬਣਾਈ ਰੱਖਿਆ। ਸਕੂਲ ਦਾ ਸਮਾਂ ਬੜੀ ਮੌਜ ਵਾਲਾ ਸਮਾਂ ਸੀ। ਸਾਡੇ ਸਕੂਲ ਵਿੱਚ ਡੰਡੇ ਦਾ ਰਾਜ ਸੀ। ਅਸੀਂ ਸਕੂਲ ਡੰਡੇ ਖਾਣ ਹੀ ਜਾਂਦੇ ਸਾਂ। ਅਸੀਂ ਇਹੀ ਸਮਝਦੇ ਸਾਂ ਕਿ ਡੰਡਾ ਸਕੂਲੀ ਪੜ੍ਹਾਈ ਦਾ ਲਾਜ਼ਮੀ ਅੰਗ ਸੀ। ਅਧਿਆਪਕਾਂ ਦੀ ਯੋਗਤਾ ਸਾਨੂੰ ਪ੍ਰਭਾਵਿਤ ਨਹੀਂ ਸੀ ਕਰਦੀ, ਪਰ ਡੰਡਾ ਬਹੁਤ ਪ੍ਰਭਾਵਸ਼ਾਲੀ ਯੋਗਤਾ ਨਿਭਾਉਂਦਾ ਸੀ। ਹਰੇਕ ਅਧਿਆਪਕ ਦੀ ਪਛਾਣ ਉਸਦਾ ਡੰਡਾ ਹੁੰਦੀ ਸੀ। ਭਾਵੇਂ ਕਈ ਅਧਿਆਪਕ ਡੰਡਾ ਵਰਤਦੇ ਨਹੀਂ ਸਨ, ਪਰ ਉਹਨਾਂ ਦੇ ਹੱਥ ਵਿੱਚ ਡੰਡਾ ਹੁੰਦਾ ਜ਼ਰੂਰ ਸੀ। ਹਰ ਡੰਡੇ ਦੀ ਮੋਟਾਈ ਅਤੇ ਲੰਬਾਈ ਵੱਖਰੀ ਹੁੰਦੀ ਸੀ, ਅਤੇ ਹਰੇਕ ਅਧਿਆਪਕ ਦੀ ਸ਼ਾਖ ਵੀ ਡੰਡੇ ਨਾਲ ਜੁੜੀ ਹੁੰਦੀ ਸੀ। ਹੈਡਮਾਸਟਰ ਸਾਹਿਬ ਆਪ ਵੀ ਡੰਡਾ ਰੱਖਦੇ ਸਨ। ਪਹਿਲਾਂ ਸਾਨੂੰ ਹੈਡਮਾਸਟਰ ਸਾਹਿਬ ਦਾ ਡੰਡਾ ਦਿਸਦਾ ਸੀ, ਫਿਰ ਸਾਨੂੰ ਹੈਡਮਾਸਟਰ ਸਾਹਿਬ ਵੀ ਦਿਸ ਪੈਂਦੇ ਸਨ। ਹੈਡਮਾਸਟਰ ਸਾਹਿਬ ਜੇ ਨੇੜਲੇ ਬਾਜ਼ਾਰ ਵਿੱਚੋਂ ਲੰਘਦੇ ਸਨ ਤਾਂ ਦੁਕਾਨਾਂ ਉਹਨਾਂ ਦੇ ਸਤਿਕਾਰ ਵਿੱਚ ਖਲੋ ਜਾਂਦੇ ਸਨ। ਦੁਕਾਨਦਾਰ 10 ਸਾਲਾਂ ਦੀ ਸਕੂਲ ਦੀ ਪੜ੍ਹਾਈ ਦੌਰਾਨ ਮੈਨੂੰ ਯਾਦ ਨਹੀਂ ਸੀ ਕਿ ਮੈਂ ਕਦੇ ਗੈਰ ਹਾਜ਼ਰ ਹੋਇਆ ਹੋਵਾਂ। ਜਿਉਂ-ਜਿਉਂ ਕਲਾਸ ਉੱਚੀ ਜਾਂਦੀ ਸੀ, ਡੰਡੇ ਦੀ ਸਾਡੇ 'ਤੇ ਵਰਤੋਂ ਘਟਦੀ ਜਾਂਦੀ ਸੀ। ਪਤਾ ਨਹੀਂ ਕਿਉਂ ਸਾਡੇ ਅਧਿਆਪਕਾਂ ਨੇ ਸਾਡੇ 'ਤੇ ਮਨੋਵਿਗਿਆਨ ਨਹੀਂ ਵਰਤਿਆ, ਉਹ ਡੰਡਾ ਹੀ ਵਰਤਦੇ ਰਹੇ। ਕਿਸੇ ਨੂੰ ਡੰਡੇ ਮਾਰਨ ਤੋਂ ਪਹਿਲਾਂ ਉਸ ਨੂੰ ਨਾਲਾਇਕ ਸਿੱਧ ਕੀਤਾ ਜਾਂਦਾ ਸੀ। ਖਬਰ ਛਪੀ ਹੈ ਕਿ ਚੇਨਈ ਵਿੱਚ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਡੰਡਾ ਮਾਰਨ ਕਰਕੇ 50,000 ਦਾ ਜੁਰਮਾਨਾ ਹੋਇਆ ਹੈ। ਜੇ ਇਹ ਨੇਮ ਸਾਡੇ ਸਕੂਲ 'ਤੇ ਵੀ ਲਾਗੂ ਹੁੰਦਾ, ਅਸੀਂ ਬਚਪਨ ਵਿੱਚ ਹੀ ਕਰੋੜਪਤੀ ਹੋ ਜਾਣਾ ਸੀ। ਹੁਣ ਮੈਂ ਹੈਰਾਨ ਹੁੰਦਾ ਹਾਂ ਕਿ ਡੰਡਿਆਂ ਦਾ ਨਾਂ ਅਸੀਂ ਕਿਸੇ ਪ੍ਰਕਾਰ ਦਾ ਰੋਸ਼ ਕਰਦੇ ਸਾਂ, ਨਾ ਬੁਰਾ ਮਨਾਉਂਦੇ ਸਾਂ। ਸ਼ਾਇਦ ਅਸੀਂ ਭਾਣਾ ਮੰਨਣਾ ਸਿੱਖ ਰਹੇ ਸਾਂ। ਕਈ ਵਾਰ ਪਤਾ ਹੁੰਦਾ ਸੀ ਕਿ ਅੱਜ ਡੰਡੇ ਪੈਣਗੇ, ਸੋ ਸਾਡੀ ਇੱਛਾ ਹੁੰਦੀ ਸੀ ਕਿ ਜਿਹੜੇ ਪੈਣੇ ਹਨ ਪੈ ਜਾਣ, ਤਾਂ ਕਿ ਨਿਸ਼ਚਿਤ ਹੋ ਕੇ ਬੈਠ ਜਾਈਏ। ਲੜਕਿਆਂ ਦਾ ਸਕੂਲ ਹੋਣ ਕਰਕੇ ਲੜਕੀਆਂ ਸਾਨੂੰ ਡੰਡੇ ਖਾਂਦਿਆਂ ਨਹੀਂ ਦੇਖ ਸਕਦੀਆਂ, ਸੋ ਅਸੀਂ ਬੇਇੱਜ਼ਤੀ ਮਹਿਸੂਸ ਹੀ ਨਹੀਂ ਸੀ ਕਰਦੇ। ਸਾਡੇ ਅਧਿਆਪਕਾਂ ਨੇ ਸਾਡੇ ਅਤੇ ਅਸੀਂ ਅਧਿਆਪਕਾਂ ਦੇ ਨਾਂ ਰੱਖੇ ਹੋਏ ਸਨ। ਇੱਕ ਅਧਿਆਪਕ ਮੈਨੂੰ ਚੋਰਾਂ ਵਾਲੀਆਂ ਅੱਖਾਂ ਵਾਲਾ ਕਹਿ ਕੇ ਬੁਲਾਉਂਦਾ ਸੀ। ਭੂਤਨੀ ਦਿਆ ਅਤੇ ਸਹੁਰੀ ਦਿਆ ਆਮ ਜਿਹਾ ਕਿਹਾ ਜਾਂਦਾ ਸੀ। ਇਹ ਸਭ ਕੁਝ ਦੇ ਬਾਵਜੂਦ ਕਿਸੇ ਵਿਦਿਆਰਥੀ ਨੇ ਪੜ੍ਹਾਈ ਨਹੀਂ ਸੀ ਛੱਡੀ। 9ਵੀਂ ਅਤੇ 10ਵੀਂ ਜਮਾਤ ਵਿੱਚ ਹੀ ਸਾਨੂੰ ਸਹੀ ਅਰਥਾਂ ਵਿੱਚ ਵਿਦਿਆਰਥੀ ਹੋਣ ਦਾ ਅਹਿਸਾਸ ਹੋਇਆ। ਅਲਜਬਰਾ ਸਮਝ ਹੀ ਨਹੀਂ ਸੀ ਪੈਂਦਾ। ਗਣਿਤ ਅਤੇ ਜਿਓਮੈਟਰੀ ਚੰਗੀ ਲੱਗਦੀ ਸੀ। ਭੂਗੋਲ ਦਿਲਚਸਪ ਲੱਗਦਾ ਸੀ। ਸਾਇੰਸ ਨੂੰ ਰੱਟਾ ਹੀ ਲਾਇਆ ਜਾਂਦਾ ਸੀ। ਅੰਗਰੇਜ਼ੀ ਸੌਖੀ ਲੱਗਦੀ ਸੀ। ਪੰਜਾਬੀ ਅਤੇ ਹਿੰਦੀ ਸੌਖੇ ਵਿਸ਼ੇ ਸਨ। ਹਰੇਕ ਵਿਅਕਤੀ, ਭਾਵੇਂ ਉਹ ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਿਆ ਹੋਵੇ, ਪਰ ਉਸ ਦੀਆਂ ਯਾਦਾਂ ਸਕੂਲ ਦੀਆਂ ਹੀ ਹੁੰਦੀਆਂ ਹਨ, ਕਿਉਂਕਿ ਸਕੂਲ ਵਿੱਚ ਬੜਾ ਲੰਮਾ ਅਰਸਾ ਗੁਜ਼ਾਰਿਆ ਹੁੰਦਾ ਹੈ। ਇੱਥੇ ਹੀ ਸਾਡੀ ਸੁੱਜਦੀਆਂ ਅੱਖਾਂ ਖੁੱਲ੍ਹਦੀਆਂ ਹਨ। ਇੱਥੇ ਹੀ ਸਾਨੂੰ ਸੰਸਾਰ ਦੀ ਸਮਝ ਪੈਣੀ ਆਰੰਭ ਹੁੰਦੀ ਹੈ। ਇੱਥੇ ਹੀ ਅਸੀਂ ਬਚਪਨ ਵਿੱਚੋਂ ਨਿਕਲ ਕੇ ਜਵਾਨੀ ਵਿੱਚ ਦਾਖਲ ਹੁੰਦੇ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਸਿੱਖਿਆ ਲੜਕਿਆਂ ਅਤੇ ਲੜਕੀਆਂ ਵਾਲੇ ਸਾਂਝੇ ਸਕੂਲ ਵਿੱਚ ਪ੍ਰਾਪਤ ਕਰਨੀ ਚਾਹੀਦੀ ਹੈ, ਅਤੇ ਅਧਿਆਪਕਾਂ ਨੂੰ ਡੰਡਾ ਨਹੀਂ, ਮਨੋਵਿਗਿਆਨ ਵਰਤਣਾ ਚਾਹੀਦਾ ਹੈ। ਸਾਡੇ ਸਕੂਲ ਦਾ ਨਾਂ ਖਾਲਸਾ ਸਕੂਲ ਸੀ। ਉਸ ਸਮੇਂ ਸ਼ਹਿਰ ਵਿੱਚ ਆਰੀਆ ਸਕੂਲ ਅਤੇ ਸਨਾਤਨ ਧਰਮ ਸਕੂਲ ਵੀ ਸਨ। ਮੈਂ ਮਹਿਸੂਸ ਕਰਦਾ ਹਾਂ ਕਿ ਕਿਸੇ ਧਰਮ ਜਾਂ ਫਿਰਕੇ ਨਾਲ ਜੁੜੇ ਸਕੂਲ ਪੂਰੇ ਸਕੂਲ ਨਹੀਂ ਹੁੰਦੇ। ਉਹਨਾਂ ਵਿੱਚ ਕੋਈ ਵੱਡੀ ਘਾਟ ਰਹਿ ਜਾਂਦੀ ਹੈ।
ਹਰੇਕ ਗੁਰਪੁਰਬ ਦੇ ਅਵਸਰ 'ਤੇ ਸਾਡੇ ਸਕੂਲ ਦਾ ਬੈਂਡ ਅਤੇ ਵਿਦਿਆਰਥੀ ਸ਼ਹਿਰ ਵਿੱਚ ਨਿਕਲਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਕਰਦੇ ਸਨ ਅਤੇ ਹੁਣ ਵੀ ਹੁੰਦੇ ਹਨ। ਖਾਲਸਾ ਸਕੂਲ ਦੇ ਵਿਦਿਆਰਥੀ ਹੋਣ ਕਾਰਨ ਸਾਡੀ ਹਿੰਦੀ ਕਮਜ਼ੋਰ ਹੀ ਰਹੀ। ਸਾਡੇ ਹਿੰਦੀ ਦੇ ਅਧਿਆਪਕ ਬੜੇ ਯੋਗ ਅਤੇ ਮਿਹਨਤੀ ਸਨ, ਪਰ ਖਾਲਸਾ ਸਕੂਲ ਹੋਣ ਕਰਕੇ ਸਕੂਲ ਦਾ ਸਮੁੱਚਾ ਵਾਤਾਵਰਨ ਹਿੰਦੀ ਪ੍ਰਤੀ ਉਦਾਸੀਨ ਹੀ ਰਿਹਾ। ਮੈਨੂੰ ਸਭ ਤੋਂ ਵਧੇਰੇ ਡਰ ਧਾਰਮਿਕ ਦੇ ਅਧਿਆਪਕ ਤੋਂ ਲੱਗਦਾ ਸੀ। ਸਾਡੇ ਇਹ ਅਧਿਆਪਕ ਦਿਸਣ ਵਿੱਚ ਬੜੇ ਸਾਹੂ, ਸਰਲ ਅਤੇ ਧਾਰਮਿਕ ਬਿਰਤੀ ਵਾਲੇ ਲੱਗਦੇ ਸਨ, ਪਰ ਸੁਭਾਅ ਵਜੋਂ ਬੜੇ ਕੌੜੇ, ਸਖਤ ਅਤੇ ਬੇਲਚਕ ਸਨ। ਮੇਰੀ ਧਾਰਨਾ ਹੈ ਕਿ ਧਰਮ ਨਾਲ ਜੁੜੇ ਸਕੂਲ ਵਿਦਿਆਰਥੀਆਂ ਨੂੰ ਧਰਮ ਤੋਂ ਬੇਮੁਖ ਕਰ ਦਿੰਦੇ ਹਨ। ਮੈਨੂੰ ਧਾਰਮਿਕ ਦੇ ਅਧਿਆਪਕ ਨਾਲ ਬੜੀ ਖਾਸ ਚਿੜ ਸੀ, ਪਰ ਉਹ ਮੈਨੂੰ ਧਾਰਮਿਕ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਵਜਿੰਦ ਸਨ। ਜਿਹੜੇ ਵਿਦਿਆਰਥੀ ਧਾਰਮਿਕ ਦੇ ਵਿਸ਼ੇ ਵਿੱਚ ਕਮਜ਼ੋਰ ਹੁੰਦੇ ਸਨ, ਉਹਨਾਂ ਨੂੰ ਸਾਡੇ ਇਹ ਅਧਿਆਪਕ ਕਲਾਸ ਦੇ ਅਖੀਰਲੇ ਬੈਂਚ 'ਤੇ ਖੜ੍ਹਾ ਕਰ ਦਿੰਦੇ ਸਨ। ਜਦੋਂ ਕਾਫਰਾਂ ਦੀ ਗਿਣਤੀ 3 ਹੋ ਜਾਂਦੀ ਸੀ ਤਾਂ ਇੱਕ ਪਾਸਿਓਂ ਖਲੋ ਕੇ ਮੱਛਰਦਾਨੀ ਵਾਲੀ ਪਤਲੀ ਸੋਟੀ ਨਾਲ ਉਹ ਸਾਡੇ 6 ਮਾਸੂਮ ਗੋਡਿਆਂ 'ਤੇ ਇੱਕੋ ਵਾਰੀ ਜ਼ੋਰ ਦਾ ਵਾਰ ਕਰਦੇ ਸਨ। ਕਲਾਸ ਦਾ ਸਾਹ ਰੁਕ ਜਾਂਦਾ ਸੀ, ਸਾਡੀਆਂ ਚੀਕਾਂ ਨਿਕਲ ਜਾਂਦੀਆਂ ਸਨ, ਪਰ ਅਸੀਂ ਅਧਿਆਪਕ ਦੀ ਸੋਟੀ ਨਾਲ ਵਾਰ ਕਰਨ ਦੀ ਮਹਾਰਤ ਦੀ ਦਾਤ ਜ਼ਰੂਰ ਦਿੰਦੇ ਸਾਂ। ਉਹਨਾਂ ਦੀ ਇਹ ਸਜ਼ਾ ਕਾਰਨ ਸਾਨੂੰ ਸਿੱਖ ਅਰਦਾਸ ਦੇ ਚਰਖੜੀਆਂ 'ਤੇ ਚੜ੍ਹਨ, ਪੁੱਠੀਆਂ ਖੱਲਾਂ ਲਹਾਉਣ ਵਾਲੇ ਬਾਖ ਪੂਰੇ ਸਮਝ ਆਉਂਦੇ ਸਨ। ਜੇ ਕਿਸੇ ਨੂੰ ਵਧੇਰੇ ਸਜ਼ਾ ਦੇਣੀ ਹੁੰਦੀ ਸੀ ਤਾਂ ਉਹ ਉਸ ਨੂੰ ਮੁਰਗਾ ਬਣਾ ਕੇ ਉਸ ਦੀ ਪਿੱਠ ਉੱਤੇ ਭਾਰੀ ਲਾਹੌਰੀ ਇੱਟ ਰੱਖ ਦਿੰਦੇ ਸਨ। ਅਸੀਂ ਜ਼ੁਲਮ ਸਹੇ, ਤਸੀਹੇ ਝੱਲੇ, ਪਰ ਸਿਦਕ ਨਹੀਂ ਹਾਰਿਆ ਅਤੇ ਅਸੀਂ ਸ਼ਰਧਾਵਾਨਾਂ ਵਾਂਗ 2 ਸਾਲ ਜ਼ੁਲਮਾਂ ਦਾ ਸਾਹਮਣਾ ਕੀਤਾ। ਸਕੂਲ ਵਿੱਚ ਮੇਰੇ ਅਖੀਰਲੀ 3 ਸਾਲ ਬੜੇ ਚੜ੍ਹਤ ਵਾਲੇ ਸਨ। ਮੇਰੇ ਕੋਲ ਪੜ੍ਹਾਈ ਸੰਬੰਧੀ ਜਾਂ ਸਕੂਲ ਦੀਆਂ ਯਾਦਾਂ ਹਨ ਜਾਂ ਯੂਨੀਵਰਸਿਟੀ ਦੀਆਂ। ਸਕੂਲ ਦੇ ਅਖੀਰਲੀ 3 ਸਾਲਾਂ ਵਿੱਚ ਮੈਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪੜ੍ਹਨ ਵਾਸਤੇ ਰੋਜ਼ ਖਬਰਾਂ ਲਿਖਦਾ ਸਾਂ। ਮੇਰਾ ਜ਼ੋਰ ਉਤਸ਼ਾਹ ਵਧਾਉਣ ਵਾਲੀਆਂ ਖਬਰਾਂ ਲਿਖਣ 'ਤੇ ਹੁੰਦਾ ਸੀ, ਜਿਵੇਂ ਕਿਸੇ ਡੈਮ ਦੀ ਉਸਾਰੀ, ਸੰਯੁਕਤ ਰਾਸ਼ਟਰ ਦਾ ਕੋਈ ਮਹੱਤਵਪੂਰਨ ਨਿਰਣਾ, ਕੋਈ ਨਵੀਂ ਕਾਢ, ਕਿਸੇ ਮੋਰਚੇ ਦਾ ਹਾਲ, ਪੰਡਿਤ ਨਹਿਰੂ ਵੱਲੋਂ ਕਿਸੇ ਯੋਜਨਾ ਦਾ ਉਦਘਾਟਨ ਆਦਿ। ਇੱਕ ਬੋਰਡ ਉੱਤੇ ਲਿਖਿਆ ਦਿਨ ਭਰ ਦੀਆਂ 7-8 ਮੁੱਖ ਖਬਰਾਂ ਰਾਹੀਂ ਹਰ ਕਿਸੇ ਨੂੰ ਉਸ ਦਿਨ ਦੀ ਅਖਬਾਰ ਪੜ੍ਹ ਲੈਣ ਦਾ ਅਹਿਸਾਸ ਹੁੰਦਾ ਸੀ। ਮੇਰੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਨਵੀਆਂ ਗੱਲਾਂ ਜਾਣਨ, ਨਵੇਂ ਤੱਥਾਂ ਵਾਲੇ ਵਿਕਾਸ ਤੋਂ ਜਾਣੂ ਹੋਣ ਅਤੇ ਆਪਣੇ ਆਪ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖਾਂ ਦੇ ਗਿਆਨ ਦੀ ਪ੍ਰਾਪਤੀ ਤੋਂ ਸਵੈ ਵਿਸ਼ਵਾਸ ਉਪਜਦਾ ਸੀ। ਖਬਰਾਂ ਲਿਖਣ ਦੀ ਇਸ ਜ਼ਿੰਮੇਵਾਰੀ ਕਾਰਨ ਮੈਂ ਕਦੇ ਵੀ ਸਕੂਲ ਤੋਂ ਗੈਰ ਹਾਜ਼ਰ ਨਹੀਂ ਸੀ ਹੋਇਆ। 9ਵੀਂ ਜਮਾਤ ਵਿੱਚ ਮੈਨੂੰ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਦਾ ਨਾਂ, ਉਹਨਾਂ ਦੀ ਰਾਜਧਾਨੀਆਂ ਅਤੇ ਉਹਨਾਂ ਦੀ ਕਰੰਸੀ ਦੇ ਨਾਂ ਦਾ ਪਤਾ ਹੁੰਦਾ ਸਨ। ਮੈਂ ਵਿਸ਼ਵ ਦੇ ਨਕਸ਼ੇ 'ਤੇ ਵੱਖ-ਵੱਖ ਦੇਸ਼ਾਂ ਨੂੰ ਪਛਾਣ ਸਕਦਾ ਸਾਂ। ਮੇਰੀ ਇਸ ਯੋਗਤਾ ਕਾਰਨ ਅਖਬਾਰ ਦੇ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਮਾਲਕ ਮੇਰੇ ਤੋਂ ਪ੍ਰਸ਼ਨ ਪੁੱਛਣ ਲਈ ਕਹਿੰਦੇ ਸਨ ਅਤੇ ਮੈਂ ਪੂਰੇ ਭਰੋਸੇ ਨਾਲ ਜਵਾਬ ਦਿੰਦਾ ਸਾਂ। ਅਸਲ ਵਿੱਚ ਆਮ ਸਧਾਰਨ ਵਿਅਕਤੀ ਨੂੰ 10-12 ਪ੍ਰਸਿੱਧ ਦੇਸ਼ਾਂ ਦੇ ਨਾਂ ਹੀ ਆਉਂਦੇ ਸਨ, ਜਿਸ ਕਾਰਨ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਾ ਮੁਸ਼ਕਲ ਨਹੀਂ ਸਨ। ਵੱਖ-ਵੱਖ ਦੇਸ਼ਾਂ ਬਾਰੇ ਅਜਿਹੀ ਸੂਚਨਾ ਦੇ ਆਧਾਰ 'ਤੇ ਹੀ ਮਗਰੋਂ ਮੈਂ ਕਈ ਦੇਸ਼ ਘੁੰਮ ਸਕਿਆ। ਉਸ ਸਮੇਂ ਸਕੂਲ ਵਿੱਚ ਸਾਡੀ 3 ਬੁਲਾਰਿਆਂ ਦੀ ਟੀਮ ਹੁੰਦੀ ਸੀ, ਜਿਹੜੀ ਸਕੂਲ ਵੱਲੋਂ ਭਾਸ਼ਣ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਂਦੀ ਸੀ, ਇਨਾਮ ਜਿੱਤਦੀ ਸੀ ਅਤੇ ਸਕੂਲ ਦੀ ਸ਼ੋਭਾ ਵਧਾਉਂਦੀ ਸੀ। ਮਾਪਿਆਂ ਦੀ ਬੱਚਿਆਂ ਦੀ ਸਿੱਖਿਆ ਵਿੱਚ ਦਿਲਚਸਪੀ ਸਕੂਲ ਪੱਧਰ ਤੱਕ ਹੀ ਹੁੰਦੀ ਹੈ ਅਤੇ ਸਕੂਲ ਪੱਧਰ ਤੱਕ ਪ੍ਰਾਪਤ ਕੀਤੀਆਂ ਮਹਾਰਤਾਂ ਅਗਲੇਰੇ ਪੜਾਵਾਂ ਵਿੱਚ ਸਹਾਈ ਹੁੰਦੀਆਂ ਹਨ। ਸਕੂਲ ਵਿੱਚੋਂ ਅਸੀਂ ਜਿੱਥੇ ਜਾਂਦੇ ਹਾਂ, ਪਹਿਲਾ ਜਾਂ ਦੂਜਾ ਇਨਾਮ ਜਿੱਤ ਕੇ ਲਿਆਉਂਦੇ ਸਾਂ। ਉਸ ਵੇਲੇ ਕੱਪ ਜਾਂ ਟਰੋਫੀ ਜਾਂ ਸ਼ਿਲਡ ਇਨਾਮ ਵਿੱਚ ਮਿਲਦੀ ਸੀ। ਜਦੋਂ ਅਸੀਂ ਕੋਈ ਇਨਾਮ ਜਿੱਤ ਕੇ ਲਿਆਉਂਦੇ ਸਾਂ ਤਾਂ ਅਗਲੇ ਦਿਨ ਸਕੂਲ ਵਿੱਚ ਪ੍ਰਾਰਥਨਾ ਸਮੇਂ
ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਸਾਹਮਣੇ ਅਸੀਂ ਪ੍ਰਤੀਯੋਗਿਤਾ ਵਿੱਚ ਉਚਾਰੇ ਗਏ ਭਾਸ਼ਣ ਦੁਹਰਾਉਂਦੇ ਸਾਂ, ਜਿਨ੍ਹਾਂ ਦਾ ਵਿਦਿਆਰਥੀ ਤਾੜੀਆਂ ਮਾਰ ਕੇ ਸਵਾਗਤ ਕਰਦੇ ਸਨ। ਸਾਡਾ ਸਕੂਲ ਸਹੂਲਤਾਂ ਪੱਖੋਂ ਬਹੁਤਾ ਵਸੀਲਿਆਂ ਵਾਲਾ ਨਹੀਂ ਸੀ, ਪਰ ਅਸੀਂ ਇਨਾਮ ਜਿੱਤ ਕੇ ਇਸ ਨੂੰ ਪ੍ਰਸਿੱਧ ਕਰਦੇ ਅਤੇ ਇਸ ਦੀ ਸ਼ਾਨ ਵਧਾਉਂਦੇ ਸਾਂ। ਯੂਰਪ ਵਿੱਚ ਭਾਸ਼ਣ ਦੇਣ ਦੀ ਯੋਗਤਾ ਵਿਸ਼ੇਸ਼ ਤੌਰ 'ਤੇ ਵਿਕਸਿਤ ਕੀਤੀ ਜਾਂਦੀ ਹੈ। ਇੰਗਲੈਂਡ ਵਿੱਚ 5 ਸਕੂਲ ਹਨ ਜਿਹੜੇ ਦੇਸ਼ ਲਈ ਪ੍ਰਧਾਨ ਮੰਤਰੀ ਸਿਰਜਣ ਦਾ ਕਾਰਜ ਕਰਦੇ ਹਨ। ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇਸ਼ ਦੇ ਰਾਸ਼ਟਰਪਤੀ ਉਸਾਰਦੀਆਂ ਹਨ। ਜਿਹੜੇ ਸਕੂਲ ਵਿਦਿਆਰਥੀਆਂ ਵਿੱਚ ਭਾਸ਼ਣ ਦੇਣ ਦੀ ਯੋਗਤਾ ਵਿਕਸਿਤ ਕਰਦੇ ਹਨ, ਉਹ ਸਕੂਲ ਦੇ ਸਾਰੇ ਵਿਦਿਆਰਥੀਆਂ ਵਿੱਚ ਸਵੈ ਵਿਸ਼ਵਾਸ ਉਸਾਰਨ ਦਾ ਉਪਰਾਲਾ ਵੀ ਕਰਦੇ ਹਨ। ਮੇਰੇ ਨਾਲ ਭਾਸ਼ਣ ਪ੍ਰਤੀਯੋਗਿਤਾ ਵਿੱਚ ਜਾਣ ਵਾਲਾ ਇੱਕ ਵਿਦਿਆਰਥੀ ਵਿਸ਼ਵ ਬੈਂਕ ਵਿੱਚ ਉੱਚੇ ਅਹੁਦੇ 'ਤੇ ਲੱਗਿਆ ਅਤੇ ਦੂਜਾ ਅਮਰੀਕਾ ਵਿੱਚ ਨਿਊਰੋਲੋਜੀ ਦਾ ਪ੍ਰਸਿੱਧ ਡਾਕਟਰ ਬਣਿਆ। ਹਰੇਕ ਦੀ ਜ਼ਿੰਦਗੀ ਵਿੱਚ ਕੁਝ ਮਹੱਤਵਪੂਰਨ ਮੋੜ ਆਉਂਦੇ ਹਨ ਜਿਹੜੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਬਦਲ ਦਿੰਦੇ ਹਨ। ਮੇਰੀ ਜ਼ਿੰਦਗੀ ਵਿੱਚ ਕੇਵਲ ਮੋੜ ਹੀ ਨਹੀਂ, ਕਈ ਕੂਹਣੀ ਮੋੜ ਵੀ ਆਏ ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਸਭ ਤੋਂ ਪਹਿਲਾ ਮੋੜ ਇਹ ਸੀ ਕਿ ਮੈਂ ਇੱਕ ਸੇਵਾ ਮੁਕਤ ਡਾਕਟਰ ਦੀ ਦੁਕਾਨ 'ਤੇ ਸਫਾਈ ਕਰਨ ਦਾ ਕੰਮ ਕਰਨ ਲੱਗਿਆ। ਘਰ ਤੋਂ ਬਾਹਰ ਇਹ ਮੇਰਾ ਪਹਿਲਾ ਟਿਕਾਣਾ ਸੀ। ਇਸ ਵੇਲੇ ਦੇਸ਼ ਨੂੰ ਆਜ਼ਾਦ ਹੋਏ 6 ਸਾਲ ਹੀ ਹੋਏ ਸਨ ਅਤੇ ਹਾਲੇ 9 ਸਾਲ ਦਾ ਨਹੀਂ ਸਾਂ ਹੋਇਆ। ਸਵੇਰੇ ਸਕੂਲ ਜਾਣ ਤੋਂ ਪਹਿਲਾਂ, ਨਾਸ਼ਤਾ ਕਰਨ ਤੋਂ ਵੀ ਪਹਿਲਾਂ ਘਰ ਤੋਂ 2 ਫਰਲਾਂਗ 'ਤੇ ਡਾਕਟਰ ਦੇ ਕਲੀਨਿਕ ਨੂੰ ਮੈਂ ਸਾਫ਼ ਕਰਦਾ ਸਾਂ, ਪੋਚਾ ਫੇਰਦਾ ਸਾਂ, ਕੁਰਸੀਆਂ ਮੇਜ਼ ਪੂੰਝਦਾ ਸਾਂ ਅਤੇ ਬਾਹਰ ਛਿੜਕਾਅ ਕਰਦਾ ਸਾਂ। ਮੇਰੀ ਪਹਿਲੀ ਜ਼ਿੰਮੇਵਾਰੀ ਅਤੇ 1 ਰੁਪਿਆ ਮਹੀਨੇ ਵਾਲੀ ਨੌਕਰੀ ਸੀ। ਉਸ ਵੇਲੇ ਮੇਰੀ ਸਕੂਲ ਦੀ ਫੀਸ ਵੀ 1 ਰੁਪਿਆ ਸੀ, ਜਿਹੜੀ ਡਾਕਟਰ ਵੱਲੋਂ ਮਿਲਣ ਵਾਲੀ ਤਨਖਾਹ ਨਾਲ ਅਦਾ ਹੁੰਦੀ ਸੀ। ਚੌਥੀ ਜਮਾਤ ਵਿੱਚ ਮੇਰੀ ਫੀਸ 4 ਰੁਪਏ ਹੋ ਗਈ ਸੀ, ਪਰ ਮੇਰੀ ਤਨਖਾਹ 1 ਰੁਪਿਆ ਹੀ ਰਹੀ। ਸਾਫ਼ ਸਫਾਈ ਦਾ ਕੰਮ ਤਾਂ ਮੈਨੂੰ ਕੰਮ ਲੱਗਦਾ ਸੀ, ਪਰ ਐਤਵਾਰ ਨੂੰ ਡਾਕਟਰ ਦੇ ਘਰ ਜਾਣਾ ਪੈਂਦਾ ਸੀ, ਜਿੱਥੇ ਡਾਕਟਰ ਦੀ ਲੜਾਕੀ ਪਤਨੀ ਵੱਲੋਂ ਭਾਂਡੇ ਮੰਜਵਾਏ, ਕੱਪੜੇ ਧੁਲਵਾਏ ਅਤੇ ਸਾਰੇ ਘਰ ਦੀ ਸਫਾਈ ਕਰਵਾਈ ਜਾਂਦੀ ਸੀ। ਉਸ ਵੇਲੇ ਮੈਨੂੰ ਸਮਝ ਨਹੀਂ ਸੀ, ਪਰ ਇਹ ਵੰਗਾਰ ਸੀ। ਇਸ ਐਤਵਾਰੀ ਵੰਗਾਰ ਦੀ ਵਿਰੋਧਤਾ ਕਾਰਨ ਮੈਂ ਡਾਕਟਰ ਦੇ ਕਲੀਨਿਕ ਦੇ ਨਾਲ ਅਖਬਾਰ ਦੇ ਛਾਪੇਖਾਨੇ ਵਿੱਚ ਦਿਲਚਸਪੀ ਲੈਣ ਲੱਗ ਪਿਆ ਸਾਂ। ਉੱਥੇ ਮੈਂ ਨਿੱਕੇ-ਮੋਟੇ ਕੰਮ ਕਰਦਾ ਸਾਂ ਅਤੇ ਅਖਬਾਰ ਦੇ ਮਾਲਕ ਨੇ ਮੈਨੂੰ 4 ਰੁਪਏ ਮਹੀਨੇ 'ਤੇ ਨੌਕਰ ਰੱਖ ਲਿਆ, ਜਿੱਥੇ ਮੈਂ 10ਵੀਂ ਦੀ ਪ੍ਰੀਖਿਆ ਤੱਕ ਰਿਹਾ ਅਤੇ ਤਨਖਾਹ 4 ਤੋਂ 5 ਅਤੇ 5 ਤੋਂ 6 ਹੋ ਗਈ ਸੀ। ਪਰ ਨਾਲ ਹੀ ਮੈਂ ਛਾਪੇਖਾਨੇ ਦਾ ਕੰਮ ਕਰਦਾ ਸਾਂ, ਜਿਸ ਤੋਂ ਕੁਝ ਪੈਸੇ ਬਣ ਜਾਂਦੇ ਸਨ। ਅਖਬਾਰ ਵਿੱਚ ਕੰਮ ਕਰਨਾ ਬੜਾ ਮਹੱਤਵਪੂਰਨ ਮੋੜ ਸੀ। ਇੱਥੇ ਪੜ੍ਹਨ ਦੀ ਸਹੂਲਤ ਸੀ, ਭਾਂਤ-ਭਾਂਤ ਦੇ ਲੋਕਾਂ ਨੂੰ ਵੇਖਣ, ਸੁਣਨ, ਜਾਣਨ ਦਾ ਮੌਕਾ ਸੀ। ਇੱਥੇ ਮੈਨੂੰ ਭਾਂਤ-ਭਾਂਤ ਦੇ ਲੋਕਾਂ ਦੇ ਸੁਭਾਅ ਜਾਣਨ ਸਮਝਣ ਦਾ ਮੌਕਾ ਮਿਲਿਆ। ਇੱਥੇ ਕੰਮ ਕਰਦਿਆਂ ਇੱਕ ਨਵੀਂ ਦੁਨੀਆ ਮੇਰੇ ਸਾਹਮਣੇ ਖੁੱਲ੍ਹਣ ਲੱਗ ਪਈ ਸੀ। ਇਸ ਸਮੇਂ ਗੋਆ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਅਤੇ ਅਲਜੀਰੀਆ ਫਰਾਂਸ ਤੋਂ ਸੁਤੰਤਰ ਹੋਣ ਦੀ ਪ੍ਰਸਤ ਪੀੜਾ ਵਿੱਚੋਂ ਲੰਘ ਰਿਹਾ ਸੀ। ਮੇਰੇ ਦਿਲ ਵਿੱਚ ਇਹਨਾਂ ਸੰਗਰਾਮਾਂ ਵਿੱਚ ਸ਼ਹੀਦ ਹੋ ਕੇ ਪ੍ਰਸਿੱਧ ਅਤੇ ਅਮਰ ਹੋਣ ਦੀ ਤਾਂਘ ਜਾਗਦੀ ਸੀ। ਅਖਬਾਰ ਵਿੱਚ ਸਾਰਾ ਦਿਨ ਗਹਿਮਾ-ਗਹਿਮੀ ਰਹਿੰਦੀ ਸੀ। 1.5 ਫਰਲਾਂਗ ਦੇ ਫਾਸਲੇ 'ਤੇ ਕਿਲ੍ਹੇ ਵਿੱਚ ਪੈਪਸੂ ਦੀ ਅਸੈਂਬਲੀ ਦਾ ਇਜਲਾਮ ਹੁੰਦਾ ਸੀ। ਇੱਥੇ ਛਾਪੇਖਾਨੇ ਵਿੱਚ ਕੰਮ ਕਰਨਾ ਮੈਨੂੰ ਚੰਗਾ ਲੱਗਦਾ ਸੀ ਅਤੇ ਮੈਂ ਬਿਨਾਂ ਉਜਰਤ ਦੇ ਵੀ ਕੰਮ ਕਰਨ ਲਈ ਤਿਆਰ ਸਾਂ। ਮੈਨੂੰ ਫਿਕਰ ਰਹਿੰਦਾ ਸੀ ਕਿ ਕਿਧਰੇ ਮਾਲਕ ਮੈਨੂੰ ਕੱਢ ਨਾ ਦੇਣ। ਸੁਰੱਖਿਆ ਦੀ ਇਸ ਭਾਵਨਾ ਕਾਰਨ ਮੈਂ ਇਤਨੇ ਕੰਮਾਂ ਦਾ ਬੋਝ ਚੁੱਕਿਆ ਹੋਇਆ ਸੀ ਕਿ ਮਾਲਕਾਂ ਦਾ ਮੇਰੇ ਤੋਂ ਬਿਨਾਂ ਸਰਦਾ ਹੀ ਨਹੀਂ ਸੀ। ਜ਼ਰੂਰ ਚਿੰਤਾ ਕਰਦੇ ਹੋਣਗੇ ਕਿ ਮੈਂ ਕਿਧਰੇ ਛੱਡ ਨਾ ਜਾਵਾਂ। ਸੁਰੱਖਿਆ ਦੀ ਭਾਵਨਾ ਕਾਰਨ ਕਈ ਅਣਮੰਗੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਲਗਭਗ 300 ਅਖਬਾਰਾਂ ਨੂੰ ਡੱਬੇ ਬਣਾ ਕੇ ਗਾਹਕਾਂ ਦੇ ਐਡਰੈਸਾਂ ਦੀਆਂ ਚੇਪੀਆਂ ਅਤੇ ਡਾਕ ਟਿਕਟਾਂ ਲਾਉਣੀਆਂ ਮੇਰੀ ਮੁੱਖ ਜ਼ਿੰਮੇਵਾਰੀ ਸੀ।
ਜਿਹੜੀ ਮੈਂ ਸਮੇਂ ਦੀ ਪਾਬੰਦੀ ਨਾਲ ਨਿਭਾਉਂਦਾ ਸਾਂ। ਇਸ ਕੰਮ ਨੇ ਮੇਰੇ ਵਿੱਚ ਕੰਮ ਕਰਨ ਅਤੇ ਸਮੇਂ ਸੀਮਾ ਵਿੱਚ ਕੰਮ ਨਿਪਟਾਉਣ ਦੀ ਸਾਰਾ ਜੀਵਨ ਕੰਮ ਆਉਣ ਵਾਲੀ ਆਦਤ ਪਾਈ। ਮੇਰੇ ਜੀਵਨ ਵਿੱਚ ਦੂਜਾ ਮਹੱਤਵਪੂਰਨ ਮੋੜ ਇਹ ਸੀ ਕਿ ਮੇਰੇ BA ਕਰਦਿਆਂ ਹੀ ਪਟਿਆਲੇ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਹੋਈ। ਯੂਨੀਵਰਸਿਟੀ ਦੀ ਉਦਘਾਟਨੀ ਸਮਾਰੋਹ ਵਿੱਚ ਮੈਂ ਸ਼ਾਮਲ ਸਾਂ, ਜਿੱਥੇ ਭਾਰਤ ਦੇ ਫਿਲਾਸਫਰ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਨੇ ਭਾਸ਼ਣ ਦਿੱਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਫਿਲਾਸਫੀ ਦੀ MA ਕਰਨ ਦਾ ਸੁਪਨਾ ਵੇਖਿਆ। ਉਂਝ ਉਸ ਵੇਲੇ ਮੈਂ ਬਿਜਲੀ ਬੋਰਡ ਵਿੱਚ ਲੱਗਿਆ ਹੋਇਆ ਸਾਂ, ਪਰ ਕੁਝ ਮਹੱਤਵਪੂਰਨ ਕਰਨ ਦੀ ਮੇਰੀ ਤੀਬਰ ਰੀਝ ਹੋਈ। ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਪੜ੍ਹਨ ਦਾ ਫੈਸਲਾ ਮੈਂ ਯੂਨੀਵਰਸਿਟੀ ਦੇ ਉਦਘਾਟਨੀ ਸਮਾਰੋਹ ਸਮੇਂ ਹੀ ਕਰ ਲਿਆ ਸੀ। ਸੋ ਉਦੇਸ਼ ਲਈ ਮੈਂ ਵਾਧੂ ਕੰਮ ਕਰਕੇ ਅਤੇ ਬਚਤ ਕਰਕੇ ਲੋੜੀਂਦੇ ਪੈਸੇ ਜੋੜਨ ਲੱਗ ਪਿਆ ਸਾਂ। ਮੇਰੇ ਵਰਗੇ ਪਿਛੋਕੜ ਵਾਲੇ ਵਿਅਕਤੀ ਲਈ ਯੂਨੀਵਰਸਿਟੀ ਵਿੱਚ ਪੜ੍ਹਨਾ ਸੌਖਾ ਨਹੀਂ ਸੀ, ਪਰ ਮੈਂ ਹਰ ਮੁਸ਼ਕਲ ਵਿੱਚੋਂ ਲੰਘਣ ਲਈ ਤਿਆਰ ਸਾਂ। ਭਰੋਸਾ ਨਹੀਂ ਸੀ ਕਿ ਦਾਖਲਾ ਮਿਲ ਜਾਏਗਾ। ਮੇਰੇ BA ਵਿੱਚੋਂ ਨੰਬਰ ਚੰਗੇ ਸਨ। ਦਾਖਲੇ ਵੇਲੇ ਦਾਖਲਾ ਲੈਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਕਰਕੇ ਪ੍ਰਵੇਸ਼ ਪ੍ਰੀਖਿਆ ਵੀ ਹੋਈ, ਪਰ ਪ੍ਰੀਖਿਆ ਤੋਂ ਪਹਿਲਾਂ ਇਹ ਘੋਸ਼ਣਾ ਵੀ ਕੀਤੀ ਗਈ ਸੀ ਕਿ BA ਵਿੱਚ ਅੰਗਰੇਜ਼ੀ ਦੇ ਵਿਸ਼ੇ ਵਿੱਚੋਂ 60% ਤੋਂ ਵਧੇਰੇ ਅੰਕਾਂ ਵਾਲੇ ਉਮੀਦਵਾਰ ਪ੍ਰਵੇਸ਼ ਪ੍ਰੀਖਿਆ ਤੋਂ ਬਿਨਾਂ ਹੀ ਦਾਖਲ ਕੀਤੇ ਜਾਣਗੇ। ਪਰ ਅਸੁਰੱਖਿਆ ਦੀ ਭਾਵਨਾ ਕਾਰਨ ਮੈਂ ਪ੍ਰਵੇਸ਼ ਪ੍ਰੀਖਿਆ ਵਿੱਚ ਵੀ ਬਹਿ ਗਿਆ ਅਤੇ ਇਸ ਵਿੱਚੋਂ ਪਹਿਲੇ 5 ਸਫਲ ਉਮੀਦਵਾਰਾਂ ਵਿੱਚ ਘੋਸ਼ਿਤ ਕੀਤਾ ਗਿਆ। ਦਾਖਲੇ ਲਈ ਮੁਲਾਕਾਤ ਵੇਲੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਪ੍ਰਵੇਸ਼ ਪ੍ਰੀਖਿਆ ਦੇਣ ਦੀ ਲੋੜ ਹੀ ਨਹੀਂ ਸੀ। ਅਸੁਰੱਖਿਆ ਦੀ ਭਾਵਨਾ ਕਈਆਂ ਨੂੰ ਅੱਗੇ ਆਉਣ ਹੀ ਨਹੀਂ ਦਿੰਦੀ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਰਾਂ ਵਾਂਗ ਮੈਂ ਵੀ ਸਵੇਰੇ ਹੀ ਯੂਨੀਵਰਸਿਟੀ ਆ ਜਾਂਦਾ ਸਾਂ ਅਤੇ ਸ਼ਾਮ ਨੂੰ ਪਰਤਦਾ ਸਾਂ। ਉਦੋਂ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਸਾਰੇ ਕੋਰਸਾਂ ਦੇ ਵਿਦਿਆਰਥੀ ਗੰਭੀਰਤਾ ਨਾਲ ਪੜ੍ਹਾਈ ਕਰਦੇ ਸਨ। ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਸਾਹਿਤ ਨੇ ਮੇਰੇ ਲਈ ਸਾਹਿਤਕ ਗਿਆਨ ਦੇ ਬੁਲੰਦ ਦਰਵਾਜ਼ੇ ਖੋਲ੍ਹ ਦਿੱਤੇ ਸਨ। ਬੜਾ ਆਨੰਦ ਆਇਆ। ਲੜਕੇ ਲੜਕੀਆਂ ਜਾਂ ਆਪਸੀ ਵਰਤਾਓ ਖੁੱਲ੍ਹਾ ਖੁਲਾਸਾ, ਬੜਾ ਨਿੱਘਾ ਅਤੇ ਪਰਸਪਰ ਵਿਸ਼ਵਾਸ ਵਾਲਾ ਸੀ। ਮੈਂ ਯੂਨੀਵਰਸਿਟੀ ਦੇ ਨਿਰਮਾਣ ਦੇ ਹਰੇਕ ਪੜਾਅ ਨੂੰ ਵੇਖਿਆ ਹੈ। ਮੁੱਢ ਵਿੱਚ ਟਾਵੀਂ ਇਮਾਰਤ ਹੁੰਦੀ ਸੀ। ਛੋਟੀ ਜਿਹੀ ਕੰਟੀਨ ਹੁੰਦੀ ਸੀ, ਜਿੱਥੇ ਕਈ ਵਾਰ ਅਸੀਂ ਆਪ ਹੀ ਪਕੌੜੇ ਤਲ ਲਿਆ ਕਰਦੇ ਸਾਂ। ਰਸਤੇ ਵਿੱਚ ਹੀਰਾ ਬਾਗ ਨਾਂ ਦਾ ਮਾਲਟਿਆਂ ਦਾ ਇੱਕ ਬਾਗ ਹੁੰਦਾ ਸੀ, ਜਿੱਥੇ 1 ਰੁਪਏ ਦੇ ਕੇ ਅੰਦਰ ਵੜ ਕੇ ਕੋਈ ਜਿਤਨੇ ਚਾਹੇ ਮਾਲਟੇ ਖਾ ਸਕਦਾ ਸੀ। ਉਦੋਂ ਲੜਕੇ ਹੀ ਨਹੀਂ, ਲੜਕੀਆਂ ਵੀ ਸਾਈਕਲਾਂ 'ਤੇ ਆਉਂਦੀਆਂ ਸਨ। ਟਾਂਗੇ ਚੱਲਦੇ ਸਨ, ਜਿਨ੍ਹਾਂ ਨੂੰ ਕਈ ਵਾਰੀ ਅਸੀਂ ਆਪ ਹੀ ਚਲਾ ਕੇ ਲੈ ਜਾਂਦੇ ਸਨ ਅਤੇ ਸਵਾਰੀਆਂ ਬਣੀਆਂ ਕੁੜੀਆਂ ਮੁੰਡੇ ਗਾਣੇ ਗਾਉਂਦੇ ਜਾਂਦੇ ਸਨ। ਹੁਣ ਇਹ ਸਾਰਾ ਕੁਝ ਪਰੀਆਂ ਦੇ ਦੇਸ਼ ਦੀਆਂ ਗੱਲਾਂ ਲੱਗਦੀਆਂ ਹਨ। ਯੂਨੀਵਰਸਿਟੀ ਵਿੱਚ ਖੱਦਰ ਨੂੰ ਰੇਸ਼ਮ ਵਾਲਾ ਰੰਗ ਚੜ੍ਹ ਜਾਂਦਾ ਹੈ। ਯੂਨੀਵਰਸਿਟੀ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਨਾਲ ਦਿਲ ਦਿਮਾਗ ਦੇ ਬੰਦ ਬੂਹੇ ਬਾਰੀਆਂ ਖੁੱਲ੍ਹਦੇ ਹਨ ਅਤੇ ਸਾਰਾ ਜੀਵਨ ਕਰਨ ਵਾਲੀਆਂ ਗੱਲਾਂ ਸੁੱਝਦੀਆਂ ਹਨ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਿਸੇ ਨਾ ਕਿਸੇ ਨਾਲ ਜ਼ਰੂਰ ਪਿਆਰ ਹੋਵੇਗਾ। ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ। ਜਦੋਂ ਮੈਂ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਤਾਂ ਮੁੱਢਲੇ ਦਿਨਾਂ ਵਿੱਚ ਹੀ ਸਾਡੇ ਗੁਆਂਢ ਵਿੱਚ ਰਹਿੰਦੇ ਸ਼ਹਿਰ ਦੇ ਦੂਜੇ ਪ੍ਰਸਿੱਧ ਦਰਜੀ ਨੇ ਮੈਨੂੰ ਕਿਹਾ ਕਿ ਜੇ ਸੰਭਵ ਹੋਵੇ ਤਾਂ ਸ਼ਾਮ ਦੇ ਕੁਝ ਘੰਟੇ ਮੈਂ ਉਸ ਦੀ ਮਦਦ ਕਰਿਆ ਕਰਾਂ। ਪੜ੍ਹਨ ਲਿਖਣ ਦਾ ਕੰਮ ਮੈਂ ਸਵੇਰੇ ਹੀ ਕਰ ਲੈਂਦਾ ਸਾਂ, ਸੋ ਸ਼ਾਮ ਨੂੰ 4 ਤੋਂ 8 ਵਜੇ ਮੈਂ ਇਸ ਦਰਜੀਖਾਨੇ ਦੇ ਮੈਨੇਜਰ ਵਜੋਂ ਕੰਮ ਕਰਨ ਲੱਗ ਪਿਆ। ਮੈਨੂੰ ਉਂਝ ਵੀ ਕੰਮ ਅਤੇ ਕਮਾਈ ਕਰਕੇ ਪੜ੍ਹਾਈ ਕਰਨ ਦੀ ਆਦਤ ਸੀ। ਭਾਵੇਂ ਮੈਂ ਆਪਣੀਆਂ 2 ਸਾਲ ਦੀ ਪੜ੍ਹਾਈ ਲਈ ਸਾਧਨ ਉਪਜਾਏ ਹੋਏ ਸਨ, ਪਰ ਉਸ ਤੋਂ ਮਿਲਣ ਵਾਲੇ 70 ਰੁਪਏ ਨਾਲ ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਲੱਗਿਆ। ਮੇਰਾ ਵੱਡਾ ਭਰਾ ਉਸ ਵੇਲੇ ਬਿਜਲੀ ਬੋਰਡ ਵਿੱਚ ਲੱਗਿਆ ਹੋਇਆ ਸੀ। ਮੈਨੂੰ ਕਲਰਕ ਦੇ ਮਹੀਨੇ ਦੀ ਉਸ ਵੇਲੇ ਦੀ 100 ਰੁਪਏ ਤਨਖਾਹ ਦੀ ਤੁਲਨਾ ਵਿੱਚ 70 ਰੁਪਏ ਬੜੀ ਵੱਡੀ ਧਰਵਾਸ ਸੀ। ਉਸ ਵੇਲੇ ਦਰਜੀਖਾਨੇ ਵਿੱਚ 40 ਕਾਮੇ ਕੰਮ ਕਰਦੇ ਸਨ, ਜਿੱਥੇ ਪੁਰਸ਼ਾਂ ਦੇ ਕੱਪੜੇ ਸੀਤੇ ਜਾਂਦੇ ਸਨ। ਇਹ ਸ਼ਹਿਰ ਦਾ ਦੂਜਾ ਮਹਿੰਗਾ ਅਤੇ ਪ੍ਰਸਿੱਧ ਦਰਜੀ ਸੀ। ਪਹਿਲੇ ਨੰਬਰ 'ਤੇ ਜੱਸਲ ਸੀ, ਜਿਹੜਾ ਮਹਾਰਾਜਾ ਪਟਿਆਲਾ ਅਤੇ ਉਸ ਦੇ ਘਰਾਣੇ ਦਾ ਦਰਜੀ ਸੀ।
ਜਿਸ ਦਰਜੀ ਦਾ ਮੈਂ ਮੈਨੇਜਰ ਸੀ, ਉਸਦੇ ਬਹੁਤੇ ਗਾਹਕ ਮੈਡੀਕਲ ਕਾਲਜ ਦੇ ਡਾਕਟਰ ਅਤੇ ਵਿਦਿਆਰਥੀ, ਥਾਪਰ ਕਾਲਜ ਦੇ ਇੰਜੀਨੀਅਰ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਅਤੇ ਉਸ ਵੇਲੇ ਹਵਾਈ ਅੱਡੇ ਦੇ ਪਾਇਲਟਾਂ ਦੀ ਸਿਖਲਾਈ ਵਾਲੇ ਵਿਅਕਤੀ ਅਤੇ ਚੰਗੇ ਵਸੀਲਿਆਂ ਵਾਲੇ ਲੋਕ ਸਨ। ਨਾਪ ਤਾਂ ਮਾਸਟਰ ਜੀ ਲੈਂਦੇ ਸਨ, ਲਿਖਦਾ ਮੈਂ ਸਾਂ। ਕੰਮ ਨੂੰ ਆਧੁਨਿਕ ਦਿੱਖ ਦੇਣ ਲਈ ਮੈਂ ਲਿਫਾਫੇ, ਬੁਕਿੰਗ ਰਜਿਸਟਰ, ਰਸੀਦਾਂ, ਬਿੱਲ ਆਦਿ ਅੰਗਰੇਜ਼ੀ ਵਿੱਚ ਛਪਵਾਏ ਅਤੇ ਤਿਆਰ ਕੱਪੜਿਆਂ ਦੀ ਡਿਲੀਵਰੀ ਸ਼ਾਮ ਨੂੰ 6 ਤੋਂ 8 ਵਜੇ ਵਿਚਕਾਰ ਨਿਸ਼ਚਿਤ ਕੀਤੀ, ਜਿਸ ਕਾਰਨ ਬਹੁਤਾ ਲੈਣ ਦੇਣ ਸ਼ਾਮ ਨੂੰ ਹੁੰਦਾ ਸੀ, ਜਿਸ ਦੀ ਮੈਂ ਦੇਖਭਾਲ ਕਰਦਾ ਸਾਂ। ਇੰਨਾ ਚੁਸਤ ਦਰੁਸਤ, ਫਰਤੀਲੇ, ਪੜ੍ਹੇ ਲਿਖੇ, ਚੰਗੇ ਪਰਿਵਾਰਾਂ ਦੇ ਗਾਹਕਾਂ ਨਾਲ ਵਰਤਦਿਆਂ ਬੜਾ ਕੁਝ ਸਿੱਖਣ ਨੂੰ ਮਿਲਿਆ। ਇਸ ਦਰਜੀਖਾਨੇ ਵਿੱਚ ਮੈਨੇਜਰੀ ਕਰਦੇ ਮੇਰੇ ਆਪਣੇ ਲਿਬਾਸ ਦੀ ਪੱਧਰ ਸੁਧਰ ਗਈ। ਇੱਥੇ ਮੈਂ ਚੰਗੇ ਢੁਕਵੇਂ ਕੱਪੜੇ ਦੀ ਪਛਾਣ ਕਰਨੀ ਸਿੱਖੀ। ਦਰਜੀਖਾਨੇ ਦੀ ਆਮਦਨ ਵਧਣ ਨਾਲ ਮੇਰੇ ਸਰੋਤ ਵੀ ਵਧੇ। ਇੱਥੇ ਕੰਮ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਬਦਲ ਰਹੇ, ਨਵੇਂ ਉਸਰ ਰਹੇ ਭਾਰਤ ਦੀ ਤਸਵੀਰ ਵੇਖਣ ਦਾ ਅਵਸਰ ਮਿਲਿਆ। ਇੱਥੇ ਮੈਂ ਆਪਣੀ ਸੋਚ ਦਾ ਬਣਿਆ ਪਹਿਲਾ ਕੋਟ ਪੈਂਟ ਪਾਇਆ। ਦੇਹਰਾਦੂਨ ਇੱਥੇ ਮੈਂ ਆਪਣੇ ਮੇਚ ਦਾ ਬਣਿਆ ਪਹਿਲਾ ਕੋਟ ਪਾਇਆ। ਦੇਹਰਾਦੂਨ ਫੌਜ ਵਿੱਚ ਅਫਸਰ ਭਰਤੀ ਹੋਣ ਵੇਲੇ ਮੁਲਾਕਾਤ ਲਈ ਮੈਂ ਮੰਗਵਾਂ ਕੋਟ ਪਾ ਕੇ ਗਿਆ ਸਾਂ, ਜਿਸ ਨਾਲ ਮੈਨੂੰ ਸੋਝੀ ਹੋਈ ਕਿ ਮੰਗਵੇਂ ਕੋਟ ਨਾਲ ਅਫਸਰ ਨਹੀਂ ਲੱਗਿਆ ਜਾ ਸਕਦਾ। ਇੱਥੇ ਕੰਮ ਕਰਦਿਆਂ ਲਿਬਾਸ ਦੇ ਮਹੱਤਵ ਦਾ ਪਤਾ ਲੱਗਿਆ, ਜਿਸ ਸੰਬੰਧੀ ਮੈਂ ਮਗਰੋਂ ਕਈ ਲੇਖ ਲਿਖੇ। ਵਿਅਕਤੀ ਦੀ ਸਫਲਤਾ ਵਿੱਚ ਉਸ ਦਾ ਲਿਬਾਸ ਬੜੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਤੱਥ ਨੂੰ ਮੈਂ ਆਪਣੇ ਲੇਖ ਸਫਲਤਾ ਦਾ ਲਿਬਾਸ ਵਿੱਚ ਪੇਸ਼ ਕੀਤਾ ਹੈ। ਲਿਬਾਸ ਮਹਿੰਗਾ ਨਹੀਂ, ਢੁਕਵਾਂ ਅਤੇ ਸਹੀ ਮੇਚ ਦਾ ਹੋਣਾ ਚਾਹੀਦਾ ਹੈ। ਇਹ ਅਵਸਰ ਅਤੇ ਮੌਕੇ ਅਨੁਸਾਰ ਹੋਣਾ ਚਾਹੀਦਾ ਹੈ। ਤੁਹਾਡਾ ਲਿਬਾਸ ਕਿਸੇ ਦੇ ਲਿਬਾਸ ਦੀ ਨਕਲ ਨਹੀਂ, ਇਹ ਤੁਹਾਡਾ ਲਿਬਾਸ ਹੋਣਾ ਚਾਹੀਦਾ ਹੈ। ਲਿਬਾਸ ਅਜਿਹਾ ਹੋਵੇ ਜਿਹੜਾ ਸਹੀ ਹੋਣ ਕਰਕੇ ਸਭ ਥਾਵਾਂ 'ਤੇ ਪ੍ਰਵਾਨ ਹੋਵੇ। ਗਿਆਨੀ ਜੈਲ ਸਿੰਘ ਦਾ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ, ਅਮਰੀਕੀ ਰਾਸ਼ਟਰਪਤੀ ਓਬਾਮਾ ਦਾ ਲਿਬਾਸ ਉਹਨਾਂ ਦੀ ਪਛਾਣ ਬਣੇ ਸਨ। ਇਸਤਰੀਆਂ ਆਪਣੇ ਲਿਬਾਸ ਵੱਲ ਵਿਸ਼ੇਸ਼ ਧਿਆਨ ਦਿੰਦੀਆਂ ਹਨ। ਉਮਰ ਦੇ ਵਧਣ ਨਾਲ ਲਿਬਾਸ ਵੀ ਬਦਲਦਾ ਹੈ। ਲਿਬਾਸ ਸਾਫ਼ ਸੁਥਰਾ ਅਤੇ ਸੁਖਾਵਾਂ ਹੋਣਾ ਚਾਹੀਦਾ ਹੈ। ਇੱਥੇ ਮੈਂ ਲਿਬਾਸ ਦੇ ਆਧਾਰ 'ਤੇ ਵਿਅਕਤੀ ਬਾਰੇ ਉਸਦੇ ਬੋਲਣ ਤੋਂ ਪਹਿਲਾਂ ਉਸ ਬਾਰੇ ਅਨੁਮਾਨ ਲਾਉਣ ਦੀ ਜਾਂਚ ਸਿੱਖੀ। ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਮੇਰੀ ਪਤਨੀ ਸਾਬਤ ਹੋਈ, ਜਿਹੜੀ ਵਿਆਹ ਸਮੇਂ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਰਿਸਰਚ ਸਕਾਲਰ ਸੀ ਅਤੇ ਮੈਂ ਸਰਕਾਰੀ ਮਹਿੰਦਰਾ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਰ ਸਾਂ। ਵਿਆਹ ਮੈਂ ਸਾਦਾ ਹੀ ਕਰਵਾਇਆ। ਵਿਆਹ ਵੇਲੇ ਮੇਰੇ ਕੋਲ 1800 ਰੁਪਏ ਸਨ। ਮੈਂ ਫੈਸਲਾ ਕੀਤਾ ਸੀ ਕਿ ਵਿਆਹ ਲਈ ਕਿਸੇ ਤੋਂ ਉਧਾਰ ਨਹੀਂ ਲੈਣਾ। ਉਸ ਸਮੇਂ ਸੋਨਾ 180 ਰੁਪਏ ਤੋਲਾ ਸੀ। ਮੇਰੀ ਮਾਂ ਨੇ 3 ਤੋਲੇ ਸੋਨਾ ਵੀ ਪਾਇਆ। 100 ਰੁਪਏ ਵਿੱਚ ਮੈਂ 1 ਮੀਲ ਦੂਰ ਜਾਣ ਵਾਲੀ ਬਰਾਤ ਵਾਸਤੇ 10 ਟੈਕਸੀਆਂ ਕੀਤੀਆਂ। ਮੈਂ ਤਾਂ ਬਿਨਾਂ ਬੈਂਡ ਸੇਰੇ ਘੋੜੀ ਦੇ ਪੈਦਲ ਹੀ ਪਹੁੰਚ ਗਿਆ ਸਾਂ। ਉਸ ਵੇਲੇ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਲੜਕੀ ਵਾਲਿਆਂ ਵੱਲੋਂ ਪਹੁੰਚੇ ਹੋਏ ਸਨ। ਮਿਲਣੀ ਹੋਈ, ਆਨੰਦ ਕਾਰਜ ਹੋਏ, ਵਰੰਚ ਖਾਧਾ, ਚਾਹ ਪਾਣੀ ਪੀਤਾ ਅਤੇ ਡੋਲੀ ਰਵਾਨਾ ਹੋਈ। ਮੀਂਹ ਆਇਆ ਹੋਇਆ ਸੀ। ਸਭ ਕੁਝ ਜਲਦੀ ਹੋਇਆ। ਭਿੱਜਣ ਤੋਂ ਬਚ ਗਏ ਸਨ। ਸਭ ਕੁਝ ਪ੍ਰੋਗਰਾਮ ਅਨੁਸਾਰ ਹੋਇਆ। 8 ਵਜੇ ਗਏ ਸਾਂ। 10:30 ਵਜੇ ਡੋਲੀ ਘਰ ਗਈ ਸੀ। ਮੇਰੀ ਪਤਨੀ ਬੜੀ ਸੁਘੜ, ਸੰਯਮੀ, ਸਹਿਜ ਅਤੇ ਸਲੀਕੇ ਵਾਲੀ ਹੈ। ਮੇਰੀ ਮਾਂ ਉਸ ਨੂੰ ਆਪਣੀ ਜਾਨ ਦਿੰਦੀ ਸੀ। ਮੇਰੀ ਭਰਜਾਈ ਸਕੂਲ ਅਧਿਆਪਿਕਾ ਸੀ, ਜਦੋਂ ਕਿ ਉਸ ਦੀ ਦਰਾਣੀ ਯੂਨੀਵਰਸਿਟੀ ਵਿੱਚ ਲੱਗੀ ਹੋਈ ਸੀ, ਪਰ ਦੋਹਾਂ ਦੀ ਟਿੱਚ ਬਟਨ ਵਾਂਗ ਸਾਂਝ ਸੀ। ਮੇਰੀ ਭਰਜਾਈ ਬੜੀ ਖੁਸ਼ਹਾਲ ਪਰਿਵਾਰ ਵਿੱਚੋਂ ਆਈ ਸੀ, ਜਿਸ ਦੀ ਪ੍ਰਬੰਧਕੀ ਯੋਗਤਾ ਹੈਰਾਨ ਕਰਨ ਵਾਲੀ ਸੀ। ਵਿਆਹ ਤੋਂ 5 ਮਹੀਨਿਆਂ ਵਿੱਚ ਹੀ ਮੇਰੀ ਯੂਨੀਵਰਸਿਟੀ ਵਿੱਚ ਨਿਯੁਕਤੀ ਹੋ ਗਈ ਸੀ ਅਤੇ ਅਸੀਂ ਇਕੱਠਿਆਂ ਮੋਟਰਸਾਈਕਲ 'ਤੇ ਯੂਨੀਵਰਸਿਟੀ ਜਾਣ ਲੱਗ ਪਏ। ਯੂਨੀਵਰਸਿਟੀ ਵਿੱਚ ਅਕਾਦਮਿਕ ਕਾਰਜ ਦਾ ਇਹ ਸਾਡਾ ਮੁੱਢਲਾ ਸਮਾਂ ਸੀ। ਮਿਹਨਤ ਕਰਨ ਦਾ ਬੜਾ ਆਨੰਦ ਆਇਆ। ਅਸੀਂ ਛੁੱਟੀ ਨਹੀਂ ਲੈਂਦੇ ਸਾਂ। ਪਹਿਲਾਂ ਪੀਰੀਅਡ ਲਾਉਂਦੇ ਸਾਂ,
ਵਿਦਿਆਰਥੀਆਂ ਵਿੱਚ ਡੂੰਘੀ ਦਿਲਚਸਪੀ ਲੈਂਦੇ ਸੀ। ਕੰਮ ਕਰਨ ਦਾ ਬੜਾ ਚਾਅ ਸੀ। ਯੂਨੀਵਰਸਿਟੀ ਵਿੱਚ ਹੋਣ ਦਾ ਉਤਸ਼ਾਹ ਸੀ। ਮਨ ਭਾਉਂਦਾ ਕੰਮ ਸੀ। ਮਿਹਨਤ ਦੀ ਵੰਗਾਰ ਸੀ। ਕੁਝ ਕਰਨ ਦਾ ਅਵਸਰ ਸੀ। ਵਕਤ ਤੋਂ ਪਹਿਲਾਂ ਪਹੁੰਚਣਾ ਸਾਡਾ ਨੇਮ ਸੀ। ਵੱਡਿਆਂ ਪ੍ਰਤੀ ਸਤਿਕਾਰ ਸੀ। ਛੋਟਿਆਂ ਪ੍ਰਤੀ ਪਿਆਰ ਸੀ। ਕੋਈ ਕਾਰਨ ਨਹੀਂ ਸੀ ਕਿ ਅਸੀਂ ਹੋਰਾਂ ਦੀਆਂ ਆਸਾਂ 'ਤੇ ਪੂਰੇ ਨਾ ਉਤਰਦੇ। ਸੰਭਵ ਨਾਲੋਂ ਵੱਧ ਮਿਲਿਆ ਸੀ। ਔਕਾਤ ਨਾਲੋਂ ਵੱਧ ਕਰਨਾ ਚਾਹੁੰਦੇ ਸਾਂ। ਮੈਂ 15 ਮਿੰਟ ਦਾ ਫਾਰਮੂਲਾ ਜਾਣਦਾ ਹੀ ਨਹੀਂ ਸੀ। ਇਸ ਫਾਰਮੂਲੇ ਕਾਰਨ ਜਾਣਿਆ ਵੀ ਜਾਂਦਾ ਸਾਂ। ਜਿੱਥੇ ਵੀ ਮੈਂ ਕੰਮ ਕੀਤਾ 15 ਮਿੰਟ ਪਹਿਲਾਂ ਪਹੁੰਚਣ ਦਾ ਨੇਮ ਪਾ ਲਿਆ। ਜੇ ਤੁਸੀਂ ਕਿਸੇ ਕਾਰਜ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਪਹੁੰਚਣ ਵਾਲੀ ਥਾਂ 'ਤੇ 15 ਮਿੰਟ ਪਹਿਲਾਂ ਪਹੁੰਚੋ। ਇਹ 15 ਮਿੰਟ ਤੁਹਾਡੀ ਸ਼ਾਖ ਉਸਾਰਨਗੇ ਅਤੇ ਤੁਹਾਡੀ ਸਫਲਤਾ ਸਿਰਜਣਗੇ। ਅਸੀਂ ਪਤੀ ਪਤਨੀ ਨੇ ਇਸ ਫਾਰਮੂਲੇ ਅਨੁਸਾਰ 40 ਸਾਲ ਯੂਨੀਵਰਸਿਟੀ ਵਿੱਚ ਕਾਰਜ ਕੀਤਾ ਹੈ। ਮੇਰੀ ਧਾਰਨਾ ਹੈ ਕਿ ਪਤਨੀ ਦੇ ਸਹਿਯੋਗ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। ਉਂਝ ਯਤਨ ਕਰਨ 'ਤੇ ਕੋਈ ਰੋਕ ਨਹੀਂ। ਰੋਕ ਤਾਂ ਅਸਫਲ ਹੋਣ 'ਤੇ ਵੀ ਨਹੀਂ, ਪਰ ਪਤਨੀ ਦੇ ਸਹਿਯੋਗ ਤੋਂ ਬਿਨਾਂ ਕੁਝ ਮਹੱਤਵਪੂਰਨ ਜਾਂ ਮੁੱਲਵਾਨ ਨਹੀਂ ਵਾਪਰੇਗਾ। ਸੰਗਰੂਰ ਦੇ ਰਣਵੀਰ ਕਾਲਜ ਵਿੱਚ ਮੈਂ 4 ਸਾਲ ਅੰਗਰੇਜ਼ੀ ਦਾ ਅਧਿਆਪਨ ਕੀਤਾ। ਕਾਲਜ ਦੇ ਅਧਿਆਪਕਾਂ ਵਿੱਚ ਮੈਂ ਸਭ ਤੋਂ ਛੋਟਾ ਸਾਂ, ਜਿਸ ਕਾਰਨ ਮੇਰਾ ਨਾਂ ਬੇਬੀ ਪ੍ਰੋਫੈਸਰ ਪਿਆ ਹੋਇਆ ਸੀ। ਆਰਟਸ ਦੀਆਂ ਕਲਾਸਾਂ ਵਿੱਚ ਅੰਗਰੇਜ਼ੀ ਦੇ ਵਿਸ਼ੇ ਦਾ ਸਭ ਤੋਂ ਵਧੇਰੇ ਸਤਿਕਾਰ ਸੀ। ਮੇਰੇ ਵਰਗੇ 6 ਹੋਰ ਅਧਿਆਪਕ ਵੀ ਪਟਿਆਲੇ ਦੇ ਸਨ, ਜਿਹੜੇ ਰੋਜ਼ ਆਉਂਦੇ ਜਾਂਦੇ ਸਨ। ਕੁਝ ਚਿਰ ਮੈਂ ਵੀ ਰੋਜ਼ ਆਉਂਦਾ ਜਾਂਦਾ ਰਿਹਾ, ਪਰ ਇਹ ਢੰਗ ਅਕਾਊ ਅਤੇ ਥਕਾਊ ਵੀ ਸੀ। ਸਵੇਰੇ ਪਹਿਲਾਂ ਪੀਰੀਅਡ ਲਾਉਣ ਕਾਰਨ ਸਮੇਂ ਸਿਰ ਕਾਲਜ ਪਹੁੰਚਣ ਦੀ ਚਿੰਤਾ ਲੱਗੀ ਰਹਿੰਦੀ ਸੀ। ਲੇਟ ਮੈਂ ਕਿਸੇ ਕੀਮਤ 'ਤੇ ਨਹੀਂ ਸੀ ਹੋਣਾ ਚਾਹੁੰਦਾ। 1 ਮਹੀਨਾ ਮੁੱਕਣ ਤੋਂ ਪਹਿਲਾਂ ਹੀ ਮੈਂ ਆਪਣੀ ਰਿਹਾਇਸ਼ ਸੰਗਰੂਰ ਵਿੱਚ ਕਰ ਲਈ ਸੀ। ਇੱਥੇ ਰਹਿੰਦਿਆਂ ਪਹਿਲਾਂ ਮੈਂ MA ਫਿਲਾਸਫੀ ਅਤੇ ਮਗਰੋਂ MA ਪੰਜਾਬੀ ਕੀਤੀ। ਮੈਂ ਲਿਖਣ ਦੇ ਅਭਿਆਸ ਨਾਲ ਪੜ੍ਹਾਈ ਕਰਦਾ ਸਾਂ, ਜਿਸ ਕਾਰਨ ਮੇਰਾ ਸਮਾਂ ਸੌਖਿਆ ਲੰਘ ਜਾਂਦਾ ਸੀ। ਅਧਿਆਪਨ ਦੇ ਕਾਰਜ ਤੋਂ ਮੈਂ ਦੁਪਹਿਰ ਤੱਕ ਵਿਹਲਾ ਹੋ ਜਾਂਦਾ ਸਾਂ, ਜਿਸ ਕਾਰਨ ਸਵੇਰੇ ਅਤੇ ਸ਼ਾਮ ਦਾ ਮੇਰੇ ਕੋਲ ਖੁੱਲ੍ਹਾ ਸਮਾਂ ਹੁੰਦਾ ਸੀ। ਪਟਿਆਲੇ ਤੋਂ ਆਉਣ ਜਾਣ ਦੇ 4 ਘੰਟੇ ਬਚ ਜਾਂਦੇ ਸਨ, ਜਿਸ ਕਾਰਨ ਮੇਰੇ ਕੋਲ ਹਰ ਕਾਰਜ ਲਈ ਸਮਾਂ ਹੁੰਦਾ ਸੀ। ਇੱਥੇ ਤੱਕ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕਰਨ ਲਈ ਅਸਾਈਨਮੈਂਟ ਵੀ ਦਿੰਦਾ ਸਾਂ ਅਤੇ ਉਹਨਾਂ ਦੀ ਪਰਖ ਕਰਕੇ ਟਿੱਪਣੀਆਂ ਵੀ ਲਿਖਦਾ ਸਾਂ, ਜਿਸ ਕਾਰਨ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸੁਧਰ ਜਾਂਦੀ ਸੀ। ਲਿਖਣ ਦੇ ਅਭਿਆਸ ਕਾਰਨ ਸੰਗਰੂਰ ਰਹਿੰਦਿਆਂ ਮੈਂ ਦੋਵੇਂ MA ਯੂਨੀਵਰਸਿਟੀ ਵਿੱਚੋਂ ਅਵੱਲ ਰਹਿ ਕੇ ਪਾਸ ਕੀਤੀਆਂ। ਸੰਗਰੂਰ ਰਹਿੰਦਿਆਂ ਮੈਂ ਦੋਸਤੋਵਸਕੀ, ਟਾਲਸਟਾਏ, ਸਾਮਰਸੈਟ, ਪਰਲ ਐਮ ਵਕ ਦੀਆਂ ਲਗਭਗ ਸਾਰੀਆਂ ਰਚਨਾਵਾਂ ਪੜ੍ਹੀਆਂ। ਅੰਗਰੇਜ਼ੀ ਦਾ ਅਧਿਆਪਕ ਹੋਣ ਕਰਕੇ ਕਈ ਵਿਸ਼ਿਆਂ ਦੀਆਂ ਪੁਸਤਕਾਂ ਪੜ੍ਹੀਆਂ ਜਾ ਸਕਦੀਆਂ ਹਨ। ਜਦੋਂ ਸੰਗਰੂਰ ਮੇਰੀ ਨਿਯੁਕਤੀ ਹੋਈ ਤਾਂ ਉਸ ਸਮੇਂ ਦੇ ਕਾਲਜ ਪ੍ਰਿੰਸੀਪਲ ਸਾਹਿਬ ਸਦਕਾ ਅੰਗਰੇਜ਼ੀ ਦੇ ਸਾਰੇ ਅੰਤਰਰਾਸ਼ਟਰੀ ਰਸਾਲੇ ਵੀ ਆਉਂਦੇ ਸਨ। ਇੱਥੇ ਰਹਿੰਦਿਆਂ ਮੇਰੀ ਜਾਣ ਪਛਾਣ ਟਾਈਮ, ਨਿਊਜ਼ ਵੀਕ, ਲਾਈਫ ਆਦਿ ਮਹਿੰਗੇ ਅੰਤਰਰਾਸ਼ਟਰੀ ਰਸਾਲਿਆਂ ਨਾਲ ਹੋਈ, ਜਿਨ੍ਹਾਂ ਵਿੱਚ ਛਪਣ ਵਾਲੀ ਸਮੱਗਰੀ ਵਿਸ਼ਵ ਪੱਧਰ ਦੀ ਹੁੰਦੀ ਸੀ। ਇੱਥੇ ਟਾਈਮ ਮੈਗਜ਼ੀਨ ਪੜ੍ਹਨ ਦੀ ਆਦਤ ਪਈ, ਜਿਸ ਨੂੰ ਮੈਂ ਅਗਲੇ 50 ਸਾਲ ਪੜ੍ਹਿਆ। ਸੰਗਰੂਰ ਗੁਜ਼ਾਰੇ 4 ਸਾਲ ਬੜੇ ਯਾਦਗਾਰੀ ਅਤੇ ਵਿਕਾਸ ਵਾਲੇ ਵਰੇ ਸਨ। ਇਕੱਲਾ ਹੋਣ ਕਰਕੇ ਮੈਂ ਕਾਲਜ ਦੇ ਸਾਰੇ ਕਾਰਜਾਂ ਵਿੱਚ ਭਾਗ ਲੈਂਦਾ ਸਾਂ। ਮੈਂ ਕਾਲਜ ਦੀ ਫੁੱਟਬਾਲ ਦੀ ਟੀਮ ਦਾ ਇੰਚਾਰਜ ਸਾਂ। ਕਾਲਜ ਦਾ ਵਾਤਾਵਰਣ ਬੜਾ ਸੁਖਾਵਾਂ ਸੀ। ਕੰਟੀਨ ਭਾਵੇਂ ਕੰਮ ਚਲਾਊ ਸੀ, ਪਰ ਦਰਖਤਾਂ ਦੀ ਛਾਂ ਵਿੱਚ ਬੈਠਣ, ਮਿਲਣ ਗਿਲਣ ਅਤੇ ਹੋਰਾਂ ਨਾਲ ਗੱਲ ਕਰਨ ਦੀ ਮੌਜ ਸੀ। ਮੈਂ ਵਿਗਿਆਨ ਦੇ ਅਧਿਆਪਕਾਂ ਨਾਲ ਵਧੇਰੇ ਉੱਠਦਾ ਬੈਠਦਾ ਸਾਂ, ਜਿਨ੍ਹਾਂ ਤੋਂ ਵਿਗਿਆਨ ਦੇ ਕਈ ਪੱਖਾਂ ਦਾ ਗਿਆਨ ਮਿਲਦਾ ਸੀ। ਗਣਿਤ ਦੇ ਅਧਿਆਪਕਾਂ ਪ੍ਰਤੀ ਮੇਰੇ ਮਨ ਵਿੱਚ ਵਿਸ਼ੇਸ਼ ਸਤਿਕਾਰ ਸੀ। ਮੇਰਾ ਇੱਕ ਪਾਠਕ ਮੇਰੀਆਂ ਪੁਸਤਕਾਂ ਪੜ੍ਹ ਕੇ ਦੁਬਈ ਵਿੱਚ ਇੱਕ ਸਫਲ ਠੇਕੇਦਾਰ ਬਣ ਗਿਆ ਸੀ। ਉਸਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਦੁਬਈ ਘੁੰਮਣ ਫਿਰਨ ਲਈ ਬੁਲਾਇਆ ਸੀ। ਉਹ ਤਾਂ ਟਿਕਟਾਂ ਵੀ ਭੇਜ ਰਿਹਾ ਸੀ, ਪਰ ਮੈਂ ਕਿਹਾ ਆਪਣੀਆਂ ਟਿਕਟਾਂ ਅਸੀਂ ਆਪ ਖਰੀਦਾਂਗੇ। ਦੁਬਈ ਰਹਾਂਗੇ ਵੀ ਆਪਣੇ ਖਰਚੇ 'ਤੇ, ਪਰ ਦੁਬਈ ਵਿੱਚ
ਘੁਮਾਉਣ ਫਿਰਾਉਣ ਦੀ ਜ਼ਿੰਮੇਵਾਰੀ ਉਸਦੀ ਹੋਵੇਗੀ। ਉਸਨੇ ਇਹ ਜ਼ਿੰਮੇਵਾਰੀ ਖੂਬ ਨਿਭਾਈ। ਜੇਕਰ ਅਮੀਰਾਤ ਏਅਰਲਾਈਨਸ ਦੇ ਜਹਾਜ਼ 'ਤੇ ਦੁਬਈ ਜਾਓ ਤਾਂ ਦੁਬਈ ਦਾ 100 ਘੰਟੇ ਦਾ ਵੀਜ਼ਾ ਉਸ ਏਅਰਲਾਈਨ ਕਰਕੇ ਮਿਲ ਜਾਂਦਾ ਹੈ। ਅਸੀਂ ਦੁਬਈ ਵੀ ਘੁੰਮੇ ਅਤੇ ਆਲੇ ਦੁਆਲੇ ਦੇ 6-7 ਛੋਟੇ ਦੇਸ਼ ਵੀ ਵੇਖੇ। ਦੁਬਈ ਤੋਂ ਅਸੀਂ ਤੁਰਕੀ ਗਏ ਸਾਂ। ਤੁਰਕੀ ਨੇ ਦੁਨੀਆ ਦੇ ਇਤਿਹਾਸ ਵਿੱਚ ਬੜਾ ਮਹੱਤਵਪੂਰਨ ਰੋਲ ਨਿਭਾਇਆ ਹੈ। ਤੁਰਕੀ ਦੀ ਰਾਜਧਾਨੀ ਤਾਂ ਅੰਕਾਰਾ ਹੈ, ਪਰ ਤੁਰਕੀ ਦਾ ਪ੍ਰਸਿੱਧ ਅਤੇ ਵੱਡਾ ਸ਼ਹਿਰ ਇਸਤਾਨਬੁਲ ਹੈ, ਜਿਸ ਦੀਆਂ ਵੱਡੀਆਂ ਅਤੇ ਸੋਹਣੀਆਂ ਮਸਜਿਦਾਂ ਜਗਤ ਪ੍ਰਸਿੱਧ ਹਨ। ਜੇ ਕਿਸੇ ਕੋਲ ਅਮਰੀਕਾ ਦਾ ਵੀਜ਼ਾ ਹੋਵੇ, ਤੁਰਕੀ ਦਾ ਵੀਜ਼ਾ ਪਹੁੰਚਣ 'ਤੇ ਮਿਲ ਜਾਂਦਾ ਹੈ। ਤੁਰਕੀ ਵਿੱਚ ਭਾਰਤ ਨੂੰ ਹਿੰਦੁਸਤਾਨ ਕਹਿੰਦੇ ਹਨ। ਤੁਰਕਾਂ ਨੇ ਇਸਲਾਮ ਫੈਲਾਉਣ ਲਈ ਜਿਹਾਦ ਕੀਤੇ ਸਨ ਅਤੇ ਈਸਾਈਆਂ ਨੂੰ ਇੱਥੋਂ ਖਦੇੜ ਦਿੱਤਾ ਸੀ, ਜਿਨ੍ਹਾਂ ਨੇ ਯੂਰਪ ਵਸਾ ਲਿਆ ਸੀ। ਗੁਰੂ ਨਾਨਕ ਦੇਵ ਨੇ ਆਪਣੀ ਰਚਨਾ ਬਾਬਰਬਾਣੀ ਵਿੱਚ ਤੁਰਕ ਸ਼ਬਦ ਬਾਬਰ ਲਈ ਵਰਤਿਆ ਹੈ। 20ਵੀਂ ਸਦੀ ਵਿੱਚ ਤੁਰਕੀ ਦਾ ਇੱਕ ਹਾਕਮ ਹੋਇਆ ਸੀ ਅਤਾਤੁਰਕ, ਜਿਸ ਨੇ ਤੁਰਕੀ ਵਿੱਚ ਇਤਿਹਾਸਕ ਸੁਧਾਰ ਕੀਤੇ ਸਨ। ਉਸ ਨੇ ਤੁਰਕੀ ਜ਼ਬਾਨ ਲਿਖਣ ਲਈ ਰੋਮਨ ਲਿਪੀ ਲਾਗੂ ਕੀਤੀ ਸੀ। ਲੜਕੇ ਲੜਕੀਆਂ ਦੇ ਸਕੂਲ ਸਾਂਝੇ ਕਰ ਦਿੱਤੇ ਸਨ। ਪਰਦੇ ਦੀ ਰਸਮ ਖਤਮ ਕਰ ਦਿੱਤੀ ਸੀ। ਇਹਨਾਂ ਸੁਧਾਰਾਂ ਤੋਂ ਪਹਿਲਾਂ ਤੁਰਕੀ ਏਸ਼ੀਆ ਦਾ ਅੰਤਲਾ ਦੇਸ਼ ਸੀ, ਪਰ ਅਤਾਤੁਰਕ ਦੇ ਸੁਧਾਰਾਂ ਉਪਰੰਤ ਤੁਰਕੀ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਹੈ। ਬਾਦਸ਼ਾਹ ਦਾ ਪੁਰਾਣਾ ਮਹਿਲ ਵੇਖਿਆ, ਜਿਸ ਦਾ ਪਿਛਲਾ ਪਾਸਾ ਸਮੁੰਦਰ ਨਾਲ ਲੱਗਦਾ ਹੈ, ਜਿਸ ਨਾਲ ਅਦਭੁਤ ਦ੍ਰਿਸ਼ ਉਸਰਦਾ ਹੈ। ਅੰਕਾਰਾ ਵਿੱਚ ਅਸੀਂ ਤੁਰਕੀ ਦੇ ਯੂਨੀਵਰਸਿਟੀ ਗਏ ਅਤੇ ਇਸਤਾਨਬੁਲ ਦੀ ਟ੍ਰਾਮ ਵਿੱਚ ਅਸੀਂ ਸਾਰਾ ਸ਼ਹਿਰ ਘੁੰਮੇ। ਇੱਥੇ ਓਪਰਾਪਨ ਬਿਲਕੁਲ ਨਹੀਂ ਲੱਗਦਾ। ਇਸਤਾਨਬੁਲ ਦਾ ਇੱਕ ਪਾਸਾ ਏਸ਼ੀਆ ਨਾਲ ਅਤੇ ਦੂਜਾ ਪਾਸਾ ਯੂਰਪ ਨਾਲ ਲੱਗਦਾ ਹੈ। ਕੀ ਕੋਈ ਵਿਅਕਤੀ ਥੋੜ੍ਹੇ ਜਿਹੇ ਸਮੇਂ ਵਿੱਚ ਸਮੁੱਚੇ ਦੇਸ਼ ਦਾ ਕਾਇਆਕਲਪ ਕਰ ਸਕਦਾ ਹੈ? ਅਤਾਤੁਰਕ ਨੇ ਇਹ ਕੁਝ ਕਰਕੇ ਵਿਖਾਇਆ ਹੈ। ਪਾਕਿਸਤਾਨ ਦੀ ਫੌਜੀ ਹਾਕਮ ਪਰਵੇਜ਼ ਮੁਸ਼ਰਫ ਨੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਉਹ ਪਾਕਿਸਤਾਨ ਦਾ ਅਤਾਤੁਰਕ ਬਣਨਾ ਚਾਹੁੰਦਾ ਸੀ। ਮੈਨੂੰ ਮਗਰੋਂ ਪਤਾ ਲੱਗਿਆ ਕਿ ਤੁਰਕੀ ਦੇ ਨੇੜੇ ਹੀ ਯੂਨਾਨ ਸੀ। ਜੇ ਪਹਿਲਾਂ ਪਤਾ ਹੁੰਦਾ ਤਾਂ ਯੂਨਾਨ ਵੀ ਹੋ ਕੇ ਆਉਣਾ ਸੀ, ਕਿਉਂਕਿ ਮੇਰੇ ਪਿਆਰੇ ਨਾਇਕ ਸੁਕਰਾਤ, ਪਲੇਟੋ, ਅਰਸਤੂ ਅਤੇ ਸਿਕੰਦਰ ਯੂਨਾਨ ਦੇ ਸਨ। ਇਸ ਫੇਰੀ ਦੇ ਦੌਰਾਨ ਦੋਹਾਂ ਕਤਰ ਆਦਿ ਵਿੱਚ ਵੀ ਜਾਣ ਦਾ ਅਵਸਰ ਮਿਲਿਆ। ਇਹ ਛੋਟੇ-ਛੋਟੇ ਦੇਸ਼ ਤੇਲ ਦੀ ਕਮਾਈ ਨਾਲ ਬੜੇ ਅਮੀਰ ਹੋਏ ਪਏ ਹਨ ਅਤੇ ਇਹਨਾਂ ਨੇ ਵਿਸ਼ਵ ਪੱਧਰ ਦੀਆਂ ਸਹੂਲਤਾਂ ਉਪਜਾਈਆਂ ਹੋਈਆਂ ਹਨ। ਤੁਰਕੀ ਜਾਣ ਤੋਂ ਪਹਿਲਾਂ ਮੈਂ ਤੁਰਕੀ ਦਾ ਇਤਿਹਾਸ ਪੜ੍ਹਿਆ। ਜੇ ਕਿਸੇ ਦੇਸ਼ ਦੀ ਯਾਤਰਾ ਤੋਂ ਪਹਿਲਾਂ ਉਸ ਦਾ ਇਤਿਹਾਸ ਪੜ੍ਹ ਲਿਆ ਜਾਵੇ ਤਾਂ ਉਸ ਦੇਸ਼ ਦੇ ਸਮਾਜ ਅਤੇ ਸੱਭਿਆਚਾਰ ਨੂੰ ਸਮਝਣ ਵਿੱਚ ਸੌਖ ਹੁੰਦੀ ਹੈ।